ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਤੇ ਗੁੱਡ ਮਾਰਨਿੰਗ ਉਹਨਾਂ ਨੂੰ ਜਿਨ੍ਹਾਂ ਦੀ ਸੋਹਣੀ ਜੀ ਸਵੇਰ ਸਾਡੇ ਨਾਲ ਚੜੀ ਹੈ। ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ ਸਾਰੇ ਜਣੇ। ਨੋ ਡਾਊਟ ਕਿ ਅੱਜ ਵੀ ਵੈਦਰ ਬਹੁਤ ਸੋਹਣਾ ਹੈ, ਠੰਡਾ ਮੌਸਮ ਹੈ ਤਾਂ ਕੰਮ ਕਰ ਸਾਰੇ ਜਿਹੜੇ ਆ ਉਹ ਨਿਪਟ ਸਕਦੇ ਨੇ ਕਿਉਂਕਿ ਗਰਮੀ ਤੋਂ ਕਈ ਦਿਨਾਂ ਤੋਂ ਅਸੀਂ ਘਬਰਾ ਰਹੇ ਹੈਗੇ ਹਾਂ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਨਾ ਕਿਤੇ ਇਹ ਵਾਰਨਿੰਗ ਦਿੱਤੀ ਗਈ ਹੈ ਕਿ ਹੋਰ ਜਿਹੜੀ ਗਰਮੀ ਵੱਧ ਸਕਦੀ ਹੈ ਕਿਉਂਕਿ ਵਾਈਲਡ ਫਾਇਰ ਜਦੋਂ ਤੱਕ ਅੱਗੇ ਵਧ ਰਹੀ ਹੈ, ਹਜੇ ਬੁਝ ਨਹੀਂ ਰਹੀ, ਉਦੋਂ ਤੱਕ ਇਹ ਹਾਲਾਤ ਬਣੇ ਰਹਿ ਸਕਦੇ ਨੇ ਔਰ ਧੂੰਆਂ ਵੀ ਕਹਿੰਦੇ ਨੇ ਕਿ ਲੋਅਰ ਮਿਡਲੈਂਡ ਵਿੱਚ ਕਾਫੀ ਹੋ ਸਕਦਾ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਦਾ ਸਾਹਮਣਾ ਹੋਰ ਸਾਨੂੰ ਕਰਨਾ ਪੈ ਸਕਦਾ ਹੈ। ਟਿਲ ਦੈਨ ਤੁਸੀਂ ਆਪਣਾ ਸਾਰੇ ਜਣੇ ਖਿਆਲ ਰੱਖੋ ਔਰ ਕੋਸ਼ਿਸ਼ ਕਰੋ ਕਿ ਜਿਹੜੇ ਵੀ ਪ੍ਰੀਕਾਸ਼ਨਸ ਨੇ ਗਰਮੀ ਤੋਂ ਬਚਣ ਦੇ ਉਹ ਸਾਰੇ ਜਣੇ ਜ਼ਰੂਰ ਲੈਂਦੇ ਰਹੋ। ਸੋ ਬਾਕੀ ਅਸੀਂ ਦੇਖਦੇ ਹਾਂ ਵੀ ਇਹਨਾਂ ਦਿਨਾਂ ਦੇ ਵਿੱਚ ਸਿਆਸੀ ਹਲਚਲ ਜਿਹੜੀ ਹੈ ਉਹ ਬੜੀ ਜ਼ੋਰਾਂ ਸ਼ੋਰਾਂ ਦੇ ਉੱਤੇ ਚੱਲ ਰਹੀ ਹੈ ਕਿਉਂਕਿ ਜਿਵੇਂ ਹੀ ਲਿਬਰਲ ਦੇ ਵੱਲੋਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ, ਫੈਡਰਲ ਚੋਣਾਂ ਹੁਣ ਹੋਣ ਜਾ ਰਹੀਆਂ ਨੇ ਤਾਂ ਸਾਰੀਆਂ ਪਾਰਟੀਆਂ ਆਪੋ ਆਪਣੇ ਜਿਹੜੇ ਵਾਅਦੇ ਲੈ ਕੇ ਆਪੋ ਆਪਣੇ ਮੁੱਦੇ ਲੈ ਕੇ ਜਿਹੜੇ ਨੇ ਉਹ ਕਮਿਊਨਿਟੀ ਦੇ ਵਿੱਚ ਪਹੁੰਚ ਰਹੀਆਂ ਨੇ, ਲੋਕਾਂ ਦੇ ਵਿੱਚ ਪਹੁੰਚ ਰਹੀਆਂ ਨੇ। ਨੋ ਡਾਊਟ ਕਿ ਲਿਬਰਲਸ ਨੂੰ ਜ਼ਿਆਦਾ ਸਮਾਂ ਸ਼ਾਇਦ ਨਹੀਂ ਚਾਹੀਦਾ ਸੀਗਾ, ਉਹਨਾਂ ਨੂੰ ਲੱਗਦਾ ਸੀ ਵੀ ਕੋਵਿਡ ਦੇ ਮਾਮਲੇ ਦੇ ਉੱਤੇ ਉਹਨਾਂ ਨੇ ਇੰਨਾ ਕੁ ਕੰਮ ਕਰ ਲਿਆ ਵੀ ਲੋਕ ਉਹਨਾਂ ਨੂੰ ਫਤਵਾ ਜਿਹੜਾ ਉਹ ਦੇ ਦੇਣਗੇ, ਇਸ ਲਈ ਸ਼ਾਇਦ ਉਹ ਕੌਨਫੀਡੈਂਸ ਦੇ ਵਿੱਚ ਨੇ ਤੇ ਚੋਣਾਂ ਦਾ ਐਲਾਨ ਕਰ ਦਿੱਤਾ। ਪਰ ਬਾਕੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਆਪਣੇ ਚੋਣ ਪ੍ਰਚਾਰ ਦਾ, ਬਹੁਤ ਹੀ ਘੱਟ ਸਮਾਂ ਮਿਲਿਆ ਚੋਣ ਕੈਂਪੇਨ ਕਰਨ ਦਾ। ਪਰ ਉਹਦੇ ਵਿੱਚ ਕਿੰਨਾ ਕੁ ਹੁਣ ਜਿਹੜਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ, ਕੀ ਲੋਕ ਜਿਹੜੇ ਲੁਭਾਵਣੇ ਵਾਅਦੇ ਨੇ ਲੋਕ ਉਹਨਾਂ ਦੇ ਨਾਲ ਇੰਪ੍ਰੈਸ ਹੋਣਗੇ ਤੇ ਕਿਹੜੀ ਪਾਰਟੀ ਨੂੰ ਫਤਵਾ ਜਾਏਗਾ, ਉਸ ਸੰਬੰਧੀ ਅਸੀਂ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਸਰੀ ਦੇ ਜਿਹੜੇ ਲੋਕਲ ਇਸ਼ੂ ਨੇ ਉਹ ਵੀ ਬਹੁਤ ਸਾਰੇ ਨੇ। ਸਰੀ ਵਾਸੀ ਕਈ ਅਜਿਹੇ ਨੇ ਜਿਹੜੇ ਚਾਹੁੰਦੇ ਨੇ ਕਿ ਇੱਥੇ ਲੋਕਲ ਲੈਵਲ ਦੇ ਉੱਤੇ ਕਈ ਕੰਮ ਜਿਹੜੇ ਨੇ ਉਹ ਹੋਣੇ ਜ਼ਰੂਰੀ ਨੇ। ਸਟੇਡੀਅਮ ਦੀ ਮੰਗ ਇੱਥੇ ਕੀਤੀ ਜਾ ਰਹੀ ਹੈ, ਇੱਥੇ ਲਗਾਤਾਰ ਜਿਹੜੀ ਹੈ ਸਰੀ ਯੂਨੀਵਰਸਿਟੀ ਆਪਣੀ ਹੋਣ ਦੀ ਗੱਲ ਬਾਰ-ਬਾਰ ਕਹੀ ਜਾਂਦੀ ਹੈ। ਸੋ ਲੋਕਲ ਇਸ਼ੂ ਜਿਹੜੇ ਨੇ ਉਹਨਾਂ ਦੇ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ ਔਰ ਸਾਡੇ ਨਾਲ ਅੱਜ ਸਟੂਡੀਓ ਦੇ ਵਿੱਚ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਰੀ ਟਿੰਬਰ ਕਹਿ ਸਕਦੇ ਹਾਂ ਸਰੀ ਗ੍ਰੀਨ ਟਿੰਬਰ ਤੋਂ MLA ਰਚਨਾ ਸਿੰਘ ਸਾਡੇ ਨਾਲ ਜੁੜੇ ਹੋਏ ਨੇ। ਉਹਨਾਂ ਨਾਲ ਅੱਜ ਅਸੀਂ ਇਸ ਸਾਰੇ ਮੁੱਦਿਆਂ ਸੰਬੰਧੀ ਗੱਲਬਾਤ ਕਰਾਂਗੇ। ਰਚਨਾ ਦੀ ਸਵਾਗਤ ਹੈ ਦ ਮਾਰਨਿੰਗ ਸ਼ੋਅ ਦੇ ਵਿੱਚ। ਥੈਂਕ ਯੂ ਸ਼ੈਰੀ, ਆਲਵੇਜ਼ ਅ ਪਲੇਜ਼ਰ ਟੂ ਬੀ ਹੇਅਰ। ਜੀ ਰਚਨਾ ਜੀ, ਵੈਸੇ ਅੱਜ ਤੁਹਾਨੂੰ ਅਸੀਂ ਸਵੇਰੇ ਸਵੇਰੇ ਤੰਗ ਕਰ ਦਿੱਤਾ ਪਰ ਬਹੁਤ ਦਿਨਾਂ ਤੋਂ ਤੁਹਾਡਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਵੀ ਆਉਣਾ ਪੈਣਾ, ਬਹੁਤ ਸਾਰੀਆਂ ਗੱਲਾਂ ਕਰਨੀਆਂ ਤੁਹਾਡੇ ਨਾਲ। ਯਾ ਬਿਲਕੁਲ, ਮੇਰੀ ਸਮਰ ਜਦ ਹੁੰਦੀ ਹੈ ਥੋੜਾ ਜਿਹਾ ਤੁਸੀਂ ਲੇਜ਼ੀ ਹੋਏ ਹੁੰਦੇ ਹੋ ਤੇ ਸਵੇਰੇ ਉੱਠਣ ਦੀ ਆਦਤ ਨਹੀਂ ਹੁੰਦੀ, ਪਰ ਥੈਂਕ ਯੂ ਸ਼ੈਰੀ ਫॉर ਹੁਣ ਕਿਉਂਕਿ ਲੇਬਰ ਡੇ ਆਉਣ ਵਾਲਾ ਹੈ, ਸੈਪਟੈਂਬਰ ਆਉਣ ਵਾਲਾ ਹੈ ਤੇ ਜਲਦੀ ਉੱਠਣਾ ਹੀ ਪੈਣਾ ਹੈ। ਸੋ ਥੈਂਕ ਯੂ ਫॉर ਗੈਟਿੰਗ ਮੀ ਰੈਡੀ ਫॉर दैट। ਓਕੇ, ਸੋ ਰਚਨਾ ਜੀ ਬਹੁਤ ਸਾਰੀਆਂ ਤੁਹਾਡੇ ਨਾਲ ਅਸੀਂ ਗੱਲਾਂ ਕਰਨੀਆਂ ਨੇ। ਸਭ ਤੋਂ ਪਹਿਲਾਂ ਆਪਾਂ ਇਲੈਕਸ਼ਨਸ ਦੀ ਇੱਥੇ ਗੱਲ ਕਰ ਲਈਏ। ਜਿਵੇਂ ਹੀ ਚੋਣਾਂ ਦਾ ਐਲਾਨ ਹੋ ਗਿਆ, ਇੱਕ ਅਲੱਗ ਕਿਸਮ ਦੀ ਗਹਿਮਾ ਗਹਿਮੀ ਜਿਹੜੀ ਉਹ ਸ਼ੁਰੂ ਹੋ ਗਿਆ, ਆਪੋ ਆਪਣੇ ਲੈਵਲ ਦੇ ਉੱਤੇ ਚੋਣ ਪ੍ਰਚਾਰ ਸ਼ੁਰੂ ਹੋ ਗਿਆ। ਇਸ ਅਨਾਉਂਸਮੈਂਟ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇਹ ਬਹੁਤ ਦੇਰ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਸੀਗਾ ਕਿ ਟਰੂਡੋ ਸਰਕਾਰ ਜਲਦੀ ਇਲੈਕਸ਼ਨ ਕਰਾ ਲਏਗੀ ਕਿਉਂਕਿ ਉਹ ਮਿਨੋਰਿਟੀ ਵਿੱਚ ਹੈਗੀ, ਰਾਈਟ। ਤੇ ਸੋ ਦਿਸ ਵਾਜ਼ ਐਪਰੀਹੈਂਸ਼ਨ ਤਾਂ ਬਹੁਤ ਲੋਕਾਂ ਨੂੰ ਸੀਗੀ। ਕਈ ਤਾਂ ਕਹਿ ਰਹੇ ਸੀਗੇ ਕਿ ਸਮਰ ਵਿੱਚ ਹੋ ਜਾਏਗੀ ਤੇ ਜਿਹੜਾ ਪਰਸੋਂ ਐਲਾਨ ਹੋਇਆ ਹੈਗਾ 20 ਸਤੰਬਰ ਦੀ ਇਲੈਕਸ਼ਨ ਦਾ, ਸੋ ਆਈ ਡੋਂਟ ਥਿੰਕ ਇਟ ਹੈਜ਼ ਟੇਕਨ ਐਨੀਬਡੀ ਬਾਈ ਸਰਪ੍ਰਾਈਜ਼ ਬਿਕਾਜ਼ ਪੀਪਲ ਵਰ ਐਕਸਪੈਕਟਿੰਗ ਦੈਟ। ਐਂਡ ਬਾਕੀ ਜਿਹੜੀਆਂ ਕਿਉਂਕਿ ਇਹ ਫੈਡਰਲ ਮਾਮਲਾ ਹੈਗਾ, ਜਿਹੜੇ ਫੈਡਰਲ ਕਾਊਂਟਰਪਾਰਟਸ ਹਨ ਦੇ ਵੁੱਡ ਬੀ ਏਬਲ ਟੂ ਆਨਸਰ ਇਟ ਇਨ ਅ ਮਚ ਬੈਟਰ ਵੇ ਕਿ ਹਾਊ ਡੂ ਦੇ ਸੀ ਇਟ, ਕਿ ਕਿਹੜੇ ਮੁੱਦੇ ਹੈਗੇ ਜਿਹੜੇ ਉਹਨਾਂ ਲਈ ਮਾਇਨਾ ਰੱਖਦੇ ਆ ਔਰ ਸਪੈਸ਼ਲੀ ਜਿਹੜੇ ਸਾਡੇ ਰੈਜ਼ੀਡੈਂਟਸ ਹੈਗੇ, ਜਿਹੜੇ ਸਾਡੇ ਵੋਟਰਸ ਹੈਗੇ, ਉਹਨਾਂ ਲਈ ਆਈ ਥਿੰਕ ਇਟਸ ਵੈਰੀ ਇੰਪੋਰਟੈਂਟ ਟੂ ਉਹਨਾਂ ਦੀ ਨਬਜ਼ ਨੂੰ ਪਛਾਣਨਾ ਕਿ ਉਹਨਾਂ ਦੇ ਕਿਹੜੇ ਇਸ਼ੂਜ਼ ਹੈਗੇ ਆ ਐਂਡ ਕਿਹੜੀ ਪਾਰਟੀ ਉਹਨਾਂ ਇਸ਼ੂਜ਼ ਤੇ ਖਰੀ ਉਤਰ ਸਕਦੀ ਹੈ। ਪਰ ਇਹ ਜਿਹੜੀ ਐਡਵਾਂਸ ਚੋਣਾਂ ਕਰਵਾਉਣ ਦੀ ਅਨਾਉਂਸਮੈਂਟ ਹੋ ਗਈ ਹੈ, ਤੁਹਾਡੇ ਨਜ਼ਰੀਏ ਨਾਲ ਕਿਵੇਂ ਠੀਕ ਹੈ ਐਡਵਾਂਸ ਚੋਣ ਕਰਵਾਉਣੀ? ਆਈ ਵੁੱਡ ਸੇ ਕਿ in these circumstances ਜੇ ਮੇਰੇ ਤੋਂ ਕੋਈ ਪਰਸਨਲੀ ਪੁੱਛੇ ਤਾਂ ਮੈਨੂੰ ਨਹੀਂ ਲੱਗਦਾ ਕਿ this was the time for to go for elections ਕਿਉਂਕਿ ਅਸੀਂ ਕੋਵਿਡ ਜਿਹੜੀ ਸਾਡੀ ਪ੍ਰੋਬਲਮ ਹੈਗੀ ਹੈ ਉਹਦੇ ਚੋਂ ਅਜੇ ਨਹੀਂ ਨਿਕਲੇ ਹੈਗੇ। ਕੋਵਿਡ ਅਜੇ ਵੀ ਸਾਡੇ ਉੱਤੇ ਮੰਡਰਾ ਰਿਹਾ ਹੈ। ਵੀ ਹੈਵ the issues ਜੇ ਅਸੀਂ BC ਦੀ ਗੱਲ ਕਰੀਏ with the wildfires and ਔਰ ਕਿ ਸਰਕਾਰ ਨੂੰ ਕੋਈ ਖਤਰਾ ਸੀਗਾ ਕਿਸੇ ਵੀ ਤਰ੍ਹਾਂ ਦਾ ਕਿ ਉਹਨਾਂ ਨੂੰ ਕਿ ਉਹਨਾਂ ਦੀ ਸਰਕਾਰ ਗਿਰ ਸਕਦੀ ਹੈ, ਐਵੇਂ ਦਾ ਵੀ ਕੋਈ ਅੰਦੇਸ਼ਾ ਨਹੀਂ ਲੱਗ ਰਿਹਾ ਸੀਗਾ। ਸੋ ਬਟ ਇਟ ਇਜ਼ ਪੋਲਿਟਿਕਸ ਸ਼ੈਰੀ ਐਂਡ ਜਿਹੜੇ ਮੇਰੇ ਖਿਆਲ ਜਸਟਿਨ ਟਰੂਡੋ ਜਦ ਅਸੀਂ ਪੋਲਸ ਦਾ ਹਿਸਾਬ ਦੇਖਦੇ ਹੈਗੇ ਆ ਦੇ ਪੋਲਸ ਆਈ ਵੋਂਟ ਸੇ ਦੈਟ ਦ ਪੋਲਸ ਆਰ ਆਲਵੇਜ਼ ਰਾਈਟ ਔਰ ਪੋਲਸ ਮਤਲਬ ਇੱਕ ਦਿਨ ਵਿੱਚ ਚੇਂਜ ਹੁੰਦੇ ਹੈਗੇ, ਬਟ the polls that we have seen in the recent days are showing a majority government for him, so maybe he's taken ਉਹਨਾਂ ਨੂੰ ਇਹ ਲੱਗਦਾ ਹੈਗਾ ਕਿ ਇਹ ਉਹਨਾਂ ਕੋਲ ਇੱਕ ਮੌਕਾ to go for the election and getting that majority। ਪਰ ਮੈਨੂੰ ਨਹੀਂ ਲੱਗਦਾ ਕਿ ਇੱਕ
ਇੱਕ ਫਤਵਾ ਐਵੇਂ ਹੀ ਦਿੱਤਾ ਜਾਏਗਾ ਪੀਪਲ ਸੀ ਲੋਟ ਆਫ ਥਿੰਗਸ ਐਂਡ ਉਹਨਾਂ ਨੂੰ ਅਕਾਊਂਟੇਬਲ ਬਣਾਉਣ ਦੀ, ਕਿਉਂਕਿ ਇਲੈਕਸ਼ਨ ਇਜ਼ ਦ ਟਾਈਮ ਟੂ ਮੇਕ any government or any party accountable ਕਿ ਜੋ ਉਹਨਾਂ ਦੀ ਕਮਿਟਮੈਂਟ ਰਹੀ ਹੈ ਵੈਦਰ ਉਹ ਐਕਸ਼ਨ ਪਲਾਨ ਵਿੱਚ ਉਤਰੀ ਹੈ ਕਿ ਨਹੀਂ ਉਤਰੀ ਹੈ। ਸੋ ਲੋਟ ਆਫ ਥਿੰਗਸ ਆਈ ਥਿੰਕ ਕਮ ਇਨਟੂ ਦ ਫੈਕਟਰ ਔਰ ਅਜੇ ਸਾਡੇ ਕੋਲ 33-34 ਦਿਨ ਪਏ ਹੈਗੇ, ਵਿਲ ਸੀ ਵਟ ਇਜ਼ ਗੋਇੰਗ ਟੂ ਹੈਪਨ। ਸੋ ਐਡਵਾਂਸ ਇੱਥੇ ਚੋਣਾਂ ਨੂੰ ਤੁਸੀਂ ਸਹੀ ਨਹੀਂ ਮੰਨਦੇ, ਬਟ ਆਈ ਥਿੰਕ ਅਸੈਂਬਲੀ ਚੋਣਾਂ ਦੇ ਵਿੱਚ ਤੁਹਾਨੂੰ ਵੀ ਐਡਵਾਂਸ ਜਿਹੜੀ ਹੈ ਉਹ ਚੋਣ ਕਰਵਾਉਣੀ ਪਈ ਸੀਗੀ। ਸੋ ਇਸ ਵੇਲੇ ਲਿਬਰਲ ਕਰਵਾ ਰਹੀ ਹੈ ਤਾਂ ਤੁਹਾਨੂੰ ਠੀਕ ਨਹੀਂ ਲੱਗ ਰਿਹਾ, ਪਰ ਜਦੋਂ ਅਸੈਂਬਲੀ ਚੋਣਾਂ ਤੁਸੀਂ ਕਰਵਾਈਆਂ ਸੀ ਉਦੋਂ ਉਹ ਵਕਤ ਠੀਕ ਸੀਗਾ ਐਡਵਾਂਸ ਕਰਾਉਣੀਆਂ? ਸਾਡਾ ਸੀਗਾ ਕਿ ਸਾਡੀ ਇੰਨੀ ਐਡਵਾਂਸ ਨਹੀਂ ਸੀਗੀ ਸ਼ੈਰੀ, ਬਿਕੋਜ਼ ਸਾਡੀ ਚੋਣ ਅਰਾਊਂਡ ਅਸੀਂ 6 ਮੰਥਸ ਅਰਲੀ ਕਰਵਾਈ ਔਰ ਉਹਦਾ ਕਾਰਨ ਇਹ ਸੀਗਾ ਕਿ we were in a COVID situation ਔਰ ਸਾਨੂੰ ਲੱਗਦਾ ਸੀਗਾ ਕਿ ਕੋਵਿਡ ਵਿੱਚ rather than just being worried ਬਿਲਕੁਲ, ਕਿਉਂਕਿ ਉਸ ਟਾਈਮ ਤਾਂ ਬਿਲਕੁਲ ਕੋਵਿਡ ਸਟਾਰਟ ਹੋਇਆ ਸੀ, ਹੁਣ ਅਸੀਂ 3rd 4th ਵੇਵ ਦੇ ਵਿੱਚ ਫਿਰ ਰਹੇ ਹਾਂ। ਤੇ ਐਵੇਂ ਸੀਗਾ ਕਿ ਕੋਵਿਡ ਵਾਸ ਨਾਟ ਗੋਇੰਗ ਐਨੀਵੇਅਰ, ਦਿਸ ਵੀ ਨਿਊ ਐਟ ਦੈਟ ਟਾਈਮ, ਕਿਉਂਕਿ ਸਾਨੂੰ ਜਿਵੇਂ ਦੀ ਮੈਡੀਕਲ ਰਿਸਰਚ ਮਿਲ ਰਹੀ ਸੀਗੀ ਔਰ ਹੈ ਕਿ rather than ਕਿ ਅਸੀਂ ਐਜ਼ ਨਾ ਪੋਲਿਟਿਕਸ 'ਚ ਫਸੇ ਰਹਿੰਦੇ ਕਿ ਉਹ ਚੋਣਾਂ ਆਉਣੀਆਂ ਜਾਂ ਨਹੀਂ ਆਉਣੀਆਂ, to think about that, we just got that out of the way and started working on what was important for the people. I think that was the right decision for the British Columbians ਔਰ ਉਹਦੇ ਨਾਲ ਹੈ ਕਿ ਇੱਕ ਸਟਰੋਂਗ ਸਰਕਾਰ ਵਜੋਂ ਉਭਰਨਾ, ਸਟਰੋਂਗ ਮੈਂਡੇਟ ਲੈ ਕੇ ਆਉਣਾ ਔਰ ਦੈਨ ਜਸਟ ਵਰਕਿੰਗ ਫॉर द ਪੀਪਲ, ਜਿਹੜਾ ਸਾਡਾ ਹਮੇਸ਼ਾ ਤੋਂ ਕਮਿਟਮੈਂਟ ਰਹੀ ਹੈ। ਜੀ ਬਿਲਕੁਲ। ਸੋ ਮੈਂ ਇੱਥੇ ਸਰੀ ਵਾਸੀਆਂ ਨੂੰ ਸਪੈਸ਼ਲੀ ਕਹਿਣਾ ਚਾਹਾਂਗੀ, ਜਿਹੜੇ ਲੋਕ ਕਾਲ ਕਰਨਾ ਚਾਹੁੰਦੇ ਨੇ ਉਹ ਸ਼ੋਅ ਦੇ ਵਿੱਚ ਕਾਲ ਕਰ ਸਕਦੇ ਨੇ, ਸਪੈਸ਼ਲੀ ਉਹ ਲੋਕ ਜਿਹੜੇ ਚਾਹੁੰਦੇ ਨੇ ਕਿ ਲੋਕਲ ਲੈਵਲ ਦੇ ਉੱਤੇ ਉਹ ਕੰਮ ਨੇ ਜਿਹੜੇ ਸਰੀ ਦੀ ਇੱਥੇ ਮਾਫ ਕਰਨਾ BC ਦੀ ਜਿਹੜੀ ਸਰਕਾਰ ਨੂੰ ਹੈ ਉਹ ਕਰਨੇ ਚਾਹੀਦੇ ਸੀਗੇ। ਸੋ ਕਾਲ ਕਰ ਸਕਦੇ, ਨਾਲ ਨਾਲ ਤੁਹਾਡੇ ਜਿਹੜੇ ਅਸੀਂ ਸਵਾਲ ਵੀ ਲੈਂਦੇ ਰਵਾਂਗੇ। ਰਚਨਾ ਜੀ, ਤੁਹਾਡਾ ਇਹ ਮੰਨਣਾ ਵੀ ਇਹ ਸਮਾਂ ਜਿਹੜਾ ਸਹੀ ਨਹੀਂ ਹੈ ਨਾ, ਕੋਵਿਡ ਦੇ ਹਾਲਾਤਾਂ 'ਚ ਅਸੀਂ ਹੈਗੇ ਹਾਂ, ਨੋ ਡਾਊਟ। ਹੁਣ ਅਸੀਂ ਇਹਨਾਂ ਦਿਨਾਂ ਦੇ ਵਿੱਚ ਵੀ ਦੇਖ ਰਹੇ ਹਾਂ ਕਿ ਕੇਸਿਸ ਫਿਰ ਤੋਂ ਅਪ ਜਾ ਰਹੇ ਨੇ, ਡੈਲਟਾ ਵੇਰੀਐਂਟ ਦੇ ਵੀ, COVID-19 ਦੇ ਵੀ, ਜਿਹਦੇ ਕਰਕੇ ਸਿਚੁਏਸ਼ਨ ਅਲੱਗ ਹੋਈ ਪਈ ਹੈ। ਅਜਿਹੇ ਸਮੇਂ ਦੇ ਵਿੱਚ ਇੱਕਦਮ ਜਿਹੜੀ ਕਾਲ ਕਰ ਦੇਣਾ ਇਲੈਕਸ਼ਨਸ ਦੀ, ਸੋ ਇਹ ਕਿਵੇਂ ਤੁਸੀਂ ਇਹਨੂੰ ਦੇਖਦੇ ਹੋ ਕਿ ਸਰਕਾਰ ਨੂੰ ਥੋੜਾ ਸਮਾਂ ਰੁਕ ਜਾਣਾ ਚਾਹੀਦਾ ਸੀਗਾ? ਮੈਂ ਅਜੇ ਫਿਰ ਕਹੂੰਗੀ ਕਿ ਜਿਹੜੇ ਸਾਡੇ ਫੈਡਰਲ ਕੋਈ ਕਾਊਂਟਰ ਪਾਰਟਸ ਹਨ, ਦੇ ਵੁੱਡ ਬੀ ਏਬਲ ਟੂ ਆਨਸਰ ਇਟ ਇਨ ਅ ਮਚ ਬੈਟਰ ਵੇ। ਪਰ ਹੈ ਕਿ ਮੈਂ ਇੱਕ ਸਰੀ ਦੀ ਵਸਨੀਕ ਹੋ ਕੇ ਐਂਡ ਜਿਹੜੇ ਕਮਿਊਨਿਟੀ 'ਚ ਵਿਚਰਦੀ ਹੈਗੀਆਂ ਤੇ ਉਹਦੇ ਹਿਸਾਬ ਨਾਲ ਮੈਨੂੰ ਲੱਗਦਾ ਸੀਗਾ ਕਿ ਦਿਸ ਟਾਈਮ ਵਾਸ ਨਾਟ ਰਾਈਟ, ਕਿਉਂਕਿ ਲੋਟ ਆਫ ਕ੍ਰਾਈਸਿਸ, we are in number of crises, not just the COVID ਦੀ ਵੈਕਸੀਨੇਸ਼ਨ has been great, ਪਰ ਅਜੇ ਵੀ ਅਸੀਂ ਜਾਣਦੇ ਹਾਂ ਕਿ ਡੈਲਟਾ ਵੇਰੀਐਂਟ ਕਿੰਨਾ ਜ਼ਿਆਦਾ, ਉਹਦਾ ਖਤਰਾ ਕਿੰਨਾ ਜ਼ਿਆਦਾ ਵੱਡਾ ਹੈਗਾ। ਪਲੱਸ ਇਫ ਆਈ ਲੁੱਕ ਐਟ ਦ ਸਰੀ in BC, the BC wildfires is a big issue, ਅਫਗਾਨਿਸਤਾਨ ਇਸ਼ੂ ਜਿਹੜਾ ਇੱਕ recently ਉੱਭਰ ਕੇ ਆਇਆ ਇਸ਼ੂ, that is, so I see from that point of view ਕਿ ਔਰ ਅਜੇ ਇਹਨਾਂ ਨੂੰ ਤਾਂ ਇਲੈਕਸ਼ਨ ਅਜੇ 2019 ਵਿੱਚ ਹੋਈ ਸੀਗੀ, ਸੋ they have a long way to go, so this is how I see it ਕਿ ਇਹਦੀ ਕੋਈ ਅਰਜੈਂਸੀ ਦੀ ਮੈਨੂੰ ਕੋਈ ਇੰਨੀ ਨੀਡ ਨਹੀਂ ਲੱਗ ਰਹੀ ਸੀਗੀ ਜੇ ਮੈਨੂੰ ਕੋਈ ਪਰਸਨਲੀ ਪੁੱਛੇ ਤਾਂ। ਪਰ ਹੈ ਕਿ ਨਾਲ ਹੀ ਨਾਲ ਬਟ ਵੀ ਨੋ ਕਿ ਅਸੀਂ ਇਹਦੇ ਬਾਰੇ ਕਿੰਨੇ ਦਿਨਾਂ ਤੋਂ, ਪਿਛਲੀ ਸਪ੍ਰਿੰਗ ਤੋਂ ਹੀ, ਮਾਰਚ ਤੋਂ ਇਹ ਗੱਲਾਂ ਚੱਲਣ ਲੱਗ ਗਈਆਂ ਸੀਗੀਆਂ ਕਿ ਜਸਟਿਨ ਟਰੂਡੋ ਇਲੈਕਸ਼ਨ ਕਰਾ ਦੇਣਗੇ। ਇਟ ਵਾਸ ਜਸਟ ਮੈਟਰ ਆਫ ਟਾਈਮ ਵੈਨ ਹੀ ਵੁੱਡ ਅਨਾਉਂਸ ਦੈਟ ਐਂਡ ਹੀ ਜਸਟ ਟੁਕ ਦੈਟ ਟਾਈਮ, ਉਹਨਾਂ ਨੂੰ ਲੱਗਿਆ ਕਿ ਇਹ ਠੀਕ ਟਾਈਮ ਹੈ ਤੇ ਉਹਨਾਂ ਨੇ ਅਨਾਉਂਸ ਕਰਾ। ਬਿਲਕੁਲ। ਖਰਚਾ ਜਦੋਂ ਇੱਕ ਇਲੈਕਸ਼ਨ ਕਰਵਾਈ ਜਾਂਦੀ ਹੈ ਰਚਨਾ ਜੀ, ਤਾਂ ਖਰਚਾ ਯਕੀਨਨ ਤੁਸੀਂ ਇਹ ਚੀਜ਼ ਜਾਣਦੇ ਹੋ ਬਹੁਤ ਜ਼ਿਆਦਾ ਹੋ ਜਾਂਦਾ। ਫੈਡਰਲ ਲੈਵਲ ਦੀ ਇਲੈਕਸ਼ਨ ਹੋਣੀ, ਨੋ ਡਾਊਟ ਬਹੁਤ ਜ਼ਿਆਦਾ ਖਰਚਾ ਹੋ ਰਿਹਾ, $1 ਟ੍ਰਿਲੀਅਨ ਤੱਕ ਦਾ ਗੱਲ ਕਹੀ ਗਈ ਹੈ ਔਰ ਇਸ ਤੋਂ ਇਲਾਵਾ ਹੋਰ ਸਰਕਾਰ ਨੇ ਖਰਚਾ ਜਿਹੜਾ ਇਹਦੇ ਵਿੱਚ ਐਡ ਕਰ ਦਿੱਤਾ ਹੈ। ਇੱਕ ਪਾਸੇ ਇਕਾਨਮੀ ਆਲਰੇਡੀ ਇੰਨੀ ਡਾਊਨ ਜਾ ਰਹੀ ਹੈ, ਉਹਦੇ ਨਾਲ ਅਸੀਂ ਫਾਈਟ ਕਰ ਰਹੇ ਹਾਂ ਸਾਰੇ ਜਣੇ ਔਰ ਉਹਦੀਆਂ ਰਿਪੋਰਟਾਂ ਵੀ ਠੀਕ ਅਜੇ ਤੱਕ ਨਹੀਂ ਆ ਰਹੀਆਂ। ਅਜਿਹੇ ਦੇ ਵਿੱਚ ਇੰਨਾ ਖਰਚਾ ਇਲੈਕਸ਼ਨਸ ਦੇ ਉੱਤੇ ਹੋ ਜਾਣਾ, ਕਿਵੇਂ ਨਿਕਲਾਂਗੇ ਇਸ ਚੀਜ਼ ਦੇ ਵਿੱਚੋਂ ਬਾਹਰ? It is, these are tough times, right? ਜੇ ਜਿੰਨਾ ਕੋਵਿਡ ਨੇ ਸਾਡੇ ਸਾਰਿਆਂ ਤੇ ਇੰਪੈਕਟ ਕੀਤਾ ਹੈਗਾ ਐਂਡ ਸਪੈਸ਼ਲੀ ਇੱਕ ਆਮ ਬੰਦੇ ਦੇ ਉੱਤੇ, ਦ ਟੈਕਸ ਪੇਅਰ ਜਿਹਦੀ ਬਦੌਲਤ ਸਰਕਾਰਾਂ ਚੱਲਦੀਆਂ ਹੈਗੀਆਂ। ਐਂਡ ਆਈ ਥਿੰਕ ਕਿ ਦਿਸ ਇਜ਼ ਐਨ ਓਪਰਚੁਨਿਟੀ ਫॉर दैट person to make this decision that whether this was the right decision or not. For us politicians, like ਸਾਡਾ ਇੱਕ ਡਿਫਰੈਂਟ ਨਜ਼ਰੀਆ ਹੁੰਦਾ ਕਿਸੇ ਵੀ ਇਲੈਕਸ਼ਨ ਨੂੰ ਦੇਖਣ ਦਾ, ਕਿਸੇ ਵੀ ਸਿਚੁਏਸ਼ਨ ਨੂੰ ਦੇਖਣ ਦਾ, ਬਟ ਆਈ ਥਿੰਕ ਕਿ ਇਨ ਦ ਕਮਿੰਗ ਡੇਜ਼ ਜਦ ਤੁਸੀਂ ਲੋਕਾਂ ਵਿੱਚ ਜ਼ਿਆਦਾ ਵਿਚਰੋਗੇ ਔਰ ਲੋਕਾਂ ਦੇ ਵਿਚਾਰ ਜ਼ਿਆਦਾ ਲਓਗੇ, ਉਹਨਾਂ ਤੋਂ ਜ਼ਿਆਦਾ ਪਤਾ ਚੱਲੇਗਾ ਕਿ ਉਹ ਹਾਊ ਦੇ ਟੇਕ ਥੀਸ ਥਿੰਗਸ ਐਂਡ ਕਿ ਉਹਨਾਂ ਨੂੰ ਲੱਗਦਾ ਕਿ ਇਹ ਜਿਹੜਾ ਇੰਨਾ ਭਾਰ ਉਹਨਾਂ ਦੇ ਉੱਤੇ ਪਾਇਆ ਜਾ ਰਿਹਾ ਕਿ whether that is right, ਔਰ ਜਿਹੜੇ ਰਿਜ਼ਲਟਸ ਹੈ ਸਾਨੂੰ ਪਤਾ ਹੈ 20 ਸਤੰਬਰ ਨੂੰ ਸਾਰੇ ਰਿਜ਼ਲਟਸ ਆ ਜਾਣੇ, ਐਂਡ that would be an indication whether people took this ਜਿਹੜੀ ਆ ਡਿਸੀਜਨ ਨੂੰ ਉਹਨਾਂ ਨੇ ਪੋਜ਼ਿਟਿਵ ਵੇ ਨਾਲ ਲਿਆ ਕਿ ਉਹਨਾਂ ਨੇ ਕਿਸ ਤਰ੍ਹਾਂ ਨਾਲ ਲਿਆ। ਤੇ ਆਈ ਥਿੰਕ ਇਟ ਇਜ਼ ਆਲ ਅਪ ਟੂ ਦੀ
constituents, it's all about the people, and it is and मैं कहूँगी कि सब तो ਵੱਡੀ ਤਾਕਤ ਇਸ ਵੇਲੇ ਲੋਕਾਂ ਦੀ ਹੈਗੀ ਹੈ to give that message very sound and clear। ਅੱਜ ਦੀ ਇਨਫਲੇਸ਼ਨ ਰਿਪੋਰਟ ਰਚਨਾ ਜੀ ਮੈਂ ਸਵੇਰੇ ਵੀ ਦੇਖ ਰਹੀ ਸੀ ਕਿ ਜਿਹੜੀ ਆਈ ਹੈ ਜੁਲਾਈ ਦੇ ਮਹੀਨੇ ਦੀ ਜੇ ਗੱਲ ਕੀਤੀ ਜਾਏ ਤਾਂ ਉਹਨੂੰ ਜਦੋਂ ਕਾਊਂਟ ਕੀਤਾ ਗਿਆ ਤਾਂ ਉਹਦੇ ਅਕੋਰਡਿੰਗਲੀ ਜਿਹੜੀ ਮਹਿੰਗਾਈ ਦਰ ਹੈ ਆਲਰੇਡੀ ਬਹੁਤ ਵੱਧ ਰਹੀ ਹੈ ਤੇ ਲੋਕਾਂ ਦੇ ਦਿਮਾਗ ਦੇ ਵਿੱਚ ਤਾਂ ਪਹਿਲਾਂ ਹੀ ਇਹ ਪੈ ਗਿਆ ਵੀ ਹੁਣ ਬਹੁਤ ਸਾਰੇ ਚੀਜ਼ਾਂ ਦੇ ਰੇਟ ਵਧਣ ਜਾ ਰਹੇ ਨੇ, ਚਾਹੇ ਉਹ ਗੈਸ ਦੀ ਗੱਲ ਕਰ ਲਈਏ, ਚਾਹੇ ਹੋਰ ਜਿਸ ਤਰੀਕੇ ਨਾਲ ਗਰੋਸਰੀ ਦੇ ਵਿੱਚ ਵੀ ਕਈ ਚੀਜ਼ਾਂ ਦੇ ਵਿੱਚ ਹਾਈ ਰੇਟਸ ਜਾ ਰਹੇ ਨੇ। ਸੋ ਕਿਹੜੀਆਂ ਚੀਜ਼ਾਂ ਤੁਹਾਨੂੰ ਲੱਗ ਰਹੀਆਂ ਵੀ ਹੁਣ ਇਹਨਾਂ ਦੇ ਉੱਤੇ ਮਹਿੰਗਾਈ ਦਾ ਜਿਹੜਾ ਉਹ ਬੰਬ ਡਿੱਗਣ ਵਾਲਾ ਹੈ? ਜੀ ਬਿਲਕੁਲ, ਅੱਜ ਮੈਂ ਵੀ ਉਹੀ ਖਬਰ ਪੜ੍ਹ ਰਹੀ ਸੀ CBC ਦੇ ਉੱਤੇ, ਐਂਡ ਆਫਟਰ ਈਅਰਸ ਮਤਲਬ ਕਿ ਇਹ ਵਾਲੀ ਜਿਹੜੀ ਇਨਫਲੇਸ਼ਨ ਰੇਟ 3% ਤੋਂ ਉੱਤੇ ਚਲਾ ਗਿਆ, ਵਿਚ ਇਜ਼ ਵੈਰੀ ਵੈਰੀ ਕੰਸਰਨਿੰਗ। ਇਹਦਾ ਅੰਦਾਜ਼ ਜਿਹੜਾ people were worried about it with the COVID ਜਿਹੜਾ ਇਕਨੋਮੀ ਇੰਨੀ ਡਾਊਨ ਹੋਈ ਸੀਗੀ, ਔਰ ਮੈਨੂੰ ਲੱਗਦਾ ਹੈਗਾ ਕਿ ਜੇ ਮੈਂ ਲੋਕਲ ਪਰਸਪੈਕਟਿਵ ਤੋਂ ਦੇਖਾਂ, ਜਿਹੜੇ ਇੱਕ ਆਮ ਬੰਦੇ ਦੀ ਪਰਸਪੈਕਟਿਵ ਤੋਂ ਦੇਖਾਂ, ਜੇ ਤੁਸੀਂ ਰੀਸੈਂਟਲੀ ਜਿਵੇਂ ਦੇਖਿਆ ਯੂਜੂਅਲੀ ਕੀ ਹੁੰਦਾ ਜਦ ਇਨਫਲੇਸ਼ਨ ਰੇਟ ਉੱਤੇ ਜਾਂਦਾ ਉਹਦੇ ਨਾਲ ਇੰਟਰਸਟ ਰੇਟਸ ਤੇ ਬਹੁਤ ਜ਼ਿਆਦਾ ਅਸਰ ਪੈਂਦਾ, ਜਿਹੜੇ ਬੈਂਕ ਦੇ ਰੇਟਸ ਹੈਗੇ। ਐਂਡ ਆਈ ਥਿੰਕ ਦ ਬਿਗੇਸਟ ਥਿੰਗ ਸਪੈਸ਼ਲੀ ਇਨ ਦ ਸਰੀ ਡੈਲਟਾ ਜਿਹੜਾ ਲੋਅਰ ਮੇਨਲੈਂਡ ਵਿੱਚ ਜਿਹੜਾ ਇਸ਼ੂ ਚੱਲ ਰਿਹਾ ਸੀਗਾ ਹਾਊਸਿੰਗ ਦਾ ਸੀਗਾ, ਐਂਡ ਦ ਹਾਊਸਿੰਗ ਬੂਮ ਦੈਟ ਵਾਜ਼ ਦੇਅਰ, ਲਾਈਕ ਲੋਕੀ ਧੜਾ-ਧੜ ਘਰ ਖਰੀਦ ਰਹੇ ਔਰ ਮਹਿੰਗੇ ਤੋਂ ਮਹਿੰਗਾ ਘਰ ਖਰੀਦ ਰਹੇ। ਆਈ ਥਿੰਕ ਦੈਟ ਵੁੱਡ ਬੀ ਅ ਕੰਸਰਨ। ਮੈਨੂੰ ਜਦ ਲੋਕਾਂ, ਮੈਂ ਵੀ ਦੇਖ ਰਹੀ ਸੀਗੀ ਮੇਰੇ ਆਸ-ਪਾਸ ਵੀ ਘਰ ਜਦ ਲੱਗਦਾ ਤੇ ਉਹਦੇ ਤੇ ਬਿਡਸ ਹੋ ਰਹੀਆਂ ਹੈਗੀਆਂ, ਦ ਹਾਊਸ ਇਜ਼ ਸੈਲਿੰਗ ਐਟ ਐਨ ਓਵਰ ਪ੍ਰਾਈਸਡ ਵੇ ਨਾਲ ਜਾ ਰਿਹਾ ਹੈਗਾ। ਸੋ ਦੈਟਸ ਵਾਟ ਪੀਪਲ ਨੀਡ ਟੂ ਵਰੀ ਅਬਾਊਟ। ਜਦ ਤੁਸੀਂ ਇੰਨਾ ਜ਼ਿਆਦਾ ਕਰਜ਼ਾ ਲਿਆ ਹੋਇਆ ਹੈ ਜਿਹੜਾ ਇੱਕ ਲੋ ਇੰਟਰਸਟ ਤੇ ਜਦ ਤੁਸੀਂ ਲਿਆ ਤਾਂ ਤੁਹਾਨੂੰ ਲੱਗਦਾ ਕਿ ਇਟਸ ਅ ਵਾਇਬਲ ਥਿੰਗ, ਪਰ ਨਾਓ ਵਿਦ ਦ ਇਨਫਲੇਸ਼ਨ ਰੇਟ, ਜਦ ਇਨਫਲੇਸ਼ਨ ਨੂੰ ਕੰਟਰੋਲ ਕਰਨ ਲਈ ਜਿਹੜੇ ਰੇਟਸ ਹੈਗੇ ਹੈ ਉਹਨਾਂ ਨੂੰ ਐਡਜਸਟ ਕੀਤਾ ਜਾਂਦਾ ਹੈਗਾ। ਜਿਹੜੇ ਰੇਟਸ ਹਿਸਟੋਰਿਕ ਪਿਛਲੇ ਕਾਫੀ ਸਾਲਾਂ ਤੋਂ ਬਹੁਤ ਲੋ ਰਹੇ ਹੈਗੇ, ਔਰ ਮੈਨੂੰ ਹੁਣ ਇਹ ਡਰ ਹੈ ਕਿ ਕਿਤੇ ਜੇ ਉਹ ਰੇਟਸ ਉੱਤੇ ਚਲੇ ਜਾਣਗੇ, ਆਈ ਐਮ ਨਾਟ ਐਨ ਇਕੋਨਮਿਸਟ, ਪਰ ਜਸਟ ਲਾਈਕ ਜਿਹੜੀਆਂ ਗੱਲਾਂ ਮੈਂ ਜਾਣਦੀ ਹੈਗੀ ਇਕਨੋਮੀ ਬਾਰੇ ਉਸ ਹਿਸਾਬ ਨਾਲ ਮੈਂ ਜੇ ਕਹਿ ਰਹੀ ਹਾਂ ਕਿ ਦਿਸ ਵੁੱਡ ਬੀ ਰੀਅਲੀ ਅ ਟਰਨਿੰਗ ਪੁਆਇੰਟ ਫॉर ਲੋਟ ਆਫ ਪੀਪਲ ਐਂਡ ਵੈਰੀ ਕੰਸਰਨਿੰਗ ਫॉर ਦੈਮ। ਬਿਲਕੁਲ। ਸੋ ਅਜਿਹੇ ਦੇ ਵਿੱਚ ਸਰਕਾਰਾਂ ਕੀ ਰੋਲ ਨਿਭਾ ਸਕਦੀਆਂ ਨੇ, ਕਿਉਂਕਿ ਇੱਕ ਉਹ ਕ੍ਰਾਈਸਿਸ ਜਿਹੜਾ ਸਾਨੂੰ ਸਾਡੇ ਸਾਹਮਣੇ ਦਿਖ ਰਿਹਾ, ਜਿਹਦੀ ਸ਼ੁਰੂਆਤ ਆਲਰੇਡੀ ਹੋ ਚੁੱਕੀ ਹੈ। ਹੁਣੇ ਅਸੀਂ ਜਿਵੇਂ ਗੱਲ ਕਰ ਰਹੇ ਸੀ ਵੀ ਇਲੈਕਸ਼ਨਾਂ ਦੇ ਉੱਤੇ ਇੰਨਾ ਜ਼ਿਆਦਾ ਖਰਚਾ ਹੁੰਦਾ ਹੈ, ਇੱਕ ਆਲਰੇਡੀ ਅਸੀਂ ਇਹਨਾਂ ਚੀਜ਼ਾਂ ਦੇ ਨਾਲ ਜੂਝ ਰਹੇ ਹਾਂ ਕਿਉਂਕਿ ਇੱਕ ਬਿਮਾਰੀ ਦੇ ਵਿੱਚ ਅਸੀਂ ਹਜੇ ਵੀ ਹੈਗੇ ਹਾਂ, ਜਿਹਦੇ ਕਰਕੇ ਇਕਨੋਮੀ ਸਾਡੀ ਡਾਊਨ ਜਾ ਰਹੀ ਹੈ, ਅਸੀਂ ਇਕਨੋਮੀ ਨਾਲ ਵੀ ਲੜ ਰਹੇ ਹਾਂ। ਸੋ ਅਜਿਹੇ ਦੇ ਵਿੱਚ ਇੱਦਾਂ ਦੀ ਰਿਪੋਰਟ ਵੀ ਆ ਜਾਣੀ, ਇਹ ਤਾਂ ਆਲਰੇਡੀ ਇੱਕ ਇੱਦਾਂ ਦੀ ਸਿਚੁਏਸ਼ਨ ਹੈ ਜਿਹਦੇ ਤੋਂ ਉੱਭਰਨਾ ਤਾਂ ਸਾਨੂੰ ਪਏਗਾ। ਸੋ ਆਪਣੇ ਤੌਰ ਦੇ ਉੱਤੇ ਸੂਬਾ ਸਰਕਾਰਾਂ ਮਿਲ ਕੇ ਇਹਦੇ ਲਈ ਕੁਝ ਕਰਨਗੀਆਂ? ਬਿਲਕੁਲ, ਆਈ ਥਿੰਕ ਕਿ ਐਵਰੀ ਗਵਰਨਮੈਂਟ ਸ਼ੁੱਡ ਬੀ ਕਮਿਟਡ, ਕਿਉਂਕਿ ਲੋਕਾਂ ਨੂੰ ਮੁੱਦਾ ਮੇਨ ਰੱਖ ਕੇ, ਮੈਂ ਆਪਣੀ ਸਰਕਾਰ ਦੀ ਤਾਂ ਹਮੇਸ਼ਾ ਗੱਲ ਕਹੂੰਗੀ ਕਿ ਹਮੇਸ਼ਾ ਅਸੀਂ ਲੋਕਾਂ ਨੂੰ ਅੱਗੇ ਰੱਖਿਆ ਹੈਗਾ। ਜੇ ਔਰ ਉਹਨਾਂ ਦੇ ਇਸ਼ੂਜ਼ ਨੂੰ ਜਦ ਤੋਂ ਕੋਵਿਡ ਚੱਲ ਰਿਹਾ ਹੈਗਾ, ਅਸੀਂ ਹਰ ਕੁਝ ਕੋਈ ਵੀ ਜਿਹੜੀ ਵੀ ਸਾਇੰਟੀਫਿਕ ਤਰੀਕੇ ਨਾਲ ਉਹਨੂੰ ਡੀਲ ਕੀਤਾ ਹੈਗਾ, ਐਂਡ BC ਨੂੰ ਇਸ ਚੀਜ਼ ਲਈ ਬਹੁਤ ਜ਼ਿਆਦਾ applaud ਵੀ ਕੀਤਾ ਗਿਆ ਕਿ how BC has handled COVID. So I think that the provincial governments, the federal governments need to work together. ਔਰ ਉਹਦਾ ਇੱਕ ਐਗਜ਼ਾਮਪਲ ਅਸੀਂ ਦੇਖਿਆ ਵੀ ਹੈਗਾ ਕਿ we have worked together with the federal government, and ਸਾਡੀ ਉਮੀਦ ਆਈ ਹੈ ਕਿ ਅਗਲੇ ਜਦ ਇਹ ਚੋਣ ਦਾ ਜਿਹੜਾ ਵੀ ਰਿਜ਼ਲਟ ਹੋਏਗਾ, ਕੋਈ ਵੀ ਸਰਕਾਰ ਹੋਏਗੀ, that the BC government will be working very closely, because ਸਾਡਾ ਮੇਨ ਵਰੀ ਹੈਗੀ ਹੈ ਦ ਪੀਪਲ, ਔਰ ਉਹਨਾਂ ਦੇ ਮੁੱਦੇ ਬੇਸ਼ੱਕ ਉਹ ਉਹਨਾਂ ਦੇ ਇਕਨੋਮੀ ਰਿਲੇਟਡ ਮੁੱਦੇ ਹੈਗੇ ਜਾਂ ਉਹਨਾਂ ਦੇ ਹੈਲਥ ਰਿਲੇਟਡ ਮੁੱਦੇ ਹੈਗੇ ਹੈ, ਔਰ ਦਿਸ ਲਾਈਕ ਐਨੀ ਨਿਊ ਡਿਵੈਲਪਮੈਂਟ ਦੈਟ ਕਮਸ, ਲਾਈਕ ਅੱਜ ਦੀ ਜਿਹੜੀ ਰਿਪੋਰਟ ਆਣੀ ਇਨਫਲੇਸ਼ਨ ਦੀ, ਦੈਟ ਇਜ਼ ਅ ਕੰਸਰਨਿੰਗ ਰਿਪੋਰਟ, ਐਂਡ ਵੀ ਨੀਡ ਟੂ ਵਰਕ ਟੂਗੇਦਰ, ਆਲ ਲੈਵਲਸ ਆਫ ਦ ਗਵਰਨਮੈਂਟ ਨੀਡ ਟੂ ਵਰਕ ਟੂਗੇਦਰ ਔਨ ਦੈਟ। ਬਿਲਕੁਲ। ਸੋ ਜਿਹੜਾ ਰਚਨਾ ਜੀ ਕਨਸੈਪਟ ਦਿੱਤਾ ਗਿਆ ਸੀਗਾ ਕਿ ਜਿਹੜੀਆਂ ਇਲੈਕਸ਼ਨਸ ਹੈ ਨਾ ਉਹ ਇੱਕ ਮਹੀਨਾ ਚੂਜ਼ ਕਰਨ ਦੀ ਗੱਲ ਕਹੀ ਗਈ ਸੀਗੀ ਵੀ ਅਕਤੂਬਰ ਦੇ ਵਿੱਚ ਹੋ ਜਾਣ, ਤਾਂ ਕਿ ਜਿੰਨਾ ਵੀ ਜਿਹੜੀ ਐਨਰਜੀ ਲੱਗਣੀ ਆ ਉਹ ਅਕਤੂਬਰ ਮਹੀਨੇ ਦੇ ਵਿੱਚ ਹੋ ਕੇ ਫਿਨਿਸ਼, ਸਾਰੇ ਉਸ ਤੋਂ ਬਾਅਦ ਫ੍ਰੀ ਹੋ ਜਾਣ, ਆਪਣੇ ਕੰਮਾਂ ਕਾਰਾਂ ਦੇ ਵਿੱਚ ਲੱਗ ਜਾਣ। ਸੋ ਇਹ ਕਨਸੈਪਟ ਜਿਹੜਾ ਹੈ ਇਹ ਜ਼ਿਆਦਾ ਚੱਲਿਆ ਨਹੀਂ, ਕਈ ਪ੍ਰੋਵਿੰਸੀਅਸ ਚੀਜ਼ ਨੂੰ ਮੰਨ ਵੀ ਗਏ ਸੀਗੇ, ਕਈਆਂ ਨੇ ਥੋੜੀ ਜਿਹੀ ਇਹਦੇ ਵਿੱਚ ਨੁਕਤਾਚੀਨੀ ਕੀਤੀ। ਤੁਹਾਡਾ ਇਸ ਕਨਸੈਪਟ ਦੇ ਉੱਤੇ ਕੀ ਕਹਿਣਾ ਹੈ? ਤੁਸੀਂ ਮੰਨਦੇ ਹੋ ਵੀ ਇਹ ਕਨਸੈਪਟ, ਕਿਉਂਕਿ ਹਜੇ ਵੀ ਇਹ ਡਾਵਾਡੋਲ ਹੈ, ਇਹ ਇੰਪਲੀਮੈਂਟੇਸ਼ਨ ਇਹ ਤੇ ਨਹੀਂ ਹੋ ਰਹੀ ਔਰ ਡਾਵਾਡੋਲ ਜਿਹਾ ਹੀ ਚੱਲੀ ਜਾਂਦਾ ਹੈ। ਸੋ ਤੁਹਾਡਾ ਮੰਨਣਾ ਹੈਗਾ ਵੀ ਇਹਦੀ ਲੋੜ ਹੈਗੀ ਔਰ ਇਦਾਂ ਦਾ ਕਨਸੈਪਟ ਜਿਹੜਾ ਉਹ ਆ ਜਾਣਾ ਚਾਹੀਦਾ ਹੈ ਕਿ 21 ਮਹੀਨੇ ਦੇ ਵਿੱਚ ਇਲੈਕਸ਼ਨਸ ਜਿਹੜੀਆਂ ਉਹ ਕਾਲ ਕਰ ਦਿੱਤੀਆਂ ਜਾਣ? ਜਿਹੜਾ ਟਾਈਮ ਪੀਰੀਅਡ ਤੁਸੀਂ ਕਹਿ ਰਹੇ ਹੋ ਕੈਂਪੇਨ ਦਾ ਪੀਰੀਅਡ ਥੋੜਾ ਕਰਨਾ, ਇਟ ਇਜ਼ ਅਪ ਟੂ ਦੀ ਜਿਹੜੀਆਂ, ਕਿਉਂਕਿ ਆਬਵੀਅਸਲੀ ਜਿਹੜੀ ਰੂਲਿੰਗ ਸਰਕਾਰ ਹੁੰਦੀ ਹੈ ਉਹਦੇ ਕੋਲ ਬਹੁਤ ਪਾਵਰ ਹੁੰਦੀ ਹੈ ਟੂ ਮੇਕ ਦੈਟ ਡਿਸੀਜਨ, ਤੇ ਉਹਨਾਂ ਨੂੰ ਇਹ ਲੱਗਿਆ ਕਿ ਜਦ ਤੁਸੀਂ ਆਪਣੀ ਇੰਟਰੋਡਕਸ਼ਨ 'ਚ ਵੀ ਕਹਿ ਰਹੇ ਸੀਗੇ ਕਿ ਉਹਨਾਂ ਨੂੰ ਲੱਗਦਾ ਕਿ ਦੇ ਹੈਵ ਉਹਨਾਂ ਦੇ ਨੰਬਰਸ ਅੱਛੇ ਹੈਗੇ ਹੈ, ਮੇਬੀ देयर फाइनेंशियल रिसोर्सेज आर बेटर,
who knows right like ਕਿਉਂਕਿ ਜਿਹੜੇ ਅੰਦਰ ਜਿਹੜੇ ਬੰਦੇ ਬੈਠੇ ਹੋ ਉਹ ਪਰ ਜਿਹੜੀ ਆਪੋਜੀਸ਼ਨ ਪਾਰਟੀਆਂ ਹੈਗੀਆਂ ਆਈ ਥਿੰਕ ਕਿ ਦੇ ਨੀਡ ਟੂ ਮੇਕ ਇਟ ਵੈਰੀ ਕਲੀਅਰ ਕਿ ਉਹਨਾਂ ਲਈ ਇਹ ਠੀਕ ਕੰਮ ਕਰ ਰਿਹਾ ਹੈਗਾ ਇੱਕ ਧਿਰ ਲਈ ਠੀਕ ਕੰਮ ਕਰ ਰਿਹਾ ਜਾਂ ਦੂਜੀ ਲਈ ਨਹੀਂ ਕਰ ਰਿਹਾ ਆਈ ਐਮ ਸ਼ੋਰ ਕਿ ਤੁਹਾਡੇ ਕੋਲ ਤਾਂ ਡਿਫਰੈਂਟ ਤਰ੍ਹਾਂ ਦੇ ਬੰਦੇ ਆਣਗੇ ਉਹ ਦੱਸਣਗੇ ਕਿ ਕਿਵੇਂ ਹੈ ਪਰ ਕੈਂਪੇਨ ਪੀਰੀਅਡ ਛੋਟਾ ਕਰਨ ਦਾ ਮੈਂ ਜੇ ਵੈਸੇ ਸੋਚਾਂ ਕਿ ਕੈਂਪੇਨ ਪੀਰੀਅਡ ਛੋਟਾ ਕਰਨ ਦਾ ਸਪੈਸ਼ਲੀ ਇਨ ਵੈਨ ਵੀ ਆਰ ਇਨ ਅ ਕ੍ਰਾਈਸਿਸ ਉਹਦੇ ਕਈ ਐਡਵਾਂਟੇजेस ਹੁੰਦੇ ਆ ਕਿ ਜਦ ਤੁਸੀਂ ਇਲੈਕਸ਼ਨ ਕਰਾਣੀ ਹੈਗੀ ਹੈ ਰਾਦਰ ਦੈਨ ਪ੍ਰੋਲੋਂਗਿੰਗ ਇਟ just getting it done because we have so many things to deal with and jad hun una te jehdi nukta chini vi hai ho rahi hai ki when we are in a state of such instability why call an election te mainu uda naal eh lagda hai ki when they have called the election they didn't give it much time ki oh jaldi jehda campaign period khatam karke election karke they just want to get the mandate and get going that's how I see it par hai ki ਬਾਕੀ ਡਿਫਰੈਂਟ ਪਾਰਟੀਜ਼ ਆਪੋਜੀਸ਼ਨ ਪਾਰਟੀਜ਼ ਕਿਵੇਂ ਦੇਖ ਰਹੀਆਂ ਹੈਗੀਆਂ ਉਹਨਾਂ ਦਾ ਨਜ਼ਰੀਆ ਕੀ ਹੈਗਾ ਵੀ ਨੀਡ ਟੂ ਫਾਈਂਡ BC NDP ਨੂੰ ਕੀ ਲੱਗਦਾ ਹੈ ਕਿ ਲਿਬਰਲ ਮੈਜੋਰਿਟੀ ਲੈ ਜਾਣਗੇ it is very hard to say I think ਕਿ there would be some very tough fights ਮੈਂ ਸਰੀ ਵਿੱਚ ਜੇ ਦੇਖਦੀ ਹੈਗੀਆਂ ਤੇ we have some very strong candidates and ਉਹ ਆਪਣਾ they will make the sitting MPs ਉਹਨਾਂ ਨੂੰ ਅਕਾਊਂਟੇਬਲ ਬਣਾਉਣਗੇ ਸਭ ਤੋਂ ਜ਼ਿਆਦਾ ਜਿਹੜੀ ਗੱਲ ਹੁੰਦੀ ਹੈ ਕਿਸੇ ਵੀ ਇਲੈਕਸ਼ਨ ਵਿੱਚ ਕਿ ਜਦ ਵੀ ਕੋਈ ਪਲੇਟਫਾਰਮ ਆਉਂਦਾ ਹੈਗਾ ਤੁਸੀਂ ਇਹ ਦੇਖਣਾ ਹੁੰਦਾ ਕਿ ਕਿਸੇ ਪਾਰਟੀ ਦਾ ਰੈਕੋਰਡ ਕੀ ਰਿਹਾ ਹੈਗਾ ਮੈਂ ਜੇ ਹਾਲਾਂਕਿ ਅਸੀਂ ਤਾਂ ਪ੍ਰੋਵਿੰਸ਼ੀਅਲ ਲੈਵਲ ਤੇ ਹੈਗੇ ਪਰ ਮੈਂ ਸਿਰਫ ਇਹ ਕਹੂੰਗੀ ਕਿ ਫੈਡਰਲ ਜਿਹੜੇ ਲੀਡਰ ਹੈਗੇ ਜਗਮੀਤ ਸਿੰਘ in his role as the opposition leader ਉਹਨਾਂ ਨੇ ਕਈ ਚੀਜ਼ਾਂ ਨੂੰ ਜਿਹੜੇ ਉਹਨਾਂ ਦੇ ਐਕਸ਼ਨ ਹੈਗੇ ਉਹਨਾਂ ਨੂੰ ਕੰਕਰੀਟ ਕਰਾਇਆ ਹੈ ਹੀ ਇਜ਼ ਮੇਡ ਜਸਟਿਨ ਟਰੂਡੋ ਅਕਾਊਂਟੇਬਲ ਔਰ ਜੇ ਪਿਛਲਾ ਸਾਲ ਸੀਗਾ ਜਿਹੜਾ ਕੋਵਿਡ ਰਿਲੇਟਡ ਸਾਲ ਰਿਹਾ ਹੈਗਾ ਕੋਵਿਡ ਦੇ ਨਾਲ ਅਸੀਂ ਸਾਰੇ ਜੂਝਦੇ ਰਹੇ ਹੈਗੇ ਕੋਵਿਡ ਰਿਲੇਟਡ ਜਿਹੜੇ ਰਿਸੋਰਸਸ ਮਿਲੇ ਜਿਹਦਾ ਜਸਟਿਨ ਟਰੂਡੋ ਬਹੁਤ ਜ਼ਿਆਦਾ ਆਈ ਥਿੰਕ ਕਿ ਹੀ ਟੇਕਸ ਦਾ ਕ੍ਰੈਡਿਟ ਕਿ ਉਹਨਾਂ ਨੇ ਬਹੁਤ ਲੋਕਾਂ ਦਾ ਧਿਆਨ ਰੱਖਿਆ ਪਰ ਨਾਲ ਦੀ ਨਾਲ ਸਾਨੂੰ ਇਹ ਵੀ ਦੇਖਣਾ ਪਏਗਾ ਕਿ ਉਹ ਜਿਹੜਾ ਧਿਆਨ ਰੱਖਿਆ ਹੈਗਾ ਉਹਨਾਂ ਨੂੰ ਅਕਾਊਂਟੇਬਲ ਕਿੰਨੇ ਬਣਾਇਆ ਹੈਗਾ ਤੇ ਜਗਮੀਤ ਸਿੰਘ ਆਈ ਥਿੰਕ ਹੈਜ਼ ਵਰਕਡ ਰੀਲੀ ਹਾਰਡ ਟੂ ਮੇਕ ਵੈਦਰ ਗਿਵਿੰਗ ਦਾ ਜਿਹੜੇ ਇਹ ਕੋਵਿਡ ਦੇ ਜਿਹੜਾ ਸਰਬ ਹੈਗਾ ਉਹਦੀ ਐਕਸਟੈਂਸ਼ਨ ਹੋਣੀ ਸਰਬ ਦਾ ਜਿਹੜਾ ਦਾਇਰਾ ਉਹਨੂੰ ਵਧਾਉਣ ਦੀ ਗੱਲ ਕਰਨੀ ਜਿਹੜੇ ਲੌਂਗ ਟਰਮ ਕੇਅਰਸ ਦੀ ਜਿਹੜੀ ਫੈਸਿਲਿਟੀਜ਼ ਹੈਗੀਆਂ ਉਹਨਾਂ ਨੂੰ ਜ਼ਿਆਦਾ ਸੁਰੱਖਿਅਤ ਕਰਨਾ ਜਿਹੜੀ ਹੈ ਚਾਈਲਡ ਕੇਅਰ ਪਲਾਨ ਦੀ ਵੀ ਜਿਹੜੀ ਹੁਣ ਗੱਲ ਚੱਲ ਰਹੀ ਹੈਗੀ ਹੈ NDP ਤਾਂ ਬਹੁਤ ਦੇਰ ਤੋਂ ਇਹਦੇ ਲਈ ਐਡਵੋਕੇਟ ਕਰ ਰਹੀ ਹੈ ਕਿ ਸੋ ਲੋਟ ਆਫ ਦਿਸ ਮੁੱਦੇ ਔਰ ਮੈਨੂੰ ਇਹ ਲੱਗਦਾ ਕਿ ਮਿਨੋਰਿਟੀ ਜਾਂ ਸਰਕਾਰਾਂ ਹੁੰਦੀਆਂ ਹੈਗੀਆਂ ਉਹਨਾਂ ਦਾ ਫਾਇਦਾ ਇੱਕ ਆਮ ਜਿਹੜੇ ਬੰਦੇ ਨੂੰ ਜ਼ਿਆਦਾ ਹੁੰਦਾ ਕਿਉਂਕਿ ਉਹ ਤਾਂ ਅਕਾਊਂਟੇਬਲ ਜ਼ਿਆਦਾ ਹੁੰਦੀਆਂ ਸਰਕਾਰਾਂ ਤੇ ਉਹਨਾਂ ਨੂੰ ਅਕਾਊਂਟੇਬਲ ਜਿਹੜੀ ਹੈ ਮਿਨੋਰਿਟੀ ਸਰਕਾਰ ਨੂੰ ਅਕਾਊਂਟੇਬਲ ਰੱਖਣ ਵਿੱਚ ਜਗਮੀਤ ਸਿੰਘ ਆਈ ਥਿੰਕ ਹੀ ਹੈਜ਼ ਬੀਨ ਵੈਰੀ ਸਕਸੈਸਫੁਲ ਵੈਸੇ ਤੁਹਾਨੂੰ ਨਹੀਂ ਲੱਗਦਾ ਵੀ ਠੀਕ ਹੈ ਕਿਤੇ ਨਾ ਕਿਤੇ ਤਾਂ ਲਿਬਰਲ ਨੇ ਆਪਣਾ ਰੋਲ ਜਿਹੜਾ ਫੈਡਰਲ ਗਵਰਨਮੈਂਟ ਨੇ ਆਪਣੇ ਤੌਰ ਦੇ ਉੱਤੇ ਨਿਭਾਇਆ ਕੋਵਿਡ ਸਿਚੁਏਸ਼ਨ ਦੀ ਜੇ ਗੱਲ ਕਰ ਲਈ ਤਾਂ ਲੋਕਾਂ ਨੂੰ ਜਿਹੜੀਆਂ ਚੀਜ਼ਾਂ ਦੀ ਜਿਹੜੀਆਂ ਸਹੂਲਤਾਂ ਦੀ ਲੋੜ ਸੀ ਉਸ ਟਾਈਮ ਦੇ ਉੱਤੇ ਉਸ ਕ੍ਰਾਈਸਿਸ ਦੇ ਵਿੱਚੋਂ ਕੱਢਣ ਦੇ ਵਿੱਚ ਕਾਫੀ ਹੱਦ ਤੱਕ ਹੈਲਪ ਕੀਤੀ ਹੈ ਸੋ ਤੁਹਾਨੂੰ ਲੱਗਦਾ ਵੈਸੇ ਆਪਣੇ ਤੌਰ ਦੇ ਉੱਤੇ ਜੀ ਮੈਨੂੰ what I've heard around people have been ਉਹਨਾਂ ਨੂੰ ਇਹ ਲੱਗਦਾ ਕਿਉਂਕਿ we were in a crisis ਔਰ ਸਰਕਾਰਾਂ ਦਾ ਕੰਮ ਹੁੰਦਾ ਕਿ ਕ੍ਰਾਈਸਿਸ ਵੇਲੇ ਉਹਨਾਂ ਦੀ ਜਿਹੜੀ ਉਹਨਾਂ ਦੀ ਬੇਸਿਕ ਲੋੜ ਹੈਗੀ ਹੈ ਔਰ ਬੇਸਿਕ ਲੋੜ ਕੀ ਸੀਗੀ ਕਿ ਉਹਨਾਂ ਦੀ ਰੋਜ਼ੀ ਰੋਟੀ ਚੱਲੇ ਜੇ ਉਹਨਾਂ ਦਾ ਕੰਮ ਹੈਗਾ ਉਹ ਚੱਲ ਰਿਹਾ ਹੈਗਾ ਉਹਦੇ ਕਈ ਨੈਗੇਟਿਵ ਐਸਪੈਕਟਸ ਵੀ ਅਸੀਂ ਸੁਣੇ ਹੈਗੇ ਪਰ ਆਈ ਥਿੰਕ ਕਿ ਸਰਕਾਰ ਨੇ ਇੱਕ ਕੰਮ ਜ਼ਰੂਰ ਕੀਤਾ ਹੈ ਕਿ ਦੇ worried about the people and they gave them the resources ਉਹ resources ਕਿਵੇਂ ਦਿੱਤੇ ਗਏ that is another question like a lot of people have questioned that too ਕਿ ਐਵੇਂ ਜਿਵੇਂ ਬਹੁਤ ਜ਼ਿਆਦਾ ਪੈਸਾ ਦੇ ਦਿੱਤਾ ਗਿਆ ਜਿਹੜਾ ਹਾਊਸਿੰਗ ਮਾਰਕੀਟ ਬਾਰੇ ਮੈਂ ਸੁਣ ਰਹੀ ਹੈਗੀ ਆ ਕਿ ਜਿਹੜੀ ਹਾਊਸਿੰਗ ਮਾਰਕੀਟ ਇੰਨੀ ਬੂਮ ਕੀਤੀ ਹੈਗੀ ਹੈ like people got more money than they should have ਪਰ ਮੈਨੂੰ ਇਹ ਲੱਗਦਾ ਕਿ ਜਦ ਇੱਕ ਕ੍ਰਾਈਸਿਸ ਸਿਚੁਏਸ਼ਨ ਹੈ ਕਿ ਇੱਕ ਸਰਕਾਰ ਦੇ ਉਸ ਪੱਖੋਂ ਮੈਂ ਕਹੂੰਗੀ ਕਿ they have taken care of the communities of the people ਕਿ ਉਹਨਾਂ ਨੂੰ at least they don't have to worry about ਉਹਨਾਂ ਦੀ ਰੋਜ਼ਮਰਰਾ ਦੀ ਜ਼ਿੰਦਗੀ ਬਾਰੇ how long term it impacts us ਪਰ ਇਹ ਕਿ ਜਿਹੜੇ ਇਹ ਫੈਸਲੇ ਕੀਤੇ ਗਏ ਸਰਕਾਰ ਨੇ ਡੈਫੀਨੇਟਲੀ because they were in the ਸਰਕਾਰ they did it ਪਰ ਉਹਨਾਂ ਨੂੰ ਐਡਵੋਕੇਟ ਕਰਨ ਲਈ ਆਪੋਜੀਸ਼ਨ ਪਾਰਟੀਆਂ ਨੇ ਵੀ ਆਪਣਾ ਰੋਲ ਅਦਾ ਕੀਤਾ ਹੈਗਾ ਰਚਨਾ ਜੀ ਤੁਹਾਨੂੰ ਕੀ ਲੱਗਦਾ ਹੈ ਇਸ ਇਲੈਕਸ਼ਨਸ ਤੋਂ ਬਾਅਦ ਤੁਸੀਂ ਕਿਵੇਂ ਦਾ ਕੈਨੇਡਾ ਦੇਖਣਾ ਚਾਹੁੰਦੇ ਹੋ ਤੇ ਜਿਵੇਂ ਦਾ ਤੁਸੀਂ ਦੇਖਣਾ ਚਾਹੁੰਦੇ ਹੋ ਤੁਹਾਨੂੰ ਲੱਗਦਾ ਵੀ ਇਹਨਾਂ ਚੋਣਾਂ ਤੋਂ ਬਾਅਦ ਉਹ ਦਿਖ ਸਕਦਾ ਜੀ ਕੈਨੇਡਾ ਵਿੱਚ ਬਹੁਤ ਜ਼ਿਆਦਾ ਮੁੱਦੇ ਹੈਗੇ ਸ਼ਹਿਰੀ ਜਿਹੜੇ ਕਿ ਬਹੁਤ ਜ਼ਿਆਦਾ ਸਾਨੂੰ ਇੰਪੈਕਟ ਕਰ ਰਹੇ ਜਿਹੜਾ ਕਲਾਈਮੇਟ ਚੇਂਜ ਹੈ ਜਿਹੜਾ ਕਿ ਅੱਜ ਕੱਲ ਅਸੀਂ ਆਮ ਬੰਦੇ ਨੂੰ ਇਹ ਗੱਲ ਸਮਝ ਨਹੀਂ ਪੈਂਦੀ ਸੀ ਕਿ ਕਲਾਈਮੇਟ ਚੇਂਜ ਲਈ ਬਹੁਤ ਐਲੀਟਿਸਟ ਜਿਹਾ ਇੱਕ ਮੁੱਦਾ ਲੱਗਦਾ ਇੱਕ ਆਮ ਬੰਦੇ ਲਈ ਜਿਹੜਾ ਕਿ ਇੱਕ ਆਪਣੀ ਰੋਜ਼ੀ ਰੋਟੀ ਵਿੱਚ ਇੰਨਾ ਜ਼ਿਆਦਾ ਰੁੱਝਿਆ ਹੋਇਆ ਹੈਗਾ ਪਰ ਕਲਾਈਮੇਟ ਚੇਂਜ ਇਜ਼ ਅ ਰਿਐਲਿਟੀ ਐਂਡ ਇਟਸ ਅ ਕ੍ਰਾਈਸਿਸ ਜਿਹੜੀ ਅਸੀਂ
ਅੱਜ ਕੱਲ BC ਵਾਈਲਡ ਫਾਇਰਸ ਦੇਖ ਰਹੇ ਹੈਗੇ ਆ, ਜਿਹੜੇ ਜਿਹਦਾ ਧੂਆਂ ਹੁਣ ਸਾਡੇ ਲੋਅਰ ਮੇਨਲੈਂਡ ਤੱਕ ਵੀ ਆਉਣ ਲੱਗ ਗਿਆ ਹੈਗਾ, ਔਰ ਸਾਡੀ ਜ਼ਿੰਦਗੀ ਨੂੰ ਵੀ ਇੰਪੈਕਟ ਕਰਦਾ। ਅਸੀਂ ਬਾਹਰ ਨਹੀਂ ਖੜੇ ਹੋ ਪਾ ਰਹੇ। ਅਸੀਂ ਫਰਾਈਡੇ ਦਾ ਦਿਨ ਵਾਸ ਵੈਰੀ ਸਕੇਰੀ ਫॉर ਲੋਟ ਆਫ ਅਸ। ਮੈਨੂੰ ਮੌਕਾ ਮਿਲਿਆ ਇੰਟੀਰੀਅਰ ਵਿੱਚ ਆਉਣ ਦਾ। ਆਈ ਵਾਸ ਜਸਟ ਟੇਕਿੰਗ ਅ ਪਰਸਨਲ ਵੋਕੇਸ਼ਨ, ਨਾਟ ਇਨ ਦ ਇੰਟੀਰੀਅਰ ਅਪ ਨਾਰਥ, ਪਰ ਮੈਂ ਲੰਘ ਕੇ ਗਈ ਇੰਟੀਰੀਅਰ ਦੇ ਵਿੱਚੋਂ। ਤੇ ਉਹ ਮਤਲਬ ਕਿ ਜਿਹੜੀ ਉਹ ਤੁਸੀਂ ਸਾਹ ਵੀ ਨਹੀਂ ਲੈ ਪਾ ਰਹੇ ਸੀਗੇ ਉਸ ਮਾਹੌਲ 'ਚ। ਤੇ ਉੱਥੇ ਲੋਕੀ ਰਹਿੰਦੇ ਹੈਗੇ ਜਿਹੜੇ ਇਹਦੇ ਨਾਲ ਰੋਜ਼ ਜੂਝ ਰਹੇ। ਸੋ ਦੈਟਸ ਅ ਵੈਰੀ ਵੈਰੀ ਇੰਪੋਰਟੈਂਟ ਇਸ਼ੂ ਫॉर ਐਨੀ ਗਵਰਨਮੈਂਟ, ਬਟ ਡੈਫੀਨੇਟਲੀ ਫॉर ਆਵਰ ਫੈਡਰਲ ਗਵਰਨਮੈਂਟਸ। ਰੇਸਿਜ਼ਮ ਦਾ ਇਸ਼ੂ ਇਜ਼ ਵੈਰੀ ਹਿਊਜ। ਜਿਹੜਾ ਰੇਸਿਜ਼ਮ ਨੇ ਨੰਗਾ ਚਿੱਟਾ ਰੂਪ ਆਪਣਾ ਕੱਢਿਆ ਹੈਗਾ, ਔਰ ਰੇਸਿਜ਼ਮ ਮੈਂ ਨਹੀਂ ਕਹਿੰਦੀ ਕਿ ਇੱਕ ਦੋ ਦਿਨ ਵਿੱਚ ਹੀ ਉੱਭਰ ਕੇ ਆ ਗਿਆ ਹੈਗਾ। ਰੇਸਿਜ਼ਮ always was existing, always was, I think was a structurally present in our all our structures। ਪਰ ਜਿਹੜੀ ਅਸੀਂ ਹੁਣ ਜਿਵੇਂ ਇੰਡੀਜਨਸ ਲੋਕਾਂ ਦੀ, ਬੇਸ਼ੱਕ ਉਹ ਕੈਮਲੂਪਸ ਦੀ ਜਿਹੜੀ ਘਟਨਾ ਹੈਗੀ ਹੈ, ਜਾਂ ਡਿਫਰੈਂਟ ਰੈਜ਼ੀਡੈਂਸ਼ੀਅਲ ਸਕੂਲਸ ਆਲ ਓਵਰ ਕੈਨੇਡਾ, ਔਰ ਪਤਾ ਨਹੀਂ ਕਿੰਨੇ ਹੋਰ ਸਕੂਲਸ ਹੋਣਗੇ ਜਿੱਥੇ ਐਵੇਂ ਦੀ ਸਾਨੂੰ ਪਤਾ ਚੱਲਿਆ ਕਿ ਦ ਬੋਡੀਜ਼ ਆਰ ਬਰੀਡ। ਐਂਡ ਇਟਸ ਇਜ਼ ਸਮਥਿੰਗ ਵੀ ਨੀਡ। ਔਰ ਇਹ ਜਿਹੜੀ ਇੰਡੀਜਨਸ ਪੋਪੂਲੇਸ਼ਨ ਜਿਨ੍ਹਾਂ ਦੀ ਇਹ ਧਰਤੀ ਹੈਗੀ ਹੈ, ਜਿਹਦੇ ਲੋਕੀ ਪਿੱਟ ਕੇ ਇਹ ਗੱਲਾਂ ਕਰ ਰਹੇ ਹਨ, ਔਰ ਅੱਜ ਤੋਂ ਨਹੀਂ ਦਹਾਕਿਆਂ ਤੋਂ ਉਹ ਜਿਹੜਾ ਰੌਲਾ ਪਾ ਰਹੇ ਆ ਕਿ ਸਾਡੇ ਬੱਚਿਆਂ ਨਾਲ, ਸਾਡੇ ਬਜ਼ੁਰਗਾਂ ਨਾਲ ਇਹ ਹਾਦਸਾ ਵਾਪਰਿਆ, ਔਰ ਕੋਈ ਉਹਨਾਂ ਨੂੰ ਮੰਨਣ ਨੂੰ ਤਿਆਰ ਨਹੀਂ। ਸੋ ਦ ਗਵਰਨਮੈਂਟ, rather than just the mere words, I think the governments need to come up with some concrete action plan। ਜਿਹੜੀ reconciliation, truth and reconciliation ਦੀ ਰਿਪੋਰਟ ਹੈ, ਕਿੰਨੇ ਸਾਲ ਹੋ ਗਏ ਉਹਨੂੰ ਆਏ ਨੂੰ, ਪਰ ਉਹਦੇ ਤੇ ਕਿੰਨਾ ਅਮਲ ਕੀਤਾ ਗਿਆ। ਸੋ ਦਿਸ ਇਜ਼ ਸਮਥਿੰਗ lot of times ਜਿਹੜੇ ਅਸੀਂ ਅਰਬਨ ਸੈਟਿੰਗਸ 'ਚ ਬੈਠੇ ਹੈਗੇ ਆ, ਔਰ ਅਸੀਂ ਰੇਸ਼ੀਅਲਾਈਜ਼ ਲੋਕੀ, I think ਫੰਡ ਮੁਹੱਈਆ ਕਰਵਾਏਗਾ, ਪਰ ਕੀ ਫੰਡ ਮੁਹੱਈਆ ਕਰਵਾਉਣਾ ਹੀ ਸਿਰਫ ਨਹੀਂ, ਫੰਡ ਮੁਹੱਈਆ ਕਰਾਉਣਾ, ਔਰ ਉਹਦੇ ਜੈਨੂਇਨ ਤਰੀਕੇ ਨਾਲ, ਸਿਰਫ ਫੰਡਿੰਗ ਦੇ ਦੇਣੀ ਨਹੀਂ, ਕਿ ਉਹਦੇ ਲਈ ਸਾਡੀ ਕਮਿਟਮੈਂਟ ਹੋਣੀ ਕਿ ਅਸੀਂ ਵੀ ਵਾਂਟ ਟੂ ਫਸਟ ਆਫ ਆਲ ਵੀ ਰਿਕਗਨਾਈਜ਼ ਕਿ ਇਹ ਸਾਡਾ ਇੱਕ ਪਾਸ ਸੀਗਾ, ਇੱਕ ਬਹੁਤ ਹੀ ਭੱਦਾ, ਬਹੁਤ ਹੀ ਘਿਨੌਣਾ ਪਾਸ ਸੀਗਾ ਸਾਡਾ। ਉਹਨੂੰ ਪਹਿਲਾਂ ਤਾਂ ਐਕਨੋਲੇਜ ਕਰਨਾ, ਔਰ ਉਸ ਐਕਨੋਲੇਜਮੈਂਟ then it comes with a very concrete action plans ਕਿ ਅਸੀਂ ਇੱਕ ਤਾਂ ਜਿਹੜੀ ਹੋ ਗਈ ਕਿ ਪਾਸਟ ਹਿਸਟਰੀ ਦੇ ਜਿਹੜੇ ਹਿਸਟੋਰੀਕਲ ਰੋਂਗਸ ਨੂੰ ਅਸੀਂ ਕਿਵੇਂ ਰਿਕਗਨਾਈਜ਼ ਕਰ ਰਹੇ ਹਾਂ, ਉਹ ਹੈ ਕਲੋਜ਼ਰ ਦੀ ਗੱਲ ਕਰ ਰਹੇ ਹਾਂ ਅਸੀਂ। ਪਰ ਇਹ ਕਿ ਮੂਵਿੰਗ ਫਾਰਵਰਡ ਕਿ ਜਿਹੜਾ ਅੱਜ ਦਾ ਰੇਸਿਜ਼ਮ ਹੈਗਾ, ਬੇਸ਼ੱਕ ਉਹ ਇੰਡੀਜਨਸ ਲੋਕਾਂ ਨਾਲ ਹੋ ਰਿਹਾ ਹੈ, ਜਾਂ ਉਹ ਬਲੈਕ ਕਮਿਊਨਿਟੀਜ਼ ਨਾਲ ਹੋ ਰਿਹਾ, ਜਾਂ ਪੀਪਲ ਆਫ ਕਲਰ ਨਾਲ ਹੋ ਰਿਹਾ, ਜਾਂ ਜਿਵੇਂ ਅਸੀਂ ਏਸ਼ੀਅਨ ਹੇਟ ਕ੍ਰਾਈਮਸ ਦਾ ਵਾਧਾ ਦੇਖਿਆ। ਸੋ ਐਵਰੀਥਿੰਗ ਆਈ ਥਿੰਕ ਇਜ਼ ਵੈਰੀ ਇੰਪੋਰਟੈਂਟ। ਜੀ, ਇੱਕ ਕਾਲਰ ਆਪਣੇ ਨਾਲ ਜੁੜ ਰਹੇ ਨੇ, ਰਚਨਾ ਜੀ। ਸਤਿ ਸ਼੍ਰੀ ਅਕਾਲ ਜੀ ਬਰਾੜ ਸਾਹਿਬ। ਸਤਿ ਸ੍ਰੀ ਅਕਾਲ ਸ਼ੈਰੀ ਜੀ, ਸਤਿ ਸ੍ਰੀ ਅਕਾਲ ਰਚਨਾ ਜੀ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੈਸੇ ਕਾਫੀ ਮੁੱਦੇ ਆ ਜਿਹੜੇ ਉਹ ਤਾਂ ਆਪ ਹੀ ਦੱਸੀ ਜਾਂਦੇ ਆ, ਕਿਉਂਕਿ ਜਿੱਦਾਂ ਰਚਨਾ ਜੀ ਨੇ ਦੱਸਿਆ ਕਿ এনवायरमेंट ਆ ਜਿਹੜੀ, ਵੈਸੇ ਜਿੱਦਾਂ এনवायरमेंट ਬਾਰੇ ਤਾਂ ਅਸੀਂ ਸੋਚਦੇ ਹੀ ਨਹੀਂ ਜੀ। ਜੀ ਬਰਾੜ ਸਾਹਿਬ, ਥੋੜੀ ਆਵਾਜ਼ ਆਣੀ ਬੰਦ ਹੋ ਗਈ ਜੀ। हाँ जी, ਓਕੇ। ਸੋ ਕਾਲਰ ਜਿਹੜੇ ਹੁਣ ਕਾਲ ਕਰ ਰਹੇ ਸੀਗੇ ਉਹਨਾਂ ਦੀ ਆਵਾਜ਼ ਨਹੀਂ ਆ ਰਹੀ ਸੀ, ਕਾਲ ਦੁਬਾਰਾ ਕਰ ਸਕਦੇ ਨੇ। ਰਚਨਾ ਜੀ, ਆਪਾਂ ਨਾਲ ਦੀ ਨਾਲ ਜਿਹੜੀ ਕਾਲਸ ਆਪਾਂ ਲੈਂਦੇ ਰਵਾਂਗੇ ਕਾਲਰਸ ਦੀਆਂ। ਇਸ ਤੋਂ ਇਲਾਵਾ ਅਸੀਂ, ਠੀਕ ਹੈ, ਤੁਸੀਂ ਬਹੁਤ ਸਾਰੇ ਜਿਹੜੇ ਮੁੱਦੇ ਚੁੱਕੇ ਆ, ਇੱਥੇ ਕੋਵਿਡ ਵੈਕਸੀਨੇਸ਼ਨ ਦੀ ਵੀ ਗੱਲ ਕੀਤੀ ਜਾ ਰਹੀ ਸੀ। ਵੈਕਸੀਨ ਦੇ ਮੁੱਦੇ ਦੇ ਉੱਤੇ ਹਾਲ ਹੀ ਦੇ ਦਿਨਾਂ ਦੇ ਵਿੱਚ ਸਰਕਾਰ ਨੇ ਜੋ ਅਨਾਉਂਸਮੈਂਟ ਕਰ ਦਿੱਤੀ, ਵੀ ਕਈ ਅਦਾਰੇ ਇੱਦਾਂ ਦੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕਿਹਾ ਵੈਕਸੀਨ ਲਾਜ਼ਮੀ ਹੈ। ਇਹਦੇ ਉੱਤੇ ਨੋ ਡਾਊਟ ਐਰੀਨੋ ਟੂਲ ਹੋਣੀ, ਜਗਮੀਤ ਸਿੰਘ ਹੋਣੀ, ਉਹ ਖਫਾ ਨੇ ਇਸ ਚੀਜ਼ ਤੋਂ ਵੀ ਇਹ ਨਹੀਂ ਹੋਣਾ ਚਾਹੀਦਾ, ਹਰ ਕਿਸੇ ਦਾ ਆਪਣਾ ਨਿੱਜੀ ਹੱਕ ਹੋਣਾ ਚਾਹੀਦਾ ਹੈ। ਪਰ ਤੁਹਾਡੇ ਆਪਣੇ ਨਜ਼ਰੀਏ ਤੋਂ ਇਹ ਚੀਜ਼ ਕੀ ਹੈ, ਕੀ ਠੀਕ ਹੈ ਵੀ ਹਰ ਕਿਸੇ ਨੂੰ, ਜਿਹੜਾ ਸਰਕਾਰੀ ਅਦਾਰਿਆਂ ਦੀ ਵੀ ਕਈਆਂ ਦੀ ਗੱਲ ਕੀਤੀ ਗਈ ਹੈ ਵੀ ਉਹਨਾਂ ਦੇ ਵਿੱਚ ਵੈਕਸੀਨੇਸ਼ਨ ਜਿਹੜੀ ਹੈ ਉਹ ਲਾਜ਼ਮੀ ਹੋਣੀ ਚਾਹੀਦੀ ਹੈ? ਜੀ, ਅਸੀਂ ਮੈਂ ਪ੍ਰੋਵਿੰਸ਼ੀਅਲੀ ਦੇਖਾਂ ਤਾਂ ਅਸੀਂ ਲੌਂਗ ਟਰਮ ਕੇਅਰ ਵਿੱਚ ਅਸੀਂ ਲੈ ਕੇ ਆਏ ਹੈਗੇ ਹਾਂ। ਐਂਡ ਜੇ ਤੁਸੀਂ ਮੈਨੂੰ ਪਰਸਨਲੀ ਪੁੱਛੋਗੇ, ਆਈ ਥਿੰਕ ਕਿ ਵੈਕਸੀਨਸ ਵਰਕ ਰਾਈਟ, ਐਂਡ ਉਹਦਾ ਅਸੀਂ ਰਿਜ਼ਲਟ ਦੇਖਿਆ ਸੀਗਾ ਕਿ ਜਿਵੇਂ ਵੈਕਸੀਨੇਸ਼ਨ, ਮੈਂ ਜੇ ਸਾਰੀ ਫਰੇਜ਼ਰ ਹੈਲਥ ਦੀ ਵੀ ਗੱਲ ਕਰਾਂ, ਫਰੇਜ਼ਰ ਹੈਲਥ ਸਭ ਤੋਂ ਜ਼ਿਆਦਾ ਉੱਤੇ ਸੀਗੇ ਅੰਕੜਿਆਂ ਵਿੱਚ ਜਦ ਕੋਵਿਡ ਦੇ ਅਸੀਂ ਨੰਬਰਸ ਦੇਖਦੇ ਸੀ, ਜਦ ਵੀ ਨੰਬਰ ਆਉਂਦੇ ਸੀਗੇ, ਜਦ ਤੇ ਉਹਨਾਂ ਨੂੰ ਡਿਸਟ੍ਰੀਬਿਊਟ ਕੀਤਾ ਜਾਂਦਾ ਸੀਗਾ, ਫਰੇਜ਼ਰ ਹੈਲਥ ਆ ਰਿਹਾ ਸੀਗਾ। ਔਰ ਉਹਦੇ ਵਿੱਚ ਬਹੁਤ ਵਾਰ ਕਿਹਾ ਜਾਂਦਾ ਸੀਗਾ ਕਿਉਂਕਿ ਸਾਡੇ ਲੋਕਾਂ ਦੀ ਸੰਖਿਆ ਜ਼ਿਆਦਾ ਹੈਗੀ ਹੈ, ਸਾਊਥ ਏਸ਼ੀਅਨਸ ਦੀ ਸੰਖਿਆ ਜ਼ਿਆਦਾ ਹੈਗੀ ਹੈ, ਤੇ ਲੱਗਦਾ ਸੀਗਾ ਕਿ ਜਿਵੇਂ ਸਮਹਾਉ ਦੇ ਆਰ ਰਿਸਪੌਂਸਿਬਲ ਫॉर दैट, ਰਾਈਟ, ਕਿ ਉਹ ਅਜੇ ਵੀ
ਮਿੰਗਲ ਕਰ ਰਹੇ ਹੈਗੇ ਆ, ਅਸੀਂ ਇਹ ਨਹੀਂ ਦੇਖ ਰਹੇ ਸੀਗੇ ਕਿ ਉਹਨਾਂ ਨੂੰ ਬੈਰੀਅਰਸ ਕਿਸ ਤਰ੍ਹਾਂ ਦੇ ਆ, ਕਿੰਨੇ ਲੋਕੀ ਇਕੱਠੇ ਇੱਕ ਬੇਸਮੈਂਟ ਵਿੱਚ ਰਹਿ ਰਹੇ ਆ ਜਾਂ ਕਿਵੇਂ ਦੇ ਪ੍ਰੀਕੇਰੀਅਸ ਕੰਮ ਕਰ ਰਹੇ ਹੈਗੇ ਆ, ਉਹ ਮੁੱਦੇ ਨਹੀਂ ਦੇਖ ਕੇ ਅਸੀਂ ਸਿਰਫ ਇਹ ਆਪਣਾ ਇੱਕ perception ਲੋਕਾਂ ਨੇ ਬਣਾਇਆ ਹੋਇਆ ਸੀਗਾ ਕਿ because they still are doing the gatherings, they're still doing the weddings, that's why the numbers are going up. What we saw as soon ਜਿਵੇਂ ਵੈਕਸੀਨੇਸ਼ਨ ਲੱਗਣੀ ਸ਼ੁਰੂ ਹੋਈ ਔਰ ਜਿਵੇਂ ਬਹੁਤ ਹੀ ਜ਼ਿਆਦਾ ਆਊਟਰੀਚ ਕੀਤੀ ਗਈ ਔਰ ਮੈਂ ਉਹਦੇ ਲਈ ਆਪਣੇ ਸਾਰੇ ਜਿੰਨੇ ਵੀ ਸਾਡੇ ਮੈਡੀਕਲ ਹੈਲਥ ਪ੍ਰੋਫੈਸ਼ਨਲਸ ਹੈਗੇ, ਸਾਡੇ ਡਾਕਟਰਸ ਹੈ, ਦਿਸ ਇਜ਼ ਅਵਰ ਸ਼ਾਰਟ ਦੀ ਟੀਮ ਹੈਗੀ ਹੈ, ਜਿਹੜੇ ਸਾਊਥ ਏਸ਼ੀਅਨ ਕੋਵਿਡ ਹੈਲਥ ਵਾਲੇ ਜਿਹੜੇ ਬੰਦੇ ਹੈਗੇ ਜਿਹਨੇ ਉਹਨਾਂ ਨੇ ਆਊਟਰੀਚ ਕੀਤੀ ਔਰ ਜਿਵੇਂ ਉਹਨਾਂ ਨੇ ਅਵੇਅਰਨੈਸ ਕ੍ਰੀਏਟ ਕੀਤੀ ਅਬਾਊਟ ਦ ਵੈਕਸੀਨੇਸ਼ਨ ਔਰ ਜਿਵੇਂ ਦੇ ਵੈਕਸੀਨੇਸ਼ਨ ਨੰਬਰਸ ਉੱਤੇ ਗਏ ਜਿਹੜੇ ਫਰੇਜ਼ਰ ਹੈਲਥ ਵਿੱਚ ਐਂਡ ਆਈ ਵੁੱਡ ਸੇ ਡੈਫੀਨੇਟਲੀ ਕਿ ਉਹਦੇ ਨੰਬਰਸ ਅਸੀਂ ਬਹੁਤ ਜ਼ਿਆਦਾ ਥੱਲੇ ਜਾਂਦੇ ਨਜ਼ਰ ਆਏ ਸਾਨੂੰ। So that means it's a direct correlation between the vaccine and how the COVID is spreading. Right now we see the COVID is ਬਹੁਤ ਜ਼ਿਆਦਾ ਉਹਨੇ ਆਪਣਾ ਇੰਨਾ ਜ਼ਿਆਦਾ ਵਾਧਾ ਸਾਨੂੰ ਨਜ਼ਰ ਆ ਰਿਹਾ ਔਰ ਉਹਦੇ ਵਿੱਚ ਜਿਹੜੀ ਇੱਕ ਚੀਜ਼ ਬਾਰ-ਬਾਰ ਉੱਭਰ ਕੇ ਆ ਰਹੀ ਹੈ ਕਿ ਦਿਸ ਕੋਵਿਡ ਜਿਹੜਾ ਹੋ ਰਿਹਾ ਹੈਗਾ ਉਹਨਾਂ ਲੋਕਾਂ ਵਿੱਚ ਹੋ ਰਿਹਾ 90% ਜਿਹੜੇ ਆંકੜੇ ਮੈਨੂੰ ਨਹੀਂ ਪਤਾ ਕਿ ਉਹਨਾਂ ਨੂੰ ਪੂਰਾ ਆંકੜਿਆਂ ਨੂੰ ਉਹਦਾ ਡੇਟਾ ਪੂਰਾ ਐਨਾਲਿਸਿਸ ਕਿਵੇਂ ਕੀਤਾ ਜਾ ਰਿਹਾ ਪਰ ਉਹ ਜ਼ਿਆਦਾ ਆંકੜੇ ਉਹਨਾਂ ਲੋਕਾਂ ਵਿੱਚ ਹੈ ਜਿਹੜੇ ਅਨਵੈਕਸੀਨੇਟਡ ਹੈ ਜਾਂ ਜਿਹੜੇ ਫੁੱਲੀ ਵੈਕਸੀਨੇਟਡ ਨਹੀਂ ਹੈਗੇ। ਸੋ ਆਈ ਥਿੰਕ ਦੈਟਸ ਅ ਵੈਰੀ ਕਲੀਅਰ ਇੰਡੀਕੇਸ਼ਨ ਦੈਟਸ ਆਈ ਥਿੰਕ ਇਟਸ ਅ ਮੈਟਰ ਆਫ ਰਿਸਪੌਂਸਿਬਿਲਿਟੀ। ਵਾਈ ਵੁੱਡ ਆਈ ਪੁੱਟ ਐਨੀਬਡੀ ਸਪੈਸ਼ਲੀ ਇਨ ਅ ਪਬਲਿਕ ਸੈਟਿੰਗ why would I put anybody into a risk ਜੇ ਮੈਂ ਖੁਦ ਵੈਕਸੀਨੇਟਡ ਨਹੀਂ ਹੈਗੀ ਆ ਔਰ ਮੈਂ ਹੁਣ ਇਸ ਚੀਜ਼ ਬਾਰੇ ਬਹੁਤ ਜ਼ਿਆਦਾ ਧਿਆਨ ਰੱਖਦੀ ਹਾਂ ਬੀਇੰਗ ਅ ਪਬਲਿਕ ਅਫੀਸ਼ੀਅਲ ਜੇ ਮੈਂ ਕੋਈ ਵੀ ਗੈਦਰਿੰਗ ਕਰ ਰਹੀ ਹਾਂ ਕਿ would I like people to come to that gathering ਕਿ ਜਿਹੜੇ unvaccinated ਹੈ ਜਿਹੜੇ ਹੋਰ ਲੋਕਾਂ ਨੂੰ ਰਿਸਕ ਚ ਪਾ ਸਕਣਗੇ। ਸੋ ਦਿਸ ਇਜ਼ ਜਸਟ ਅ ਮੈਟਰ ਆਫ ਜਸਟ ਅ ਕੰਸਰਨ ਫॉर ਮੀ ਜੇ ਮੈਂ ਆਪਣੀ ਪਰਸਨਲ ਗੈਦਰਿੰਗ ਵੀ ਕਰਦੀ ਹਾਂ ਜਾਂ ਮੈਂ ਆਪਣੇ ਆਫਿਸ 'ਚ ਕੋਈ ਗੈਦਰਿੰਗ ਕਰਦੀ ਹਾਂ ਮੇਰੇ ਲਈ ਬਹੁਤ ਮੈਟਰ ਆਫ ਕੰਸਰਨ ਹੋਏਗਾ ਕਿ ਕੋਈ ਅਨਵੈਕਸੀਨੇਟਡ ਆ ਕੇ ਬੰਦਾ ਹੋਰਾਂ ਨੂੰ ਤਾਂ ਨਹੀਂ ਰਿਸਕ ਤੇ ਪਾ ਰਿਹਾ। ਸੋ ਦੈਟਸ ਆਈ ਥਿੰਕ ਐਵਰੀਬਡੀ ਸ਼ੁੱਡ ਬੀ ਵੈਰੀ ਵੈਰੀ ਕੰਸਰਨਡ ਅਬਾਊਟ ਪਰ ਮੈਨੂੰ ਉਹਦੇ ਨਾਲ ਇਹ ਵੀ ਪਤਾ ਹੈ ਕਿ ਲੋਕੀ ਵੈਕਸੀਨ ਨਹੀਂ ਲਵਾ ਸਕਦੇ ਦੇਰ ਮਾਈਟ ਹੈਵ ਸਮ ਮੈਡੀਕਲ ਰੀਜ਼ਨਸ ਉਹਨਾਂ ਨੂੰ ਵੀ ਧਿਆਨ 'ਚ ਰੱਖਣਾ ਪਏਗਾ ਔਰ ਉਹਨਾਂ ਲਈ ਕਿਵੇਂ ਦੇ ਹੋਰ ਅਸੀਂ ਰਸਤੇ ਕੱਢ ਸਕਦੇ ਹਾਂ ਉਹਨਾਂ ਦੇ ਰਾਈਟਸ ਨੂੰ ਕਿਵੇਂ ਪ੍ਰੋਟੈਕਟ ਕਰ ਸਕਦੇ ਉਹ ਵੀ ਪਰ ਜਿਹੜੇ ਲੋਕੀ are in the capacity to get a vaccine I think they should get it. ਓਕੇ ਸੋ ਇਸ ਤੋਂ ਇਲਾਵਾ ਅਸੀਂ ਗੱਲ ਕਰ ਰਹੇ ਸੀਗੇ ਅਫਗਾਨਿਸਤਾਨ ਦੇ ਮੁੱਦੇ ਦੇ ਉੱਤੇ ਅਫਗਾਨਿਸਤਾਨ ਦਾ ਤਖਤਾ ਪਲਟ ਜਿਵੇਂ ਹੋਇਆ ਉਹ ਅੱਜ ਦੀ ਸਭ ਤੋਂ ਵੱਡੀ ਹੈਡਲਾਈਨਸ ਨਿਊਜ਼ ਜਿਹੜੀ ਕਹੀ ਜਾ ਰਹੀ ਹੈ। ਅਜਿਹੇ ਦੇ ਵਿੱਚ ਕੈਨੇਡਾ ਸਰਕਾਰ ਤੋਂ ਵੀ ਬਹੁਤ ਜ਼ਿਆਦਾ ਮੰਗ ਕੀਤੀ ਗਈ ਹੈ 20,000 ਦੇ ਕਰੀਬ ਉੱਥੇ ਜਿਹੜੇ ਲੋਕ ਬੈਠੇ ਨੇ ਔਰ ਜਿਨ੍ਹਾਂ ਦੇ ਆਪਣੇ ਇੱਥੇ ਕੈਨੇਡਾ ਦੇ ਵਿੱਚ ਵੀ ਨੇ ਉਹ ਮੰਗ ਕਰ ਰਹੇ ਨੇ ਵੀ ਸਾਨੂੰ ਕੈਨੇਡਾ ਦੇ ਵਿੱਚ ਲਿਆਂਦਾ ਜਾਏ। ਸਰਕਾਰ ਨੇ ਕਿਹਾ ਵੀ ਉਹਨਾਂ ਦੀ ਮਦਦ ਕੀਤੀ ਜਾਏਗੀ ਪਰ ਜੇ 20,000 ਅਸੀਂ ਲੋਕਾਂ ਦੀ ਗੱਲ ਕਰੀਏ ਤਾਂ ਇਸ ਤੋਂ ਉੱਪਰ ਵੀ ਹੋ ਸਕਦੇ ਨੇ ਜਿਹੜੇ ਕੈਨੇਡਾ ਆਉਣਾ ਚਾਹੁੰਦੇ ਨੇ ਲੋਕ। ਹੁਣ ਅਜਿਹੇ ਦੇ ਵਿੱਚ ਸਰਕਾਰ ਨੇ ਭਰੋਸਾ ਦਿੱਤਾ ਵੀ ਅਸੀਂ ਤੁਹਾਨੂੰ ਇੱਥੇ ਲਿਆਵਾਂਗੇ ਤਾਂ ਇਕਾਨਮੀ ਦਾ ਜੋ ਬੁਰਾ ਹਾਲ ਹੈ ਸੋ ਝੇਲ ਪਾਏਗੀ ਕੈਨੇਡਾ ਇੰਨੇ ਲੋਕਾਂ ਨੂੰ ਹੋਰ ਇੱਥੇ ਲਿਆਉਣਾ ਅਫੋਰਡ ਕਰ ਪਾਏਗੀ। ਜਿੱਥੇ ਤਾਂ ਇਮੀਗ੍ਰੇਸ਼ਨ ਦੀ ਗੱਲ ਆਉਂਦੀ ਹੈਗੀ ਹੈ ਸ਼ਹਿਰੀ ਕਈ ਵਾਰ ਬਹੁਤ ਜ਼ਿਆਦਾ ਲੋਕਾਂ ਨੂੰ ਮਿਸਕਨਸੈਪਸ਼ਨਸ ਹੁੰਦੀਆਂ ਇਮੀਗ੍ਰੇਸ਼ਨ ਬਾਰੇ। I would say Canada is a welfare state and ਉਹਨਾਂ ਨੇ ਲੋਕਾਂ ਦਾ ਧਿਆਨ ਰੱਖਿਆ ਬੇਸ਼ੱਕ ਉਹ ਸੀਰੀਅਨ ਰਿਫਿਊਜੀਜ਼ ਲਿਆਉਣ ਦੀ ਗੱਲ ਹੋਈ ਹੈ। I think ਕਿ ਜਦ ਲੋਕੀ ਆਉਂਦੇ ਹੈ ਜਿਹੜੀ ਸਭ ਤੋਂ ਜਿਹੜਾ ਚੀਜ਼ ਮੈਂ ਜਾਣਦੀ ਹਾਂ ਮੈਂ ਫੈਡਰਲ ਲੈਵਲ ਤੇ ਤਾਂ ਮੈਂ ਕਿਉਂਕਿ I'm not a federal politician I think the other federal politicians would be able to answer it better way ਪਰ ਜਿਵੇਂ ਮੈਂ ਇਮੀਗ੍ਰੇਸ਼ਨ ਨੂੰ ਦੇਖਦੀ ਹਾਂ I see ਕਿ Canada needs lot of workforce right ਕਈ ਵਾਰ ਲੋਕੀ ਇਹ ਸੋਚਦੇ ਕਿ ਅਸੀਂ ਇਮੀਗ੍ਰੈਂਟ ਲੈ ਕੇ ਆ ਰਹੇ ਹਾਂ ਜਿਵੇਂ ਅਸੀਂ ਉਹਨਾਂ ਨੂੰ ਖੁਰਾਕ ਦੇ ਰਹੇ ਹਾਂ it is not ਉਹ ਲੋਕੀ ਹੈ ਜਿਹੜੇ ਕਿ ਇਕਨੋਮੀ ਵਿੱਚ ਪੂਰਾ ਹਿੱਸਾ ਪਾ ਰਹੇ ਹੈ ਜੀ। ਇਵਨ ਤੁਸੀਂ ਕਾਲ ਲੈਣਾ ਚਾਹੋਗੇ ਬਿਲਕੁਲ ਆਪਾਂ ਕਾਲ ਵੀ ਅਟੈਂਡ ਕਰੀਏ ਨਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਸਤਿ ਸ਼੍ਰੀ ਅਕਾਲ ਬੇਟਾ ਜਿਹੜਾ ਨਾ ਅਫਗਾਨਿਸਤਾਨ ਦੀ ਤੁਸੀਂ ਗੱਲ ਕਰਦੇ ਹੋ ਨਾ ਇਹਦੇ ਵਿੱਚ ਦੇਖੋ ਹੋ ਸਕਦਾ ਜਿਵੇਂ ਉਹ ਅੱਜ ਕੱਲ੍ਹ ਬਿਆਨ ਦੇ ਰਹੇ ਆ ਵੀ ਸਾਡੇ ਨਾਂ ਤੇ ਸਾਰਾ ਕੁਝ ਕਰਦੇ ਰਹੇ ਆ ਵੀ ਅਸੀਂ ਤਾਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਤੇ ਜਿਹੜਾ ਉੱਥੋਂ ਲੋਕਾਂ ਨੂੰ ਕੱਢਣ ਦੀ ਗੱਲ ਆ ਉਹ ਪਹਿਲਾਂ ਲੇਟ ਕੀਤੀ ਜਾਵੇ ਉਹਨਾਂ ਦੇ ਵਿਸ਼ਵਾਸ ਕਰਕੇ ਦੇਖੋ ਨਾ। ਹਾਂਜੀ ਤੇ ਦੂਜਾ ਕੰਮ ਪਤਾ ਕੀ ਹੈ ਬੇਟਾ ਜੀ ਇਹ ਨਾ ਪਹਿਲਾਂ ਜਦੋਂ ਤਾਲਿਬਾਨ ਨਹੀਂ ਸੀ ਨਾ ਅਫਗਾਨਿਸਤਾਨ ਵਿੱਚ ਅੰਗੂਰਾਂ ਦੀ ਖੇਤੀ ਹੁੰਦੀ ਸੀ ਤੇ ਸਾਡੇ ਪੰਜਾਬ ਨੂੰ ਨਾ ਅੰਗੂਰ ਜਾਂਦਾ ਹੁੰਦਾ ਸੀ ਅਫਗਾਨਿਸਤਾਨ ਤੋਂ ਜੀ। ਇਹ ਜਦੋਂ ਦਾ ਤਾਲਿਬਾਨ ਵਾਲਾ ਕੇਸ ਪਿਆ ਨਾ ਉੱਥੇ ਫਿਰ ਇਹ ਨਸ਼ੇ ਦੀ ਖੇਤੀ ਕਰਨੀ ਸ਼ੁਰੂ ਕਰਤੀ ਇਹਨਾਂ ਨੇ ਫੀਮ ਦੀ ਖੇਤੀ ਫੀਮ ਤੋਂ ਫਿਰ ਹੀਰੋਇਨ ਬਣਾਉਂਦੇ ਆ ਜੀ। ਇਹ ਜਿਹੜੀ ਹੀਰੋਇਨ ਆ ਨਾ ਬੜੀ ਬੇਟਾ ਖਤਰਨਾਕ ਹੁੰਦੀ ਆ। ਹਾਂਜੀ ਹਾਂਜੀ ਜੀ ਉਹਨਾਂ ਨੇ ਨਾ ਜਿਵੇਂ ਰਚਨਾ ਸਿੰਘ ਹੈ ਨਾ ਆਪਣੀ ਇਹ ਜਿੰਨੀਆਂ ਵੂਮਨ ਆਰਗੇਨਾਈਜੇਸ਼ਨ ਆ ਨਾ ਕੈਨੇਡਾ ਦੀਆਂ ਇਹ ਸਾਰੀਆਂ ਉਹਨਾਂ ਨੂੰ ਲੈਟਰ ਲਿਖਣ ਵੀ ਪਹਿਲਾਂ ਤੁਸੀਂ ਜਿਹੜੀ ਨਸ਼ੇ ਦੀ ਖੇਤੀ ਹੈ ਨਾ ਫੀਮ ਦੀ ਖੇਤੀ ਉਹ ਬੰਦ ਕਰੋ। ਬਿਲਕੁਲ ਜੀ
ਤੁਹਾਡੀ ਸਿੰਸੀਅਰਟੀ ਤਾਂ ਪਤਾ ਲੱਗੇਗੀ ਜੀ ਠੀਕ ਹੈ ਜੀ ਸਰ ਠੀਕ ਹੈ ਹੈਲੋ ਓਕੇ ਜੀ ਹਾਂ ਬੇਟਾ ਰਚਨਾ ਸਿੰਘ ਨੂੰ ਕਹੋ ਵੀ ਜਿਹੜੀਆਂ ਵੂਮਨ ਆਰਗੇਨਾਈਜੇਸ਼ਨ ਆ ਉਹ ਅਫਗਾਨਿਸਤਾਨ ਦੀ ਤਾਲਿਬਾਨ ਗਵਰਨਮੈਂਟ ਨੂੰ ਲੈਟਰ ਲਿਖਣ ਕਿ ਤੁਹਾਡੀ ਸਿੰਸੀਅਰਟੀ ਤਾਂ ਪਤਾ ਲੱਗੂ ਵੀ ਤੁਸੀਂ ਨਸ਼ੇ ਦੀ ਖੇਤੀ ਬੰਦ ਕਰਾਓ ਠੀਕ ਹੈ ਜੀ ਠੀਕ ਹੈ ਸਰ ਥੈਂਕ ਯੂ ਜੀ ਜੀ ਰਚਨਾ ਜੀ ਤੁਹਾਡੇ ਲਈ ਇੱਕ ਕੰਮ ਲਗਾਇਆ ਗਿਆ ਹੁਣ ਇੱਥੇ ਜਵਾਬ ਦੇ ਕੇ ਜਾਓ ਸਾਨੂੰ ਨਹੀਂ ਜੀ ਮੈਂ ਤਾਂ ਇਹ ਕਹੂੰਗੀ ਕਿ ਵਾਟ ਇਜ਼ ਹੈਪਨਿੰਗ ਇਨ ਅਫਗਾਨਿਸਤਾਨ ਅਸੀਂ ਦੋ ਡਿਫਰੈਂਟ ਇਸ਼ੂਜ਼ ਨਾਲ ਗੱਲ ਕਰ ਰਹੇ ਇੱਕ ਤਾਂ ਇਮੀਗ੍ਰੇਸ਼ਨ ਦੀ ਗੱਲ ਕਰ ਰਹੇ ਹਾਂ ਇੱਕ ਤਾਂ ਸਿਚੁਏਸ਼ਨ ਇਨ ਅਫਗਾਨਿਸਤਾਨ ਬਹੁਤ ਜ਼ਿਆਦਾ ਮੈਨੂੰ ਸੁਣਨ ਜਿਹੜਾ ਮੈਂ ਜੇ ਸੋਸ਼ਲ ਮੀਡੀਆ ਦੇਖ ਰਹੀ ਹਾਂ ਤੇ ਬਹੁਤ ਜ਼ਿਆਦਾ ਲੋਕਾਂ ਦੇ ਖਦਸ਼ੇ ਆਏ ਹੈ ਹਿੰਦੂ ਸਿੱਖ ਜਿਹੜੇ ਅਫਗਾਨਿਸਤਾਨ ਵਿੱਚ ਹੈ ਵੀ ਆਰ ਵਰੀਡ ਅਬਾਊਟ them I would say ਕਿ we shouldn't be doing this hindu sikh we should be worried about everybody who's there right and especially ਇਹਨਾਂ ਨੇ ਇੱਕ ਗੱਲ ਜਿਹੜੀ ਚੰਗੀ ਕੀਤੀ ਉਹ ਇੱਕ ਨਸ਼ੇ ਦੀ ਗੱਲ ਕਰ ਰਹੇ ਸੀਗੇ ਪਰ one thing he talked about was the women issues right ਕਿ how the women rights are going to be attacked ਅੰਡਰ ਦੈਟ ਰਜੀਮ ਜਿਹੜਾ ਅਸੀਂ ਉਹਦਾ ਪਹਿਲਾਂ ਵੀ ਉਹਦਾ ਇੱਕ ਰੂਪ ਦੇਖ ਚੁੱਕੇ ਹੈਗੇ ਆ ਜਿਹੜੀਆਂ ਔਰਤਾਂ ਹੈ ਉਹਨਾਂ ਨੂੰ ਉਹਨਾਂ ਦੇ ਜਿਹੜੇ ਰਾਈਟਸ ਤੇ ਉਹਨਾਂ ਦੇ ਹੱਕਾਂ ਦੇ ਉੱਤੇ ਬਹੁਤ ਜ਼ਿਆਦਾ ਕੰਟਰੋਲ ਕੀਤਾ ਜਾਣਾ ਸੋ ਆਈ ਐਮ ਵੈਰੀ ਵਰੀਡ ਐਜ਼ ਅ ਵੂਮਨ ਆਈ ਐਮ ਐਕਸਟ੍ਰੀਮਲੀ ਵਰੀਡ ਅਬਾਊਟ ਦ ਵੂਮਨ ਐਂਡ ਦ ਚਿਲਡਰਨ ਜਿਹੜੀ ਸਾਡਾ ਬਹੁਤ ਜ਼ਿਆਦਾ ਵਲਨਰੇਬਲ ਵਰਗ ਹੈਗਾ ਉਹਦੇ ਲਈ ਮੈਂ ਬਹੁਤ ਜ਼ਿਆਦਾ ਵਰੀਡ ਹੈਗੀ ਹਾਂ ਔਰ ਜਦ ਅਸੀਂ ਔਰ ਆਈ ਵੁੱਡ ਰੀਅਲੀ ਲਾਈਕ ਟੂ ਟਾਕ ਮੈਨੂੰ ਪਤਾ ਹੈ ਕਿ ਜਿਹੜੀਆਂ ਵੀ ਆਰਗੇਨਾਈਜੇਸ਼ਨਸ ਐਡਵੋਕੇਟ ਕਰ ਰਹੀਆਂ ਹੈਗੀਆਂ ਉਹਨਾਂ ਦੇ ਜਿਹੜੀ ਇੰਟੈਂਟ ਹੈ ਆਈ ਡੋਨਟ ਵਾਂਟ ਟੂ ਕੁਐਸਚਨ ਦੈਟ ਪਰ ਵੈਨ ਯੂ do that wording Hindu and Sikh we are trying to create the differences as the Muslim people are not being impacted by that right and I'm very very concerned I'm concerned about everybody who's in there ਬੇਸ਼ੱਕ ਉਹ ਸਾਡੇ ਬੱਚੇ ਹੈ ਸਾਡੀਆਂ ਔਰਤਾਂ ਹੈ ਸਾਡੇ ਭਰਾ ਸਾਡੇ ਬਜ਼ੁਰਗ ਹੈਗੇ whatever community they are belonging to minorities definitely ਉੱਥੇ ਇੰਪੈਕਟ ਹੋਈਆਂ ਪਰ ਇਹ ਵਾਲੇ ਜਿਹੜਾ ਰਜੀਮ ਚੇਂਜ ਹੋਇਆ ਉਹਦਾ ਅਸਰ ਔਰ ਜਿਹੜਾ 2 ਦਹਾਕੇ ਦੀ ਜਿਹੜੀ ਲੜਾਈ ਤੋਂ ਬਾਅਦ nobody was expecting this 2 ਦਹਾਕੇ ਤੁਸੀਂ ਇੱਕ ਸੂਬੇ ਨੂੰ ਇੰਨੇ ਜ਼ਿਆਦਾ war torn ਏਰੀਆ 'ਚ ਬਣਾਇਆ ਹੋਇਆ ਸੀਗਾ and then suddenly you get out of it and leave those people to themselves I think the West has a responsibility to take care of those people and ਕਿਉਂਕਿ ਇਹ ਲੜਾਈ ਵੈਸਟ ਦੀ ਲੜਾਈ ਸੀ ਵੈਸਟ ਨੇ ਇਨਵੇਡ ਕੀਤਾ ਉੱਥੇ ਅਮਰੀਕਾ ਨੇ ਮੈਂ ਕਹੂੰਗੀ ਔਰ today we have to be very careful कि उत्थे human rights or especially human rights of the minorities for sure but human rights of the women of our very vulnerable populations ਉਹ ਕਿਵੇਂ ਪ੍ਰੋਟੈਕਟ ਕੀਤੇ ਜਾਣ ਬਿਲਕੁਲ ਸੋ ਤੁਸੀਂ ਆਪਣੇ ਬਤੌਰ ਤੁਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਵਾਕਈ ਇਸ ਇਸ਼ੂ ਵਾਸਤੇ ਕੁਝ ਕਰੋਗੇ ਕਿਉਂਕਿ ਅਸੀਂ ਇਹਨਾਂ ਦਿਨਾਂ ਦੇ ਵਿੱਚ ਦੇਖਦੇ ਹਾਂ ਬਹੁਤ ਸਾਰੀਆਂ ਔਰਤਾਂ ਆਪਣੇ ਬੱਚੇ ਲੈ ਕੇ 에ਅਰਪੋਰਟ ਦੇ ਉੱਤੇ ਬੈਠੀਆਂ ਹੋਈਆਂ ਨੇ ਜਿਹੜੀਆਂ ਇੰਤਜ਼ਾਰ ਕਰ ਰਹੀਆਂ ਨੇ ਵੀ ਸਾਨੂੰ ਵੀ ਕੋਈ ਨਾ ਕੋਈ ਪਲੇਨ ਆਏਗਾ ਤਾਂ ਲੈ ਜਾਏਗਾ ਹੁਣ ਜਦੋਂ ਅਸੀਂ ਕੈਨੇਡਾ ਦੀ ਗੱਲ ਕਰ ਰਹੇ ਸੀ ਇੱਥੇ ਇਕਨੋਮੀ ਦੀ ਵੀ ਗੱਲ ਆਪਣੀ ਵਿੱਚ ਰਹਿ ਗਈ ਸੀਗੀ ਇੱਕ ਕਾਲ ਆਉਣ ਦੇ ਵਜ੍ਹਾ ਕਰਕੇ ਸੋ ਮੈਨੂੰ ਉਹ ਵੀ ਨਾਲ ਕੰਪਲੀਟ ਕਰੋ ਔਰ ਦੱਸੋ ਵੀ ਤੁਸੀਂ ਆਪਣੇ ਤੌਰ ਦੇ ਉੱਤੇ ਮਨੁੱਖੀ ਹੱਕਾਂ ਦੀ ਤੁਸੀਂ ਹਮੇਸ਼ਾ ਗੱਲ ਕਰਦੇ ਹੋ ਤੁਸੀਂ ਕੋਈ ਇੱਦਾਂ ਦਾ ਇਨੀਸ਼ੀਏਟਿਵ ਕੋਈ ਲਓਗੇ ਜਾਂ ਸਰਕਾਰਾਂ ਦੇ ਨਾਲ ਕਿਸੇ ਕਿਸਮ ਦੀ ਕੋਈ ਗੱਲਬਾਤ ਕਰੋਗੇ ਤਾਂ ਕਿ ਇਹ ਇਸ਼ੂ ਨੂੰ ਹੈ ਕਿਸੇ ਤਰੀਕੇ ਨਾਲ ਸੋਲਵ ਕੀਤਾ ਜਾ ਸਕੇ ਜਿੰਨੇ ਲੋਕਾਂ ਦੀ ਮਦਦ ਹੋ ਸਕਦੀ ਹੈ ਉਹ ਕੀਤੀ ਜਾ ਸਕੇ ਬਿਲਕੁਲ ਜੀ ਮੈਂ ਕਿਉਂਕਿ ਮੈਂ ਜ਼ਿਆਦਾ ਮੁੱਦਾ ਕਿਉਂਕਿ ਜਦ ਵੀ ਇਮੀਗ੍ਰੇਸ਼ਨ ਦੀ ਗੱਲ ਆਉਂਦੀ ਹੈ ਸ਼ਰੀ ਇਹ ਮੁੱਦਾ ਫੈਡਰਲ ਹੋ ਜਾਂਦਾ ਹੈਗਾ ਤੇ ਮੈਨੂੰ ਬਹੁਤ ਜ਼ਿਆਦਾ ਇਸ ਗੱਲ ਦੀ ਖੁਸ਼ੀ ਹੈ ਕਿ ਬਿਲਕੁਲ ਰਚਨਾ ਜੀ ਮੁੱਦਾ ਫੈਡਰਲ ਹੈ ਬਟ ਸੂਬਾ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਕਿ ਫੈਡਰਲ ਨੂੰ ਵੀ ਕਈ ਵਾਰੀ ਉਹਨਾਂ ਨੂੰ ਐਡਵੋਕੇਟ ਕਰਨ ਦਾ ਪੂਰਾ ਔਰ ਮੈਂ ਹਮੇਸ਼ਾ ਜਦ ਵੀ ਕੋਈ ਵੀ ਫੈਡਰਲ ਮੁੱਦਾ ਹੈਗਾ ਕਈ ਅਸੀਂ ਆਪਣਾ ਪੱਲਾ ਨਹੀਂ ਝਾੜ ਸਕਦੇ ਜਦ ਦੁਨੀਆ ਵਿੱਚ ਕੁਝ ਹੋ ਰਿਹਾ ਹੈਗਾ ਔਰ ਸਾਡੇ ਉਹ ਦੁਨੀਆ ਵਿੱਚ ਜਦ ਕੁਝ ਹੋ ਰਿਹਾ ਹੈ ਉਹ ਸਾਡੇ ਆਪਣੇ ਕਨਸਟੀਟੂਐਂਟਸ ਨੂੰ ਕਿਉਂਕਿ ਸਰੀ ਦੇ ਵਿੱਚ ਤੇ BC ਦੇ ਵਿੱਚ ਇੰਨੇ ਪਰਿਵਾਰ ਨੇ ਜਿਨ੍ਹਾਂ ਦੇ ਉੱਥੇ ਸਾਰੇ ਆਪਣੇ ਐਬਸੋਲੂਟਲੀ ਸੋ ਮੈਂ ਜਦ ਇਹ ਕਹਿੰਦੀ ਆ ਕਿ ਇਟ ਇਜ਼ ਰਿਸਪੌਂਸਿਵ ਮੈਂ ਆਪਣੇ ਵੱਲੋਂ ਕਹਿ ਸਕਦੀ ਹਾਂ ਇਹ ਗੱਲ ਪੱਕਾ ਕਿ ਮੈਂ ਹਮੇਸ਼ਾ ਤੋਂ ਵੀ ਜਦ ਵੀ ਕੋਈ ਫੈਡਰਲ ਇਸ਼ੂ ਹੋਇਆ ਅਸੀਂ ਡਾਇਰੈਕਟਲੀ ਇੰਟਰਵੀਨ ਨਹੀਂ ਕਰ ਪਾਉਂਦੇ ਕਈ ਵਾਰੀ ਉਹਨਾਂ ਵਿੱਚ ਪਰ ਹੈ ਕਿ nobody is stopping us from advocate on people's behalf ਤੇ ਮੈਂ I would really love to meet with the Afghani community ਜਿਵੇਂ ਮੈਂ ਪਹਿਲਾਂ ਮਿਲਦੀ ਰਹੀ ਹਾਂ I would love to meet with them to hear their concerns ਔਰ ਹੈ ਕਿ ਜਿਹੜੇ ਔਰ ਇਹ ਹੈ ਕਿ ਇਟਸ ਵੈਰੀ ਅਨਫੋਰਚੂਨੇਟ ਟਾਈਮ ਜਦ ਅਸੀਂ ਕਹਿ ਰਹੇ ਸੀਗੇ ਕਿ ਵਿਦ ਦ ਇਲੈਕਸ਼ਨ ਬੀਇੰਗ ਕਾਲਡ ਕਿ ਅਸੀਂ ਆਪਣੇ MPs ਨਾਲ ਐਡਵੋਕੇਟ ਨਹੀਂ ਕਰ ਪਾਵਾਂਗੇ ਪਰ ਥਰੂ ਦੀ MPs ਆਫਿਸਿਸ I would really like to see like what can be done ਸਾਡੇ ਦਰਵਾਜ਼ੇ ਸਾਡੇ ਆਫਿਸ ਦੇ ਦਰਵਾਜ਼ੇ ਖੁੱਲੇ ਹੈ ਮੈਂ ਇਹ ਵੀ ਕਹਿਣਾ ਚਾਹੂੰਗੀ ਜਿਹੜੇ ਲਿਸਨਰਸ ਆ ਤੁਹਾਨੂੰ ਇਸ ਸ਼ੋਅ ਨੂੰ ਸੁਣ ਰਹੇ ਹੈਗੇ although the federal election has been called that does not mean कि they cannot go to their local MLA and with the issues that are more federally related we can still advocate for you ਜੀ ਬਿਲਕੁਲ ਹੋਰ ਕਾਲਰ ਨੇ ਆਪਣੇ ਨਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਜੀ ਕੀ ਕਹਿਣਾ ਚਾਹੁੰਦੇ ਹੋ ਜੀ
ਬਸ ਇਹੀ ਕਹਿਣਾ ਚਾਹੁੰਦੇ ਕਿ ਮੈਂ ਸਕਰੀਨ ਤੇ ਦੇਖਦੀ ਸੀ ਕਿ ਮੈਂ ਲਾਸਟ ਵਾਰ ਰਣਦੀਪ ਰਾਏ ਆਈ ਸੀ ਤੇ ਮੈਂ ਯੂਨੀਵਰਸਿਟੀ ਦਾ ਕੁਐਸਚਨ ਰੱਖਿਆ ਸੀ ਤੇ ਮੈਨੂੰ ਸਕਰੀਨ ਤੇ ਦਿਸਿਆ, ਮੈਨੂੰ ਇੰਨੀ ਖੁਸ਼ੀ ਹੋਈ। ਤਾਂ ਕੋਈ ਤਾਂ ਇਸ ਵੱਲ ਕੋਈ ਕੁਐਸਚਨ ਲਿਖਣ ਵਾਲਾ ਹੋਗਾ। ਥੈਂਕ ਯੂ ਵੈਰੀ ਮਚ। ਬਿਲਕੁਲ ਜੀ, ਐਮਐਲਏ ਰਚਨਾ ਸਿੰਘ ਜੀ ਆਪਣੇ ਕੋਲ ਬੈਠੇ ਨੇ ਜੀ। ਐਮਐਲਏ ਰਚਨਾ ਸਿੰਘ ਜੀ ਆਪਣੇ ਨਾਲ ਜੁੜੇ ਹੋਏ ਨੇ ਜੀ। ਬਿਲਕੁਲ, ਅਸੀਂ ਇਸ ਮੁੱਦੇ ਤੇ ਜ਼ਰੂਰ ਗੱਲ ਕਰਦੇ ਹਾਂ ਜੀ। ਥੈਂਕ ਯੂ ਕੁਲਦੀਪ ਜੀ। ਕੋਈ ਸਵਾਲ ਹੈ ਤਾਂ ਤੁਸੀਂ ਦੱਸ ਸਕਦੇ ਹੋ ਹੁਣੇ। ਬਸ ਸਵਾਲ ਇਹੀ ਹੈ, ਬਸ ਸਾਨੂੰ ਇਹੀ ਹੈ ਵੀ ਕੋਈ ਵਧੀਆ ਚੀਜ਼ ਇਹ ਚੀਜ਼ ਯੂਨੀਵਰਸਿਟੀ ਵਗੈਰਾ ਬੱਚਿਆਂ ਦਾ ਹੀ ਫਿਕਰ ਆ, ਹੋਰ ਤਾਂ ਚਲੋ ਚੱਲੀ ਜਾਂਦਾ, ਉਹ ਤਾਂ ਜੋ ਹੈਗਾ ਹੈ ਨਾ, ਉਹ ਤਾਂ ਜੋ ਕਰਨਾ ਉਹਨਾਂ ਨੇ ਇਮੀਗ੍ਰੇਸ਼ਨ ਜੋ ਕੁਝ ਕਰਨਾ ਹੀ ਹੈ। ਪਰ ਜੋ ਅਸੀਂ ਰਹਿ ਰਹੇ ਹਾਂ ਇੱਥੇ ਸਰੀ ਦੇ ਵਿੱਚ, ਤਾਂ ਇਹ ਵਧੀਆ ਯੂਨੀਵਰਸਿਟੀ ਹੋਊਗੀ ਤਾਂ ਥਾਂ ਥਾਂ ਬ੍ਰਾਂਚਿਸ ਨਾਲ ਜਾਣਾ। ਸਾਨੂੰ ਪਤਾ ਵੀ ਅਸੀਂ ਕਿਵੇਂ ਨਿਆਣਿਆਂ ਨੂੰ ਹੁਣ ਕਿਤੇ ਕਿਤੇ ਜਾਂਦੇ ਵਿਚਾਰੇ, ਕਿਤੇ ਕਿਤੇ ਜਾਂਦੇ, ਕਿਤੇ ਕੁੜੀਆਂ ਸਪੈਸ਼ਲੀ ਕੁੜੀਆਂ ਲਈ ਬਹੁਤ ਔਖਾ ਰਾਈਟ। ਹਾਂਜੀ ਬਿਲਕੁਲ। ਸੋ ਦੈਟਸ ਵਾਈ ਮੈਂ ਇਹ ਕੁਐਸਚਨ ਵੇਖ ਕੇ ਤਾਂ ਖੁਸ਼ ਹੋਈ, ਪਰ ਪਤਾ ਨਹੀਂ ਕਦੋਂ ਬਣਨੀ ਕਦੋਂ ਨਹੀਂ। ਬਹੁਤ MP MLA ਆਏ, ਬਟ ਜਿਹੜੇ ਟੋਰਾਂਟੋ ਵਾਲੇ MP MLA ਨਾ, ਮੈਂ ਉਹਨਾਂ ਦੀ ਏਦਾਂ ਨਹੀਂ ਕੋਈ ਹੈਗੀ ਕੋਈ ਰਿਲੇਟਿਵ, ਬਟ ਏਦਾਂ ਵੀ ਉਹਨਾਂ ਨੇ 1 ਮਿੰਟ ਦੇ ਵਿੱਚ ਉਹ ਯੂਨੀਵਰਸਿਟੀ ਜੇ ਉੱਥੇ ਨਾਂ ਤਾਂ ਰੱਖਿਆ ਨਾ, ਬਣ ਜਾਣੀ ਆ ਉਹ ਜੀ। ਤਾਂ ਪਰ ਇਹ ਜਿਹੜੀਆਂ ਚੀਜ਼ਾਂ ਬਣਨੀਆਂ ਤਾਂ ਬੱਚਿਆਂ ਲਈ, ਆਪਣੀ ਜਨਰੇਸ਼ਨ ਲਈ, ਬਾਹਰਲਿਆਂ ਲਈ ਤਾਂ ਆਪਾਂ ਬਹੁਤ ਸੋਚ ਰਹੇ ਹਾਂ, ਪਰ ਇਨਸਾਈਡ ਜਨਰੇਸ਼ਨ ਲਈ ਜਿਹੜੇ ਆਪਣੇ ਬੱਚੇ ਉਹਨਾਂ ਲਈ ਤਾਂ ਕੁਝ ਨਹੀਂ ਹੈਗਾ ਇੱਥੇ ਜੀ। ਬਿਲਕੁਲ ਪਰ ਸਨੀ ਮੇਬੀ ਹੁਣ ਕੁਝ ਸਮਥਿੰਗ ਹੋ ਜੀ। ਬਿਲਕੁਲ ਜੀ, ਅਸੀਂ ਕਰਦੇ ਹਾਂ ਜੀ ਇਸ ਟੌਪਿਕ ਤੇ ਗੱਲ। ਥੈਂਕ ਯੂ ਸੋ ਮਚ। ਥੈਂਕ ਯੂ ਵੈਰੀ ਮਚ। ਹੈਵ ਅ ਨਾਈਸ ਡੇ। ਥੈਂਕ ਯੂ ਜੀ। ਯੂ ਟੂ। ਰਚਨਾ ਜੀ, ਹੁਣ ਆ ਜਾਂਦੇ ਆ ਤੁਹਾਡੇ ਕੰਮਾਂ ਦੇ ਉੱਤੇ। ਠੀਕ ਹੈ, ਹੁਣ ਨੋ ਡਾਊਟ ਮੈਂ ਇਹ ਜਿਹੜੇ ਸਾਡੇ ਕਾਲਰ ਸੀਗੇ ਰਣਦੀਪ ਸਰਾਏ ਜੀ, ਮੇਰੇ ਨਾਲ ਇੰਟਰਵਿਊ ਦੇ ਵਿੱਚ ਸੀ, ਇਹਨਾਂ ਨੇ ਰਣਦੀਪ ਸਰਾਏ ਨੂੰ ਬਹੁਤ ਘੇਰਿਆ। ਇਹ ਕਹਿੰਦੇ ਸਾਨੂੰ ਯੂਨੀਵਰਸਿਟੀ ਦਿਓ। ਉਹ ਕਹਿੰਦੇ ਵੀ ਜਿਹੜੀ BC ਦੀ ਸੂਬਾ ਸਰਕਾਰ ਹੈ, ਲੋਕਲ ਲੈਵਲ ਦੇ ਉੱਤੇ ਤੁਸੀਂ, ਉਹਨਾਂ ਦਾ ਕੰਮ ਹੈ ਵੀ ਉਹਨਾਂ ਤੋਂ ਮੰਗ ਕਰੋ। ਅੱਜ ਤੁਸੀਂ ਹੱਥੀ ਆ ਗਏ ਹੋ, ਹੁਣ ਦੱਸੋ ਵੀ ਤੁਹਾਡੀ ਸਰਕਾਰ ਜਿਹੜੀ ਹੈ ਉਹ ਸਰੀ ਵਾਲਿਆਂ ਨੂੰ ਯੂਨੀਵਰਸਿਟੀ ਕਿਉਂ ਨਹੀਂ ਦੇ ਰਹੀ? ਉਹ ਮੰਗ ਕਰ ਰਹੇ ਨੇ। ਕਹਿੰਦੇ ਇਲੈਕਸ਼ਨ ਜਦੋਂ ਕਾਲ ਕੀਤੀ ਗਈ ਸੀ, ਜਦੋਂ ਵੋਟਾਂ ਤੁਹਾਨੂੰ ਲੋਕਾਂ ਨੇ ਪਾਈਆਂ, ਉਹ ਕਹਿੰਦੇ ਅਸੀਂ ਬਹੁਤ ਉਮੀਦ ਕਰਦੇ ਸੀ ਵੀ ਹੁਣ ਜਿਹੜੀ ਲੋਕਲ ਗਵਰਨਮੈਂਟ ਨਾ, ਇਹ ਸਾਡੇ ਬੱਚਿਆਂ ਵਾਸਤੇ ਕੁਝ ਸੋਚਣਗੇ। ਹੁਣ ਤੁਸੀਂ ਕਦੋਂ ਇਹਨਾਂ ਨੂੰ ਦੋਗੇ ਸਰੀ ਦੀ ਯੂਨੀਵਰਸਿਟੀ? ਮੈਂ I would have liked to ask her ਕਿ ਸਰੀ ਵਿੱਚ ਤਾਂ 2 ਯੂਨੀਵਰਸਿਟੀਜ਼ ਹੈਗੀਆਂ, ਲਾਈਕ ਵੀ ਹੈਵ ਸਾਈਮਨ ਫਰੇਜ਼ਰ ਯੂਨੀਵਰਸਿਟੀ, ਵੀ ਹੈਵ ਕੁਆਂਟਲੈਂਡ ਪੋਲੀਟੈਕਨਿਕ ਐਂਡ ਜੇ ਕਹਿੰਦੇ ਸੀ ਕਈ ਕੋਰਸ ਨੇ ਜਿਹੜੇ ਉਹਨਾਂ ਦੇ ਵਿੱਚ ਆਲਰੇਡੀ ਬੰਦ ਨੇ। ਸੋ ਸਾਨੂੰ ਚਾਹੀਦਾ ਵੀ ਸਾਡੇ ਹੈਲਥ ਕੇਅਰ ਦੇ ਵੀ ਹੈਲਥ ਦੇ ਵੀ ਨਹੀਂ। ਔਰ ਅਸੀਂ ਜਿਹੜੀ ਸਾਡੀ ਜੇ ਤੁਸੀਂ ਇਲੈਕਸ਼ਨ ਦਾ ਪ੍ਰੋਮਿਸ ਦੇਖਿਆ ਸੀਗਾ ਕਿ ਅਸੀਂ ਵੀ ਕਮਿਟਡ ਕਿ ਵੀ ਵਿਲ ਬ੍ਰਿੰਗ ਵਿਦ ਦ ਸਰੀ ਇੱਕ ਮੈਡੀਕਲ ਸਕੂਲ ਅਸੀਂ ਦੇਣਾ ਹੈਗਾ ਸਰੀ ਨੂੰ ਕਿ ਸਾਡੇ ਜਿਹੜੇ ਬੱਚੇ ਹੈ ਜਿਹੜੇ ਕਿ ਅਸੀਂ ਜਾਣਦੇ ਹਾਂ ਕਿ ਇਹ ਜਿਹੜਾ ਬਹੁਤ ਹੀ ਜ਼ਿਆਦਾ ਕੰਪੈਟੀਟਿਵ ਫੀਲਡ ਹੈਗਾ, ਔਰ ਵੀ ਨੋ ਵੀ ਨੀਡ ਮਚ ਮੋਰ ਹੈਲਥ ਕੇਅਰ ਪ੍ਰੋਫੈਸ਼ਨਲਸ। ਉਹਦੇ ਲਈ ਅਸੀਂ ਕਮਿਟਡ ਹੈਗੇ ਹਾਂ ਕਿ ਉਹ ਇੱਕ ਸਰੀ ਵਿੱਚ ਤੁਹਾਡਾ ਇੱਕ ਮੈਡੀਕਲ ਸਕੂਲ ਖੁੱਲੇਗਾ। ਸਰੀ ਦੀ ਜਿਹੜੀ ਮੈਨੂੰ ਤਾਂ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਜਸਟ ਬਿਫੋਰ 2019 ਦੀ ਗੱਲ ਹੈਗੀ ਹੈ, Premier Horgan came here with our federal counterparts. All levels of the governments were together at SFU. जब ਅਸੀਂ SFU ਦੀ sustainable engineering ਦਾ department ਅਸੀਂ ਖੋਲਿਆ ਸੀਗਾ, ਉਹਨੂੰ ਅਸੀਂ ਕਿਹਾ ਸੀਗਾ ਕਿ it would be one of the kind in the country, and ਔਰ ਉਸ ਚੀਜ਼ ਤੇ ਅਸੀਂ ਪੂਰੇ ਉਤਰੇ ਹੈਗੇ, and it is with the collaboration with all levels of the government. ਔਰ ਇਹ ਕਿ ਇੱਕ ਮੈਡੀਕਲ ਸਕੂਲ ਦੀ ਸਾਡੀ ਕਮਿਟਮੈਂਟ ਹੈ, ਔਰ ਜ਼ਰੂਰ ਉਹ ਸਰੀ ਦੇ ਵਿੱਚ ਆਏਗਾ। ਸੋ ਦੀ ਡੇਟ ਤੁਸੀਂ ਸਾਨੂੰ ਦੱਸ ਕੇ ਜਾਣੀ, ਕਿਉਂਕਿ ਸਾਡੇ ਕਾਲਰ ਸਾਨੂੰ ਬਾਰ-ਬਾਰ ਕਾਲ ਕਰਦੇ ਨੇ। ਇੱਕ ਹੋਰ ਕਾਲਰ ਨਾਲ ਜੁੜ ਰਹੇ ਨੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਨਾਹਲ ਜੀ, ਕੀ ਕਹਿਣਾ ਚਾਹੁੰਦੇ ਹੋ ਜੀ? ਆਪਣੇ ਨਾਲ MLA ਰਚਨਾ ਜੀ ਨੇ ਆਪਣੇ ਨਾਲ ਕਹਿਣਾ ਚਾਹੁੰਦੇ ਆ ਜੀ ਵੀ ਜਿਹੜੇ ਮੇਰਾ ਵਿਚਾਰ ਆ ਜਿੱਦਾਂ ਆਪਣਾ ਵੀ ਜਿਹੜੇ ਲੋਕ ਜਿੱਦਾਂ ਹੁਣ ਅਪਲਾਈ ਕਰਦੇ ਆ ਇਮੀਗ੍ਰੇਸ਼ਨ ਲਈ, ਉਹਨਾਂ ਨੂੰ ਕਿਉਂ ਨਹੀਂ ਤੁਸੀਂ ਜਿੱਦਾਂ ਕਹਿ ਸਕਦੇ ਹੋ ਤੁਸੀਂ ਕੰਮ ਕਰੀ ਜਾਓ, ਉਹਦਾ ਟੈਕਸ ਕਟਾਈ ਜਾਓ। ਜਦੋਂ ਅਪਲਾਈ ਕੀਤਾ, ਜਦੋਂ ਪੱਕੇ ਹੋ ਗਏ ਹਨਾ, ਫਿਰ ਗਵਰਨਮੈਂਟ ਨੂੰ ਵੀ ਫਾਇਦਾ ਤੇ ਉਹਨਾਂ ਲੋਕਾਂ ਨੂੰ ਵੀ ਫਾਇਦਾ। ਜੇ ਚੋਰੀ ਕੰਮ ਕਰਦੇ ਆ ਉਹਨਾਂ ਨੂੰ ਪੈਸੇ ਥੋੜੇ ਮਿਲਦੇ ਆ ਹਨਾ ਜੀ। ਠੀਕ ਹੈ ਜੀ। ਤੇ ਲੋਕਾਂ ਨੂੰ ਵੀ ਫਿਰ ਸ਼ਰੇਆਮ ਫਾਇਦਾ ਹੀ ਫਾਇਦਾ ਇਹਦੇ ਵਿੱਚ, ਤੇ ਜਿਹੜੇ ਕੰਮ ਕਰਨ ਵਾਲੇ ਉਹਨਾਂ ਨੂੰ ਵੀ ਫਾਇਦਾ ਹੈ। ਮੇਰਾ ਕੁਐਸਚਨ ਇਹ ਆ ਜੀ। ਠੀਕ ਹੈ ਜੀ, ਕਰਦੇ ਹਾਂ ਜੀ ਇਸ ਤੇ ਗੱਲ। ਥੈਂਕ ਯੂ ਜੀ। ਜੀ ਹਾਂਜੀ ਹਾਂਜੀ ਬਰਾੜ ਜੀ ਆ ਰਹੀ ਹੈ ਜੀ। ਕੁਲਦੀਪ ਜੀ ਮੇਰੀ ਆਵਾਜ਼ ਤੁਹਾਨੂੰ? Disconnected the line. ਓਕੇ, ਸੋ ਇੱਕ ਕਾਲਰ ਨੇ ਹੋਰ ਤੁਹਾਡੇ ਲਈ ਇੱਕ ਕੰਮ ਦਿੱਤਾ ਹੈ। ਹਾਲਾਂਕਿ ਮੈਨੂੰ ਪਤਾ ਹੈ ਕਿ ਇਮੀਗ੍ਰੇਸ਼ਨ ਦੇ ਮੁੱਦੇ ਦੇ ਉੱਤੇ ਨੋ ਡਾਊਟ ਜ਼ਿਆਦਾਤਰ ਅਸੀਂ ਫੈਡਰਲ ਗਵਰਨਮੈਂਟ ਦੇ ਹੱਥ ਦੇ ਵਿੱਚ ਇਸ ਚੀਜ਼ ਹੁੰਦੀ ਹੈ, ਪਰ ਫਿਰ ਵੀ ਜਿਹੜੇ ਲੋਕ ਕੰਮ ਕਰਨਾ ਚਾਹੁੰਦੇ ਨੇ, ਕਿਉਂਕਿ ਜਿਹੜੇ BC ਦੇ ਲੋਕ ਨੇ ਸਪੈਸ਼ਲੀ, ਉਹਨਾਂ ਨੇ ਤੁਹਾਡੇ ਤੋਂ ਪੁੱਛਣਾ ਹੈ, ਬਿਕਾਜ਼ MLA ਹੋ, ਤੁਹਾਨੂੰ ਉਹਨਾਂ ਨੇ ਫਤਵਾ ਹੈ ਨਾ ਦਵਾਇਆ, ਤੁਸੀਂ ਉਹਨਾਂ ਦੇ ਜਿਹੜੇ ਨੁਮਾਇੰਦੇ ਹੋ ਚੁਣੇ ਗਏ, ਸੋ ਉਹਨਾਂ ਨੂੰ ਤੁਹਾਡੇ ਤੋਂ ਬਹੁਤ ਜ਼ਿਆਦਾ ਉਮੀਦਾਂ ਹੁੰਦੀਆਂ ਨੇ। ਤੁਸੀਂ ਕਿਹਾ ਮੈਡੀਕਲ ਸਕੂਲ, ਜਿਹੜਾ ਮੈਡੀਕਲ ਸਕੂਲ ਦੀ ਐਟਲੀਸਟ ਉਹਨਾਂ ਨੇ ਕਿਹਾ ਵੀ ਟੋਰਾਂਟੋ ਵਾਲੇ ਜਿਹੜੇ ਨੇ ਉਹਨਾਂ ਨੇ ਐਟਲੀਸਟ ਨਾਮ ਤਾਂ ਰੱਖਿਆ। ਹੁਣ ਚਲੋ ਜੇ ਆਪਾਂ ਐਟਲੀਸਟ ਦੀ ਗੱਲ ਕਰ ਲਈਏ ਤਾਂ ਉਹਦੇ 'ਚ ਐਟਲੀਸਟ ਨੀਂਹ ਪੱਥਰ ਰੱਖਿਆ ਜਾ ਸਕਦਾ, ਤਾਂ ਕਿ ਲੋਕਾਂ ਨੂੰ ਇਹ ਤਾਂ ਪਤਾ ਲੱਗੇ ਵੀ
ਇੱਥੇ ਕੁਝ ਬਣਨ ਜਾ ਰਿਹਾ ਔਰ ਇੰਨੇ ਤੋਂ ਇੰਨੇ ਸਮੇਂ ਦੇ ਵਿੱਚ ਇਹ ਚੀਜ਼ ਸਾਨੂੰ ਮਿਲ ਜਾਏਗੀ। ਸੋ ਮੈਡੀਕਲ ਸਕੂਲ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਕਦੋਂ ਤੋਂ ਕਦੋਂ ਤੱਕ ਜਿਹੜਾ ਕੰਪਲੀਟ ਹੋ ਜਾਏਗਾ, ਕਿਤੇ ਇਹ ਨਾ ਹੋ ਜਾਏ ਲੋਕਾਂ ਨੂੰ ਵੀ ਇਹ ਚੀਜ਼ ਲੱਗਦਾ, ਬਿਕਾਜ਼ ਇੱਥੇ ਜਦੋਂ ਅਸੀਂ ਇਸ ਪਲੇਟਫਾਰਮ ਤੇ ਗੱਲ ਕਰਦੇ ਹਾਂ ਰਚਨਾ ਜੀ, ਤਾਂ ਜਿਹੜੇ ਲੋਕ ਆਮ ਲੋਕ ਜਦੋਂ ਸਾਨੂੰ ਮਿਲਦੇ ਵੀ ਨੇ ਨਾ ਕਿਤੇ ਵੀ, ਉਹ ਜਿਹੜੀਆਂ ਗੱਲਾਂ ਜਿਵੇਂ ਸਾਡੇ ਨਾਲ ਕਰਦੇ ਨੇ ਮੈਂ ਉਵੇਂ ਹੀ ਪੁੱਛਦੀ ਹਾਂ। ਬਿਲਕੁਲ ਮੇਰਾ ਹੁੰਦਾ ਵੀ ਮੈਂ ਉਹ ਸਵਾਲ ਲੈ ਕੇ ਮੈਂ ਜ਼ਰੂਰ ਉਹਨਾਂ ਨੂੰ ਪੁੱਛਾਂ ਵੀ ਇਹਦਾ ਜਵਾਬ ਦਿਓ ਜੀ, ਲੋਕ ਇਹ ਚਾਹੁੰਦੇ ਨੇ। ਹੁਣ ਲੋਕਾਂ ਨੂੰ ਇਹ ਲੱਗਦਾ ਵੀ ਇਹ ਇਲੈਕਸ਼ਨ ਤੱਕ ਫਿਰ ਲੈ ਜਾਣਾ, BC ਗਵਰਨਮੈਂਟ ਨੇ ਵੀ ਆਪਣੇ ਇਲੈਕਸ਼ਨ ਤੱਕ ਇਸ ਮੁੱਦੇ ਨੂੰ ਲੈ ਜਾਣਾ, ਫਿਰ ਸਾਡੇ ਤੋਂ ਵੋਟਾਂ ਲੈ ਲੈਣੀਆਂ ਤੇ ਬੰਨਾ ਫਿਰ ਕੁਛ ਨਹੀਂ ਹੈ। ਨਹੀਂ ਆਈ ਵੁੱਡ ਸੇ ਕਿ ਇਹੀ ਲੋਕਾਂ ਨੂੰ ਕਈ ਵਾਰ ਖਦਸ਼ੇ ਹੁੰਦੇ ਹੈਗੇ, ਪਰ whenever there are big projects ਸ਼ਰੀ, and I would give the example of Surrey Hospital, right, ਕਿ ਪਿਛਲੀ ਵਾਰ ਬਹੁਤ ਜ਼ਿਆਦਾ ਮੁੱਦਾ ਬਣ ਰਿਹਾ ਸੀ, where is the hospital, why are you not telling about the hospital, and ਔਰ ਬਹੁਤ ਜ਼ਿਆਦਾ ਮਿਸਕਨਸੈਪਸ਼ਨਸ ਵੀ ਕ੍ਰੀਏਟ ਕੀਤੀਆਂ ਜਾ ਰਹੀਆਂ ਸੀਗੀਆਂ about that hospital। ਜਦ ਵੀ ਕੋਈ ਇੱਦਾਂ ਦੀ ਕਨਸੈਪਟ ਪਲਾਨਸ ਹੋਣੀਆਂ, ਇਹਨਾਂ ਦੇ ਉੱਤੇ ਫਿਰ ਬਜਟ ਹੋਣਾ, ਫਿਰ ਉਹਦਾ ਕੰਕਰੀਟ ਬਜਟ ਅਸਾਈਨ ਕਰ ਦਿੱਤਾ ਜਾਣਾ, lot of things happen before the concrete plan comes in the front of the people। ਔਰ ਇਹਦਾ ਮਤਲਬ ਨਹੀਂ ਜਦ ਸਾਨੂੰ ਉਹਦੇ ਬਾਰੇ ਕੋਈ ਖਬਰ ਨਹੀਂ ਮਿਲ ਰਹੀ ਹੈਗੀ, ਇਹਦਾ ਮਤਲਬ ਨਹੀਂ ਕਿ ਬੈਕਗਰਾਉਂਡ ਦੇ ਵਿੱਚ ਉਹਦੇ ਬਾਰੇ ਗੱਲ ਨਹੀਂ ਹੋ ਰਹੀ ਹੈਗੀ। lot of things have been done। ਔਰ ਮੇਰੀ ਜਿਹੜੀ ਕਾਊਂਟਰ ਪਾਰਟ ਹੈਗੀ ਐਡਵਾਂਸਡ ਐਜੂਕੇਸ਼ਨ ਦੀ ਜਿਹੜੇ ਮਿਨਿਸਟਰ ਐਨ ਕੈਂਗ, ਡੈਫੀਨੇਟਲੀ ਆਈ ਵੁੱਡ ਮੇਕ ਸ਼ੋਰ ਕਿ ਉਹ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਕਰਨ, ਔਰ ਮਿਨਿਸਟਰ ਆਫ ਹੈਲਥ ਵੀ, ਕਿਉਂਕਿ ਉਹਨਾਂ ਨਾਲ ਵੀ ਕਾਫੀ ਜ਼ਿਆਦਾ ਰਿਲੇਟਡ ਹੈਗਾ। ਪਰ ਹੈ ਕਿ ਅਸੀਂ ਇਨ ਦਿਸ ਬਜਟ ਵੀ ਵਰ ਏਬਲ ਟੂ ਟੈਲ ਵੈਰੀ ਵੈਰੀ ਕਲੀਅਰਲੀ ਕਿ 2027 ਤੱਕ ਸਾਡਾ ਸਰੀ ਹਸਪੀਟਲ ਵੁੱਡ ਬੀ ਰੈਡੀ ਐਂਡ ਰਨਿੰਗ। ਉਹਦੇ ਵਿੱਚ ਕਿਹੜੀਆਂ ਚੀਜ਼ਾਂ ਹੋਣਗੀਆਂ ਜਿਹੜੀਆਂ ਇਟ ਵੁੱਡ ਬੀ one of its kind in British Columbia। It would have its special cancer unit, and ਮੈਨੂੰ ਲੱਗਦਾ ਕਿ in the coming months we would have like much more clear plan about the medical ਜਿਹੜਾ ਮੈਡੀਕਲ ਸਕੂਲ ਹੈਗਾ ਉਹਦੇ ਬਾਰੇ ਵੀ ਜ਼ਿਆਦਾ ਪਲਾਨ ਹੋਣਗੀਆਂ, ਜਿਹੜੀ ਮਿਨਿਸਟਰੀ ਲੈਵਲ ਤੇ ਉਹ ਗੱਲਾਂ ਚੱਲ ਰਹੀਆਂ ਹੋਣਗੀਆਂ, ਬਟ ਮੇਕਿੰਗ ਇਟ ਪਬਲਿਕ ਆਈ ਐਮ ਸ਼ੋਰ ਪੀਪਲ, ਮੈਂ ਉਹਨਾਂ ਨੂੰ ਅਸ਼ੋਰ ਕਰਾਉਣਾ ਚਾਹੂੰਗੀ, ਮੇਰੇ ਆਪਣੇ ਬੱਚੇ ਹੈਗੇ ਹੈ ਔਰ ਮੇਰੇ ਲਈ ਬਹੁਤ ਜ਼ਿਆਦਾ ਕੰਸਰਨਿੰਗ ਹੁੰਦਾ ਜਦ ਵੀ ਕੋਈ ਐਜੂਕੇਸ਼ਨ ਰਿਲੇਟਡ ਚੀਜ਼ ਹੈਗੀ ਹੈ। ਸੋ ਯੂ ਵੁੱਡ ਬੀ ਆਲ ਬੀ hearing really good announcements, ਪਰ ਉਹਦੇ ਲਈ ਥੋੜਾ ਜਿਹਾ ਸਮਾਂ ਲੱਗਦਾ ਹੈ, ਪਰ those announcements will be coming soon। ਓਕੇ, ਚਲੋ ਉਮੀਦ ਕਰਦੇ ਹਾਂ ਵੀ ਜਲਦੀ ਜਿਹੜੀ ਅਨਾਉਂਸਮੈਂਟ ਹੋ ਜਾਏ। ਰਚਨਾ ਜੀ, ਹੁਣ ਜਿਹੜੇ ਦੂਜੇ ਕਾਲਰ ਵੀ ਇੱਕ ਜੁੜੇ ਸੀਗੇ ਨਾਹਲ ਜੀ, ਜਿਨ੍ਹਾਂ ਨੇ ਸ਼ਾਇਦ ਇਮੀਗ੍ਰੇਸ਼ਨ ਦੇ ਉੱਤੇ ਕੋਈ ਗੱਲ ਕੀਤੀ ਸੀ, ਉਹਦੇ ਤੇ ਤੁਹਾਡਾ ਕੋਈ ਜਵਾਬ? ਜੀ, ਇਮੀਗ੍ਰੇਸ਼ਨ ਬਾਰੇ ਗੱਲ ਹੈਗੀ ਕਿ ਇਹ ਕਈ ਚੀਜ਼ਾਂ ਹੈਗੀਆਂ, ਬਹੁਤ ਚੀਜ਼ਾਂ ਉੱਭਰ ਕੇ ਆਈਆਂ, ਬਹੁਤ ਜ਼ਿਆਦਾ ਲੋਕੀ ਸਾਡੇ ਕੋਲ ਆਏ ਹੈ, ਹਾਊ ਦ ਕਿਡਸ ਆਰ ਬੀਇੰਗ ਐਕਸਪਲੋਇਟਡ, ਐਂਡ ਆਈ ਐਮ ਵੈਰੀ ਵੈਰੀ ਵਰਿਡ। ਉਹਦੇ ਲਈ ਮਿਨਿਸਟਰ ਆਫ ਜਿਹੜੇ ਲੇਬਰ ਹੈਗੇ ਹੈ ਹੈਰੀ ਬੈਂਸ, ਉਹਨਾਂ ਨੇ ਵੀ ਕਾਫੀ ਮੀਟਿੰਗਸ ਕੀਤੀਆਂ ਹੈਗੀਆਂ ਵਿਦ ਦ ਗਰੁੱਪਸ, ਵਿਦ ਦ ਆਰਗੇਨਾਈਜੇਸ਼ਨਸ ਦੈਟ ਆਰ ਐਡਵੋਕੇਟਿੰਗ ਔਨ ਦੇਅਰ ਬਿਹਾਫ, ਐਂਡ ਵੀ ਵਿਲ ਪੁੱਟ ਪ੍ਰੈਸ਼ਰ। ਜਦ ਵੀ ਇਮੀਗ੍ਰੇਸ਼ਨ ਮੈਂ ਜਦ ਵੀ ਕਹਿੰਦੀ ਹਾਂ, ਦ ਡਿਸੀਜਨ ਟੂ ਬ੍ਰਿੰਗ ਥੀਸ ਸਟੂਡੈਂਟਸ ਵਾਸ ਡਨ ਬਾਈ ਦ ਫੈਡਰਲ ਗਵਰਨਮੈਂਟ, ਰਾਈਟ। ਤੇ ਜਿਹੜਾ ਪ੍ਰੋਵਿੰਸ਼ੀਅਲ ਗਵਰਨਮੈਂਟ ਦਾ ਰੋਲ ਹੈ, ਬੇਸ਼ੱਕ ਉਹ ਸਾਡੇ ਐਜੂਕੇਸ਼ਨ ਅਦਾਰਿਆਂ ਵਿੱਚ ਕਿਵੇਂ ਉਹਨਾਂ ਦੀ ਸੇਫਟੀ ਹੈਗੀ ਹੈ। ਰੀਸੈਂਟਲੀ ਆਈ ਡਿਡ ਅ ਮੀਟਿੰਗ ਵਿਦ ਦੀ One Voice Canada, ਜਿਹੜੀ ਕਿ ਬੱਚਿਆਂ ਦਾ ਬਹੁਤ ਜ਼ਿਆਦਾ ਉਹਨਾਂ ਦੇ ਬਿਹਾਫ ਤੇ ਐਡਵੋਕੇਟ ਕਰਦੀ ਹੈ, ਫੋਰਨ ਸਟੂਡੈਂਟਸ ਦੇ ਬਿਹਾਫ ਤੇ ਵਿਦ ਦ ਮਿਨਿਸਟਰ ਆਫ ਐਡਵਾਂਸਡ ਐਜੂਕੇਸ਼ਨ ਐਨ ਕੈਂਗ ਦੇ ਨਾਲ। ਸੋ ਵੀ ਡੂ ਜਿਹੜਾ ਸਾਡੇ ਵੱਸ ਵਿੱਚ ਚੀਜ਼ਾਂ ਹੈਗੀਆਂ, ਹਾਊ ਟੂ ਸਟਾਪ ਦੈਟ ਐਕਸਪਲੋਇਟੇਸ਼ਨ, ਹਾਊ ਟੂ ਬ੍ਰੇਕ ਦ ਬੈਰੀਅਰਸ ਫॉर ਦੋਸ ਕਿਡਸ। ਪ੍ਰੋਵਿੰਸ਼ੀਅਲ ਲੈਵਲ ਤੇ ਅਸੀਂ ਜੋ ਵੀ ਕਰ ਸਕਦੇ ਹਾਂ ਅਸੀਂ ਕਰ ਰਹੇ ਹੈਗੇ। ਠੀਕ ਹੈ। ਰਚਨਾ ਜੀ, ਹੁਣ ਜਦੋਂ ਗੱਲ ਕਰ ਰਹੀ ਹੈ ਇੱਥੇ ਮੈਡੀਕਲ ਕਾਲਜ ਦੀ ਵੀ ਅਸੀਂ ਗੱਲ ਕੀਤੀ ਹੈਗੀ ਹੈ ਜਿਵੇਂ, ਤੇ ਅਜਿਹੇ ਦੇ ਵਿੱਚ ਸਕੂਲਾਂ ਦਾ ਅਨਾਉਂਸਮੈਂਟ ਹੋਈ ਵੀ ਸਕੂਲ ਜਿਹੜੇ ਉਹ ਖੁੱਲਣ ਜਾ ਰਹੇ ਨੇ, ਪਰ ਜਿਵੇਂ ਹੁਣ ਅਸੀਂ ਇਹਨਾਂ ਦਿਨਾਂ ਦੇ ਵਿੱਚ ਅਨਾਉਂਸਮੈਂਟ ਕੇਸਿਸ ਦੇ ਵੀ ਸੁਣੀ ਹੈ, ਡੈਲਟਾ ਵੇਰੀਐਂਟ ਔਰ ਕੋਵਿਡ ਦੇ ਕੇਸਿਸ ਉਹ ਵੀ ਅਪ ਜਾ ਰਹੇ ਨੇ। ਸੋ ਇਹ ਵੀ ਬਹੁਤ ਵੱਡਾ ਚੈਲੰਜ ਹੋਏਗਾ ਕਿ ਸਕੂਲ ਜਦੋਂ ਖੁੱਲ ਰਹੇ ਨੇ ਤਾਂ ਉਹਦੇ ਵਿੱਚ BC ਗਵਰਨਮੈਂਟ ਨੂੰ ਬਹੁਤ ਸਾਰੇ ਸਵਾਲ ਕੀਤੇ ਜਾਣਗੇ ਜੇ ਕੋਈ 19 ਹੁੰਦੀ ਹੈ। ਸੋ ਉਹਦੇ ਵਾਸਤੇ ਕੀ ਤਿਆਰੀ ਕੀਤੀ? ਆਈ ਥਿੰਕ ਦ ਸੇਫਟੀ ਆਫ ਆਵਰ ਕਿਡਸ ਇਜ਼ very very important। ਮੇਰੀ ਬੱਚੀ ਆਪ ਪਬਲਿਕ ਸਕੂਲ ਸਿਸਟਮ ਵਿੱਚ ਆਉਂਦੀ ਹੈ। I would be as a mother would be very concerned, ਔਰ ਮੈਨੂੰ ਜਦੋਂ ਪੇਰੈਂਟਸ ਦੇ ਖਦਸ਼ੇ ਆਉਂਦੇ ਆ, I completely hear that, ਪਰ what I want to say is ਕਿ ਜਿਹੜੀ ਵੀ ਅਸੀਂ ਜਿੰਨੀ ਵੀ ਜੇ ਤੁਸੀਂ ਕੋਵਿਡ ਰਿਲੇਟਡ ਅਸੀਂ ਕੋਈ ਵੀ ਡਿਸੀਜਨਸ ਲਿੱਤੇ ਹੈ ਸ਼ਰੀ, one thing that the BC government can really rely on is the medical research। ਜਦ ਵੀ ਮੈਡੀਕਲ ਰਿਸਰਚ ਜੋ ਵੀ ਸਾਨੂੰ ਦੱਸ ਰਹੀ ਹੈ ਉਹਨੂੰ ਅਸੀਂ ਰੱਖ ਕੇ ਸਾਇੰਟਿਫਿਕ ਬੇਸਡ rather than just ਕਿ ਅੱਜ ਇੱਕ ਬੰਦੇ ਨੇ ਕੁਝ ਕਿਹਾ, ਦੂਜੇ ਨੇ ਕੁਝ ਕਿਹਾ ਤੇ ਅਸੀਂ ਉਹਦੇ ਬੇਸ ਤੇ ਫੈਸਲੇ ਕੀਤੇ। ਕੋਈ ਵੀ ਫੈਸਲਾ ਕੀਤਾ ਜਾਏਗਾ, ਆਈ ਐਮ ਸ਼ੋਰ ਮਿਨਿਸਟਰ ਵਾਈਟਸਾਈਡ, ਜੈਨੀਫਰ ਵਾਈਟਸਾਈਡ ਇਜ਼ closely working with all the key partners, with all the stakeholders। ਬੇਸ਼ੱਕ ਉਹ ਸਾਡੇ BCTF ਦੇ ਪਾਰਟਨਰਸ ਹੈ ਜਾਂ QP ਦੇ ਪਾਰਟਨਰਸ ਹੈ ਜਾਂ ਜਿਹੜੇ ਐਜੂਕੇਸ਼ਨਲ ਅਦਾਰਿਆਂ ਦੇ with principals, vice principals, with everybody and with also the parent community, working together with them। ਜੋ ਵੀ ਫੈਸਲਾ ਹੋਏਗਾ ਔਰ ਕਿਵੇਂ ਦੀਆਂ ਜਿਵੇਂ ਪਿਛਲਾ ਅਸੀਂ ਸਾਲ ਦੇਖਿਆ ਹੈਗਾ ਜਿਹੜਾ ਕਿ ਬੱਚਿਆਂ ਨੇ ਸਕੂਲ ਦੇ ਵਿੱਚ ਕੱਟਿਆ, ਔਰ ਅਸੀਂ ਪੂਰੇ ਕੋਸ਼ਿਸ਼ ਕੀਤੀ ਕਿ ਜਿਹੜੇ ਵੀ ਇਖਤਿਆਤ ਹੈ, ਬੇਸ਼ੱਕ ਉਹ ਮਾਸਕਿੰਗ ਰੈਗੂਲੇਸ਼ਨ ਸੀਗੀ, ਬੇਸ਼ੱਕ ਉਹ ਸੈਨੀਟਾਈਜੇਸ਼ਨ ਦੀ ਸੀਗੀ, ਵੈਂਟੀਲੇਸ਼ਨ ਦੀ ਸੀਗੀ, ਉਹਨੂੰ ਅਸੀਂ ਵੱਧ ਤੋਂ ਵੱਧ ਫੰਡਿੰਗ ਦੇ ਕੇ ਵੀ ਮੇਕ ਅਵਰ ਕਿਡਸ ਐਂਡ ਆਲ, ਕਿਉਂਕਿ ਬੱਚੇ ਸਾਡਾ ਫਿਊਚਰ ਹੈਗੇ, ਟੂ ਮੇਕ ਇਟ ਐਜ਼
safe for them to come to the school, ਔਰ ਕਿਉਂਕਿ ਸਕੂਲਾਂ ਵਿੱਚ ਉਹਨਾਂ ਦੀ ਸ਼ਮੂਲੀਅਤ ਬਹੁਤ ਜ਼ਿਆਦਾ ਇੰਪੋਰਟੈਂਟ ਸੀਗੀ ਔਰ ਉਹਨਾਂ ਦੀ ਮੈਂਟਲ ਹੈਲਥ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਸੀ। ਸੋ ਦੈਟਸ ਆਲ ਥੀਸ ਫੈਕਟਰਸ ਵੀ ਆਰ ਕੀਪਿੰਗ ਇਨ ਟੂ ਮਾਈਂਡ ਐਂਡ ਕੋਈ ਵੀ ਫੈਸਲਾ ਕੀਤਾ ਜਾਏਗਾ ਵੀ ਸਟਿਲ ਹੈਵ ਅਬਾਊਟ 3 ਵੀਕਸ ਬਿਫੋਰ ਦ ਸਕੂਲਸ ਓਪਨ ਔਰ ਸਾਰੇ ਉਹ ਫੈਸਲੇ ਉਹਨੂੰ ਮੱਦੇ ਨਜ਼ਰ ਰੱਖ ਕੇ ਕੀਤੇ ਜਾਣ। ਬਿਲਕੁਲ। ਸੋ ਰੇਸਿਜ਼ਮ ਦੀ ਵੀ ਇੱਥੇ ਗੱਲ ਕਰਨਾ ਚਾਹਾਂਗੇ। ਰੇਸਿਜ਼ਮ ਦੇ ਮਾਮਲੇ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਹਮਣੇ ਆਏ। ਲੋਕਲ ਲੈਵਲ ਦੇ ਉੱਤੇ ਅਸੀਂ ਬਹੁਤ ਜ਼ਿਆਦਾ ਇਸ਼ੂ ਦੇਖੇ। ਹਾਲ ਹੀ ਦੇ ਦਿਨਾਂ ਵਿੱਚ ਤੁਸੀਂ ਦੇਖਿਆ ਹੋਣਾ ਬੀਬੀਆਂ ਜਿਹੜੀਆਂ ਪਾਰਕ ਦੇ ਵਿੱਚ ਬੈਠੀਆਂ ਸੀਗੀਆਂ, 2 ਕਪਲ ਨੇ ਕਿਸ ਤਰੀਕੇ ਨਾਲ ਉਹਨਾਂ ਨਾਲ ਕੀਤਾ ਸੀ, ਉਹ ਵੀ ਮੁੱਦਾ ਬਹੁਤ ਚੁੱਕਿਆ। ਉਦੋਂ ਵੀ ਇਹੀ ਆਇਆ ਵੀ ਨਸਲੀ ਜਿਹੜੇ ਹੇਟ ਕ੍ਰਾਈਮ ਹੈ ਉਹਦਾ ਸ਼ਿਕਾਰ ਕਿਤੇ ਨਾ ਕਿਤੇ ਕਮਿਊਨਿਟੀ ਵੀ ਹੋ ਰਹੀ ਹੈ, ਤੇ ਹਰ ਕਮਿਊਨਿਟੀ, ਨਾ ਮੈਂ ਇੱਥੇ ਸਿਰਫ ਪੰਜਾਬੀ ਕਮਿਊਨਿਟੀ ਦੀ ਗੱਲ ਕਰਾਂਗੀ, ਹਰ ਕਮਿਊਨਿਟੀ ਇਸ ਚੀਜ਼ ਦਾ ਸ਼ਿਕਾਰ ਹੋ ਰਹੀ ਹੈ। ਤੁਸੀਂ ਇਸ ਦੇ ਉੱਤੇ ਬਹੁਤ ਜ਼ਿਆਦਾ ਕੰਮ ਕਰਦੇ ਹੋ, ਐਕਸਪਰਟ ਹੋ ਇਸ ਚੀਜ਼ ਦੇ, ਸੋ ਕਿਵੇਂ ਦਾ ਕੰਮ ਚੱਲ ਰਿਹਾ ਹੈ, ਕਦੋਂ ਇਹ ਮਾਮਲੇ ਜਿਹੜੇ ਨੇ ਉਹ ਰੁਕ ਸਕਦੇ ਨੇ? ਜੀ ਬਿਲਕੁਲ, ਔਰ ਜੋ ਵੀ ਤੁਸੀਂ ਕਿਹਾ ਕਿ ਜਿਹੜੇ ਹਾਦਸੇ ਸਾਨੂੰ ਸੁਣਨ ਨੂੰ ਮਿਲ ਰਹੇ, ਦੇਖਣ ਨੂੰ ਮਿਲ ਰਹੇ ਹੈ, ਦੇ ਆਰ ਵੈਰੀ ਵੈਰੀ ਅਨਫੋਰਚੂਨੇਟ। ਐਜ਼ ਅ ਪਾਰਲੀਮੈਂਟਰੀ ਸੈਕਟਰੀ ਫॉर ਐਂਟੀ ਰੇਸਿਜ਼ਮ, ਜਿਹਦਾ ਪੂਰਾ ਕੰਮ ਹੀ ਹੈਗਾ ਟੂ ਡੀਲ ਵਿਦ ਦੀ ਐਂਟੀ ਰੇਸਿਜ਼ਮ, ਔਰ ਮੈਨੂੰ ਬਹੁਤ ਜ਼ਿਆਦਾ ਇਸ ਗੱਲ ਦਾ ਮਾਣ ਹੈ ਕਿ ਪ੍ਰੀਮੀਅਰ ਹੌਰਗਨ ਨੇ ਇਹ ਵਾਲਾ ਮੈਨੂੰ ਮਾਣ ਦਿੱਤਾ, ਔਰ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਹੈਗੀ ਹੈ ਸ਼ਰੀ। ਔਰ ਜਿਹੜੇ 2 ਲੈਜਿਸਲੇਸ਼ਨਸ ਜਿਹੜੇ ਮੇਰੇ ਮੈਂਡੇਟ ਲੈਟਰ ਵਿੱਚ ਹੈਗੇ, ਔਰ ਤਾਂ ਹੈਗਾ ਫਸਟ ਹੈਗਾ ਡੇਟਾ ਰੇਸ ਬੇਸਡ ਡੇਟਾ ਲੈਜਿਸਲੇਸ਼ਨ, ਜੇ ਪਿਛਲੇ ਦਿਨਾਂ ਵਿੱਚ ਤੁਸੀਂ ਦੇਖੋ ਜਦ ਕੋਵਿਡ ਦੇ ਦੌਰਾਨ ਬਹੁਤ ਜ਼ਿਆਦਾ ਇੱਕ ਗੱਲ ਉੱਭਰੀ ਸੀਗੀ ਕਿ ਜਿਹੜਾ ਅਜੇ ਡੇਟਾ ਅਸੀਂ ਕਲੈਕਟ ਕਰਦੇ ਹਾਂ ਉਹਦੇ 'ਚ ਅਸੀਂ ਰੇਸ ਬੇਸਡ ਡੇਟਾ ਨਹੀਂ ਕਰਦੇ, ਅਸੀਂ ਇਹ ਨਹੀਂ ਦੇਖਦੇ ਕਿ ਉਹ ਕਿਹੜੇ ਮੂਲ ਦਾ ਹੈਗਾ, ਕਿਵੇਂ ਦੇ ਬੈਰੀਅਰਸ ਫੇਸ ਕਰ ਰਿਹਾ, ਜੇ ਸਾਊਥ ਏਸ਼ੀਅਨ ਕਮਿਊਨਿਟੀ ਹੈ, ਇੰਡੀਜਨਸ ਹੈ, ਬਲੈਕ ਹੈ, ਤੇ ਕਿਵੇਂ ਦੇ ਉਹਨਾਂ ਨੂੰ ਚੈਲੰਜਸ, ਕਿਵੇਂ ਦੇ ਬੈਰੀਅਰਸ ਆ ਰਹੇ ਹੈਗੇ। ਕਿਉਂਕਿ ਅਸੀਂ ਜੇ ਮੈਂ ਕੋਵਿਡ ਦੇ ਸੰਦਰਭ ਵਿੱਚ ਕਹਾਂ, ਕੋਵਿਡ ਇੰਪੈਕਟਡ ਆਲ ਆਫ ਅਸ, ਪਰ ਕਈ ਕਮਿਊਨਿਟੀਜ਼ ਨੂੰ, ਵਲਨਰੇਬਲ ਕਮਿਊਨਿਟੀਜ਼ ਨੂੰ ਇਹਨੇ ਜ਼ਿਆਦਾ ਵੀ ਇੰਪੈਕਟ ਕੀਤਾ, ਉਹਦੇ ਰਿਜ਼ਲਟਸ ਹੋਰ ਵੀ ਜ਼ਿਆਦਾ ਨੈਗੇਟਿਵ ਸੀਗੇ। ਸੋ ਇਟਸ ਵੈਰੀ ਇੰਪੋਰਟੈਂਟ ਫॉर दैट ਡੇਟਾ। ਬਹੁਤ ਜ਼ਿਆਦਾ ਕਮਿਊਨਿਟੀ ਐਡਵੋਕੇਟਸ ਉਸ ਡੇਟਾ ਬਾਰੇ ਸਾਡੇ ਤੋਂ ਮੰਗ ਕਰ ਰਹੇ ਸੀਗੇ, ਤੇ ਮੈਂ ਦੱਸਣਾ ਚਾਹੂੰਗੀ ਕਮਿਊਨਿਟੀ ਨੂੰ, ਲੋਟ ਆਫ ਟਾਈਮ ਡੇਟਾ ਬਿਕੋਜ਼ ਇਟਸ ਅ ਵੈਰੀ ਟੈਕਨੀਕਲ ਟਰਮ, ਸਾਨੂੰ ਸਮਝ ਨਹੀਂ ਆਉਂਦੀ ਹੈਗੀ ਹੈ, ਪਰ ਦਿਸ ਇਜ਼ ਵਟ ਵੀ ਆਰ ਵਰਕਿੰਗ ਔਨ। ਇਹਦੇ ਬਾਰੇ ਕੰਸਲਟੇਸ਼ਨਸ ਅਸੀਂ ਇਨੀਸ਼ੀਅਲ ਕੰਸਲਟੇਸ਼ਨਸ ਕਰ ਚੁੱਕੇ ਹਾਂ, broader consultations will be happening with the community partners, and ਇੱਕ ਗੱਲ ਜਿਹੜੀ ਅਸੀਂ ਇਹ ਮੰਨੀ ਹੈ ਕਿ ਅਸੀਂ ਕਮਿਊਨਿਟੀ ਆਪ ਚਾਹੁੰਦੀ ਹੈ ਕਿ ਉਹ ਕਿਵੇਂ ਉਹ ਕੰਸਲਟੇਸ਼ਨਸ ਕਰੇ, ਕਿ ਹਾਊ ਦੇ ਗੋ ਇਨਟੂ ਦੈਟ ਕਮਿਊਨਿਟੀ, ਤੇ ਉਹ ਕੰਸਲਟੇਸ਼ਨਸ ਕਰਨ। ਅਸੀਂ ਉਸੀ ਮੈਂਡੇਟ ਨਾਲ ਜਾ ਰਹੇ ਹਾਂ, ਔਰ ਥੀਸ ਕੰਸਲਟੇਸ਼ਨਸ ਵਿਲ ਬੀ ਕਮਿੰਗ ਆਊਟ ਵੈਰੀ ਸੂਨ। ਅਸੀਂ ਕਾਫੀ ਵੱਡੀ ਅਨਾਉਂਸਮੈਂਟ ਕਰਨ ਜਾ ਰਹੇ ਹਾਂ ਅਗਲੇ ਹਫਤੇ, ਐਂਡ ਮੈਂ ਫਿਰ ਦੁਬਾਰਾ ਆਉਂਗੀ ਟੂ ਟਾਕ ਮੋਰ ਅਬਾਊਟ ਇਟ। ਬਿਲਕੁਲ, ਤੁਸੀਂ ਅਨਾਉਂਸਮੈਂਟ ਕਰੋ, ਫਿਰ ਤੁਹਾਨੂੰ ਇੱਥੇ ਆਉਣਾ ਪੈਣਾ ਉਸ ਉਹਦੇ ਬਾਰੇ। ਮੈਂ ਉਮੀਦ ਕਰਦੇ ਹਾਂ ਕਿ ਇਹ ਜਿਹੜੀ ਅਨਾਉਂਸਮੈਂਟ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਅਗਲੇ ਹਫਤੇ, ਇਹ ਵਾਕਈ ਲੋਕਾਂ ਦੀ ਬੈਟਰਮੈਂਟ ਲਈ ਹੋਵੇ ਔਰ ਇਦਾਂ ਦੇ ਮਾਮਲੇ ਰੁਕ ਸਕਣ। ਔਰ ਬਿਲਕੁਲ ਜਿਹੜਾ ਰੇਸਿਜ਼ਮ ਦੀ ਜਦ ਤੁਸੀਂ ਗੱਲ ਕਰਦੇ ਹੋ, ਇਟਸ ਸਿਸਟੈਮਿਕ ਰੇਸਿਜ਼ਮ। ਇਹ ਨਹੀਂ ਹੈਗਾ ਕਿ ਇੱਕ ਦੇਰ ਆਰ 1 or 2 ਬੈਡ ਐਪਲਸ ਜਿਨ੍ਹਾਂ ਕਰਕੇ ਰੇਸਿਜ਼ਮ ਹੋ ਰਿਹਾ ਹੈ। ਬੇਸ਼ੱਕ ਅਸੀਂ ਉਹ ਕਲੋਨਾ ਵਿੱਚ ਉਹ ਇੱਕ ਯੰਗ ਮੁੰਡੇ ਜਿਹੜਾ ਸਿਕਿਉਰਿਟੀ ਗਾਰਡ ਦੇ ਨਾਲ, ਆਪਾਂ ਅਨਮੋਲ ਸਿੰਘ ਦੇ ਨਾਲ ਅਸੀਂ ਦੇਖੀ ਸੀ, ਆਪਾਂ ਉਹਦੇ ਤੇ ਇੱਕ ਨਿਊਜ਼ ਕਲਿੱਪ ਵੀ ਕੀਤਾ ਸੀਗਾ। ਸੋ ਦਿਸ ਇਜ਼ ਨਾਟ ਇੱਕ ਰੈਂਡਮ ਇਨਸੀਡੈਂਟਸ ਨਹੀਂ ਹੈਗੇ, ਕਿ ਇਟ ਇਜ਼ ਜਿਹੜਾ ਸਟਰਕਚਰ ਦੇ ਵਿੱਚ ਰੇਸਿਜ਼ਮ ਬੜਿਆ ਹੋਇਆ ਹੈ। ਜਿਹੜਾ ਕੈਨੇਡਾ, ਜਿਹੜਾ ਕਿ ਇੱਕ ਧਰਤੀ ਜਿਹੜੀ ਰੇਸਿਜ਼ਮ ਦੇ ਉੱਤੇ ਹੀ ਐਸਟੈਬਲਿਸ਼ ਕੀਤੀ ਗਈ ਸੀਗੀ, ਮੂਲ ਵਾਸੀਆਂ ਦੇ ਉੱਤੇ ਕੌਂਕਰ ਕਰਕੇ ਰੱਖਿਆ, ਉਹਦਾ ਨੀਂਹ ਪੱਥਰ ਰੱਖਿਆ ਗਿਆ, ਉਹਦੇ ਸਾਨੂੰ ਰਿਪਰਕਸ਼ਨਸ ਨਜ਼ਰ ਆ ਰਹੇ ਹੈਗੇ, ਐਂਡ ਮਚ ਨੀਡਸ ਟੂ ਬੀ ਡਨ। ਐਂਡ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੀ ਸਰਕਾਰ ਇਜ਼ ਟੇਕਿੰਗ ਥੀਸ ਥਿੰਗਸ ਵੈਰੀ ਵੈਰੀ ਸੀਰੀਅਸਲੀ। ਪਰ ਹੈ ਕਿ ਮੈਂ ਉਹਦੇ ਨਾਲ ਨਾਲ ਇਹ ਵੀ ਜਾਣਦੀ ਹਾਂ ਕਿ ਵੀ ਡੋਂਟ ਹੈਵ ਅ ਮੈਜਿਕ ਬੁਲਟ, ਕਿ ਇਹ ਨਹੀਂ ਹੈ ਕਿ ਇੱਕ ਸਡਨਲੀ ਅਸੀਂ ਇੱਕ ਲੈਜਿਸਲੇਸ਼ਨ ਲੈ ਆਵਾਂਗੇ ਤੇ ਉਹਦੇ ਨਾਲ ਸਭ ਕੁਝ ਠੀਕ ਹੋ ਜਾਏਗਾ। ਜਿਹੜੀ ਕਮਿਊਨਿਟੀ ਪਾਰਟਨਰਸ ਵੱਲੋਂ ਮੈਨੂੰ ਇੱਕ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਜਦ ਕਮਿਊਨਿਟੀ ਇਕੱਠੀ ਹੁੰਦੀ ਹੈ, ਜਿਹੜਾ 2 ਹਫ਼ਤੇ ਪਹਿਲਾਂ ਜਿਹੜਾ ਅਸੀਂ ਇਨਸੀਡੈਂਟ ਦੇਖਿਆ ਸਾਡੀ ਬਜ਼ੁਰਗ ਔਰਤਾਂ ਦੇ ਨਾਲ, ਹਾਊ ਦ ਕਮਿਊਨਿਟੀ ਕੇਮ ਟੂਗੇਦਰ, ਹਾਊ ਦੇ ਉਹਨਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਕਿ ਵੀ ਵੋਂਟ ਟੋਲਰੇਟ ਦਿਸ ਇਜ਼ ਵਾਟ ਵੀ ਵਾਂਟ ਫਰਮ ਆਵਰ ਕਮਿਊਨਿਟੀਜ਼। ਆਈ ਐਮ ਵੈਰੀ ਵੈਰੀ ਹੈਪੀ ਜਿਹੜਾ ਰੋਲ ਸਾਡੀ ਕਮਿਊਨਿਟੀ ਪਲੇ ਕਰ ਰਹੀ ਹੈ, ਬਿਕੋਜ਼ ਰੇਸਿਜ਼ਮ ਇਜ਼ ਨਾਟ, ਗਵਰਨਮੈਂਟਸ ਡੈਫੀਨੇਟਲੀ ਹੈਵ ਅ ਮੋਰਲ ਐਂਡ ਐਥੀਕਲ ਰਿਸਪੌਂਸਿਬਿਲਿਟੀ ਟੂ ਡੀਲ ਵਿਦ ਦ ਰੇਸਿਜ਼ਮ, ਪਰ ਅਸੀਂ ਇਹ ਕਰ ਨਹੀਂ ਪਾਵਾਂਗੇ ਜਦ ਤੱਕ ਕਮਿਊਨਿਟੀਜ਼ ਸਾਡੇ ਨਾਲ ਨਹੀਂ ਹੋਣਗੇ। ਸੋ ਆਈ ਐਮ ਵੈਰੀ ਵੈਰੀ ਥੈਂਕਫੁਲ ਫॉर ਵਟ ਯੂ ਆਰ ਡੂਇੰਗ, ਤੁਹਾਡੀ ਐਲਾਈਸ਼ਿਪ ਲਈ, ਤੁਹਾਡੇ ਕੰਸਰਨ ਲਈ, ਪਰ ਅਸੀਂ ਤੁਹਾਡੇ ਨਾਲ, ਮੈਂ ਤੁਹਾਨੂੰ ਇਸ ਗੱਲ ਦੀ ਜ਼ਰੂਰ ਪੂਰਾ ਕਮਿਟਮੈਂਟ ਕਰਦੀ ਹੈਗੀ ਹਾਂ ਕਿ ਵੀ ਐਜ਼ ਦ ਗਵਰਨਮੈਂਟ, ਐਜ਼ ਯੋਰ ਗਵਰਨਮੈਂਟ ਆਰ ਫੁੱਲੀ ਕਮਿਟਡ, ਔਰ ਅਸੀਂ ਬੇਸ਼ੱਕ ਉਹ ਲੈਜਿਸਲੇਸ਼ਨਸ ਦੇ ਰੂਪ ਵਿੱਚ ਹੈਗਾ, ਐਕਸ਼ਨ ਪਲਾਨ ਦੇ ਰੂਪ ਵਿੱਚ ਹੈਗਾ, ਅਸੀਂ ਉਹ ਕੰਕਰੀਟ ਐਕਸ਼ਨਸ ਲਵਾਂਗੇ to tackle racism and create a society that is anti-racist. Okay, so racism ਦੇ ਹੀ ਰਿਗਾਰਡਿੰਗ ਤੁਸੀਂ ਜਿਹੜਾ ਇਹ ਅਗਲੇ ਹਫਤੇ ਐਲਾਨ ਕਰਨ ਜਾ ਰਹੇ ਹੋ, ਔਰ ਮੈਂ ਫਿਰ ਆਉਂਗੀ। ਬਿਲਕੁਲ, ਤੁਸੀਂ ਤੁਹਾਨੂੰ ਆਉਣਾ ਪੈਣਾ ਰਚਨਾ ਜੀ। ਬਹੁਤ ਸਾਰੀ ਜਦੋਂ ਅਨਾਉਂਸਮੈਂਟ ਹੁੰਦੀ ਹੈ ਉਦੋਂ ਤੁਹਾਨੂੰ ਇੱਥੇ ਬਹੁਤ ਜ਼ਰੂਰੀ ਹੈ, ਕਿਉਂਕਿ ਜਦੋਂ ਅਨਾਉਂਸਮੈਂਟ ਹੋਣੀ ਬਹੁਤ ਸਾਰੇ ਸਵਾਲ ਉਦੋਂ ਵੀ ਸਾਡੇ ਕੋਲ ਹੋਣੇ ਆ ਗੱਲ ਕਰਨ ਦੇ ਲਈ, ਔਰ ਨੋ ਡਾਊਟ ਕਿ ਲੋਕਾਂ ਨੂੰ ਵੀ ਬਹੁਤ ਸਾਰੇ ਉਹਨਾਂ ਦੇ ਦਿਮਾਗ ਦੇ ਵਿੱਚ ਕਈ ਵਾਰੀ ਅਨਾਉਂਸਮੈਂਟ ਤੋਂ ਲੋਕਾਂ ਨੂੰ ਕੋਈ ਚੀਜ਼ ਪਤਾ ਨਹੀਂ ਲੱਗ ਪਾਉਂਦੀ। ਜਦੋਂ ਅਸੀਂ ਨੁਮਾਇੰਦੇ ਇੱਥੇ ਬਿਠਾਉਂਦੇ ਹਾਂ, ਗੱਲਾਂ ਕਰਦੇ ਹਾਂ, ਤਾਂ ਲੋਕਾਂ ਦੇ ਜ਼ਿਹਨ ਦੇ ਵਿੱਚ ਜ਼ਿਆਦਾ ਬਾਰੀਕੀ ਨਾਲ ਉਹ ਚੀਜ਼ਾਂ ਚਲੀਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਰਚਨਾ ਜੀ, ਇੱਥੇ ਵਾਈਲਡ ਫਾਇਰ ਜਿਹੜਾ ਕਿ
ਲਗਾਤਾਰ ਅਸੀਂ ਉਸ ਦੇ ਉੱਤੇ ਗੱਲ ਕਰ ਹੀ ਰਹੇ ਹਾਂ, ਉਹਦੀ ਸਿਚੁਏਸ਼ਨ ਜਿਹੜੀ ਆ ਉਹ ਬਹੁਤ ਖਰਾਬ ਹੁੰਦੀ ਜਾਂਦੀ ਹੈ। ਲੋਅਰ ਮੇਨਲੈਂਡ ਤੱਕ ਜਿਹੜਾ ਧੂੰਆਂ ਪਹੁੰਚਣ ਲੱਗ ਗਿਆ, ਇਹਦੀ ਸਿਚੁਏਸ਼ਨ ਕੀ ਹੈ, ਕਦੋਂ ਤੱਕ ਇਹ ਹੱਲ ਹੋ ਜਾਊਗਾ, ਕੀ ਰਿਪੋਰਟ ਹੈ ਇਸ ਸੰਬੰਧੀ ਤੁਹਾਡੇ ਕੋਲ? ਇਟਸ ਵੈਰੀ ਸਕੇਰੀ ਸਿਚੁਏਸ਼ਨ। ਜਿਹੜੇ ਮਿਨਿਸਟਰ ਫਾਨਵਰਥ ਹੈਗੇ ਹੈ ਸਾਡੇ ਪਬਲਿਕ ਸੇਫਟੀ ਦੇ, ਵਿਸ਼ੇ ਮਿਨਿਸਟਰ ਆਫ ਫੋਰੈਸਟ ਕੈਟਰੀਨਾ ਕੌਨਰਾਏ, ਜਾਂ ਸਾਡੇ ਪਾਰਲੀਮੈਂਟਰੀ ਸੈਕਟਰੀ ਜੈਨੀਫਰ ਰਾਈਸ have been working round the clock to deal with the situation, to assess the situation. ਪਰ ਹੈ ਕਿ ਜਿਹੜੀ ਗੱਲ ਅਸੀਂ ਪਹਿਲਾਂ ਮੁੱਦਾ ਲੈ ਕੇ ਦੇਖ ਰਹੇ ਸੀ ਕਲਾਈਮੇਟ ਚੇਂਜ ਬਾਰੇ, that is the bigger issue, right? ਕਿ climate change is a reality, climate crisis is a reality, ਔਰ ਇਹ ਚੀਜ਼ ਆਈ ਥਿੰਕ ਹੁਣ ਸਾਡੇ ਜ਼ਹਿਨ ਤੱਕ ਔਰ ਸਾਡੇ ਲੋਕਾਂ ਦੇ, ਕਿਉਂਕਿ ਜਿਹੜੇ ਸਾਊਥ ਏਸ਼ੀਅਨ ਲੋਕੀ ਕਈ ਵਾਰੀ, ਔਰ ਮੈਂ ਆਪਣੇ ਬਾਰੇ ਵੀ ਕਹੂੰਗੀ ਕਿ ਕਲਾਈਮੇਟ ਨੂੰ ਅਸੀਂ ਇੰਨੀ ਕਈ ਵਾਰੀ ਉਹਨੂੰ ਇੰਨਾ ਵੱਡਾ ਮੁੱਦਾ ਨਹੀਂ ਲੈਂਦੇ ਉਹਦੇ ਬਾਰੇ, ਕਿਉਂਕਿ ਸਾਨੂੰ ਲੱਗਦਾ ਬਹੁਤ ਟੈਕਨੀਕਲ, ਬਹੁਤ ਐਲੀਟਿਸਟ ਜਿਹਾ ਮੁੱਦਾ ਹੈ। ਇਟ ਇਜ਼ ਨਾਟ, ਇਟ ਇਜ਼ ਇੰਪੈਕਟਿੰਗ ਆਵਰ ਐਵਰੀਡੇ ਲਾਈਫ। ਔਰ ਜਿਹੜੇ ਲੋਕੀ ਜਿਹੜੇ ਇੰਟੀਰੀਅਰ ਵਿੱਚ ਰਹਿ ਰਹੇ ਹੈ, ਜਿਵੇਂ ਦੀ ਉਹ ਸਿਚੁਏਸ਼ਨ ਚੋਂ ਗੁਜ਼ਰ ਰਹੇ ਹੈਗੇ, ਖੁਦਾ ਨਾ ਖਾਸਤਾ ਇੱਕ ਸਿਚੁਏਸ਼ਨ ਕੱਲ ਸਾਡੇ ਨਾਲ ਵੀ ਹੋ ਸਕਦੀ ਹੈਗੀ। ਸੋ ਵੀ ਸ਼ੁੱਡ ਬੀ ਵੈਰੀ ਵੈਰੀ ਕੇਅਰਫੁਲ ਅਬਾਊਟ ਦ ਕੰਕਰੀਟ ਐਕਸ਼ਨ ਪਲਾਨ। ਇੱਕ ਕਲੀਨ BC ਦੀ ਜਿਹੜੀ ਸਾਡੀ ਪਲਾਨ ਹੈਗੀ ਹੈ, ਆਈ ਥਿੰਕ that people should be ਆਪਣੀ ਇਸ ਜਾਣਕਾਰੀ ਨੂੰ ਜ਼ਿਆਦਾ ਵਧਾਉਣ। ਪਰ ਜਿਹੜੀ ਕਿ ਹੁਣ ਪ੍ਰੈਜ਼ੈਂਟ ਸਿਚੁਏਸ਼ਨ ਹੈਗੀ ਹੈ, ਮੈਨੂੰ ਉਮੀਦ ਹੈਗੀ ਹੈ ਕਿ ਵਿਦ ਆਲ ਦ ਐਫਰਟਸ ਦੈਟ ਆਵਰ ਫਾਇਰ ਫਾਈਟਰਸ ਆਰ ਡੂਇੰਗ, ਕਿ ਉਹਦੇ ਤੇ ਠੱਲ ਪਾਈ ਜਾ ਸਕੇਗੀ। ਔਰ ਕੁਛ ਕੁਦਰਤੀ ਆਫਤ ਹੈ ਤੇ ਕੁਦਰਤ ਨੂੰ ਵੀ ਥੋੜੀ ਮਿਹਰਬਾਨੀ ਦਿਖਾਣੀ ਪਏਗੀ ਕਿ ਕੰਟੀਨਿਊ ਬਾਰਿਸ਼ ਹੋ ਜਾਏ, ਜਿਹੜੀ ਬਾਰਿਸ਼ ਅੱਛੀ ਬਾਰਿਸ਼। ਹੁਣ ਅਜੇ ਕਿ ਇਹ ਬਾਰਿਸ਼ ਹੋ ਰਹੀ ਹੈ, ਬਹੁਤ ਹੀ ਤੁਪਕਾ ਜਿਵੇਂ ਬਾਰਿਸ਼ ਹੋਈ ਹੈ, ਜਿਵੇਂ ਇੱਕ ਅਸੀਂ BC ਦੇ ਵਿੱਚ ਹਰ ਦਿਨ ਬਾਰਿਸ਼ ਹੁੰਦੀ ਹੈ। ਇੰਡੀਆ 'ਚ ਇੱਕ ਵਰਡ ਹੁੰਦਾ ਸੀਗਾ ਮੂਸਲਾਧਾਰ ਬਾਰਿਸ਼, ਰਾਈਟ? ਤੇ ਆਈ ਐਮ ਰੀਅਲੀ ਹੋਪਿੰਗ that ਬਾਰਿਸ਼ ਕਮਸ ਵੈਰੀ ਸੂਨ, ਜਿਵੇਂ ਇੱਕ ਮੌਨਸੂਨ ਦੀ ਜਿਵੇਂ ਅਸੀਂ ਬਾਰਿਸ਼ ਦੇਖਦੇ ਹੁੰਦੇ ਸੀ ਇੰਡੀਆ ਵਿੱਚ। ਆਈ ਰੀਅਲੀ ਐਮ ਹੋਪਿੰਗ ਕਿ that comes, ਔਰ ਇਹ ਜਿਹੜੀ ਇੱਕ ਕਰੋਪੀ ਹੈ ਸਾਨੂੰ ਉਹਦੇ ਤੋਂ ਰਾਹਤ ਮਿਲ ਸਕੇ। ਬਿਲਕੁਲ। ਸੋ ਇਸ ਤੋਂ ਇਲਾਵਾ ਕੁਝ ਕੰਪਲੇਂਟਸ ਵੀ ਆ ਰਹੀਆਂ ਨੇ ਰਚਨਾ ਜੀ, ਆਈ ਥਿੰਕ ਤੁਹਾਡੇ ਤੱਕ ਵੀ ਉਹ ਜ਼ਰੂਰ ਪਹੁੰਚੀਆਂ ਹੋਣਗੀਆਂ। ਕਈ ਲੋਕਾਂ ਨੇ ਉੱਥੇ ਛੁੱਟੀਆਂ ਪਲਾਨ ਕੀਤੀਆਂ ਹੋਈਆਂ ਸੀ, ਲੌਂਗ ਵੀਕਐਂਡ ਆਉਣਾ ਸੀ, ਤਾਂ ਲੋਕਾਂ ਦੀ ਬੜੇ ਸਾਰੀ ਪਲਾਨਿੰਗ ਸੀਗੀ। ਹੁਣ ਲੋਕ ਜਦੋਂ ਕਈ ਥਾਵਾਂ ਦੇ ਉੱਤੇ ਜਾ ਰਹੇ ਨੇ ਤੇ ਉਹਨਾਂ ਨੂੰ ਕੈਂਸਲੇਸ਼ਨ ਜਿਹੜੀ ਹੈ ਉਹ ਕਰਵਾਉਣਾ ਪੈ ਰਿਹਾ, ਬਿਕਾਜ਼ ਅੱਗ ਬਹੁਤ ਵੱਧ ਰਹੀ ਹੈ, ਤੇ ਲੋਕਾਂ ਨੂੰ ਅਲਰਟ ਜਾਰੀ ਕਰ ਦਿੱਤਾ ਵੀ ਤੁਸੀਂ ਉੱਥੇ ਬੁਕਿੰਗਸ ਨਾ ਕਰਾਓ, ਨਾ ਉਸ ਜਗ੍ਹਾ ਤੇ ਜਾਓ, ਉਹ ਠੀਕ ਨਹੀਂ ਹੈ। ਹੁਣ ਜਿਹੜੇ ਲੋਕਾਂ ਨੇ ਬੁਕਿੰਗਸ ਆਲਰੇਡੀ ਕਰਵਾਈਆਂ ਹੋਈਆਂ ਸੀ, ਉਹ ਕਹਿੰਦੇ ਸਾਨੂੰ ਐਟਲੀਸਟ ਜਿਨ੍ਹਾਂ ਤੇ ਅਸੀਂ ਬੁਕਿੰਗ ਕਰਵਾਈ ਸੀ ਉਹ ਸਾਨੂੰ ਰਿਫੰਡ ਬੈਕ ਤਾਂ ਦੇ ਦੇਣ, ਪਰ ਰਿਫੰਡ ਉਹਨਾਂ ਨੂੰ ਮਿਲ ਨਹੀਂ ਰਿਹਾ। ਕਈ Airbnb ਇੱਦਾਂ ਦੇ ਸੀਗੇ ਜਿਨ੍ਹਾਂ ਨੇ ਰਿਫੰਡ ਦੇਣ ਤੋਂ ਮਨਾ ਕਰ ਦਿੱਤਾ। ਸੋ ਜਿਹੇ ਦੇ ਵਿੱਚ ਜਦੋਂ ਕੰਪਲੇਂਟਸ ਆਉਣਗੀਆਂ ਤੇ ਕੋਈ ਹੱਲ ਕੀਤਾ ਜਾਏਗਾ ਲੋਕਾਂ ਦੇ ਰਿਫੰਡ ਬੈਕ ਲਈ? ਯੂਜੂਅਲੀ ਲਾਈਕ ਮੈਂ ਸਿਚੁਏਸ਼ਨ ਮੈਂ ਖਬਰ ਜ਼ਰੂਰ ਪੜ੍ਹੀ ਸੀ ਸ਼ਰੀ, ਐਂਡ ਪਰ ਦਿਸ ਇਜ਼ ਲਾਈਕ ਆਈ ਐਮ ਸ਼ੋਰ ਦ ਬਿਜ਼ਨਸ ਕਮਿਊਨਿਟੀ ਐਂਡ ਜਿਹੜੇ ਸਮਾਲ ਬਿਜ਼ਨਸ ਵਾਲੇ ਹੈਗੇ ਦੇ ਵਿਲ ਡੀਲ ਵਿਦ ਦੈਟ। ਪਰ ਮੈਨੂੰ ਯਾਦ ਹੈ ਕਿ ਮੈਂ ਇੱਕ Airbnb ਕਰਾਇਆ ਸੀਗਾ ਡਿਊਰਿੰਗ ਦ ਕੋਵਿਡ, ਪਿਛਲੇ ਸਾਲ ਦੀ ਗੱਲ ਹੈ, ਟੋਫੀਨੋ ਦੇ ਵਿੱਚ, ਔਰ ਉਸ ਤੋਂ ਬਾਅਦ ਸਾਡੀ ਟਰੈਵਲ ਰਿਸਟ੍ਰਿਕਸ਼ਨਸ ਆ ਗਈਆਂ ਸੀ ਕਿ ਸਿਰਫ ਅਸੈਂਸ਼ੀਅਲ ਟਰੈਵਲ ਹੋਏਗਾ। ਸੋ ਮੈਂ ਪੂਰੇ ਪੈਸੇ ਪੇ ਕਰ ਚੁੱਕੀ ਸੀਗੀ, ਐਂਡ ਆਈ ਕਾਲਡ Airbnb ਐਂਡ ਆਈ ਸੈਡ ਕਿ ਆਈ ਕੈਨੋਟ ਟਰੈਵਲ, ਤੇ ਦੇ ਵਾਂਟਡ ਅ ਪ੍ਰੂਫ, ਰਾਈਟ? ਕਿ ਉਹਨਾਂ ਨੇ ਕਿਹਾ ਕਿ ਤੁਹਾਡੀ ਕਿਹੜੀ ਐਡਵਾਈਜ਼ਰੀ ਹੈਗੀ ਹੈ, ਜਸਟ ਸੈਂਡ ਅਸ ਦੈਟ। ਤੇ ਜਿਹੜੀ BC ਗਵਰਨਮੈਂਟ ਦੀ ਐਡਵਾਈਜ਼ਰੀ ਸੀਗੀ, ਆਈ ਸੈਂਟ ਦ ਕਾਪੀ ਆਫ ਦੈਟ to Airbnb, ਜਿਹੜਾ ਸਪੋਰਟ ਸੀਗੀ, and I got my full refund back. So this is how Airbnb ਜਿਹੜਾ ਮੇਰਾ ਇੱਕ ਪਰਸਨਲ ਇੱਕ ਉਹ ਰਿਹਾ ਹੈਗਾ, and I hope ਕਿ ਜਿਹੜੇ ਬਾਕੀ ਸਾਰੇ ਜਿੰਨੇ ਵੀ ਬੇਸ਼ੱਕ ਉਹ Airbnb ਹੈ ਜਾਂ ਹੋਰ ਡਿਫਰੈਂਟ ਵੇਜ਼ ਤੋਂ ਜਿਹੜੇ ਲੋਕਾਂ ਨੇ ਕੀਤਾ ਹੋਇਆ, ਜਦ ਇੱਕ ਰਿਸਟ੍ਰਿਕਸ਼ਨ ਹੀ ਲੱਗ ਗਈ ਹੈ ਕਿ people are not are asked not to travel to that region. I think that is a very very concrete ਐਕਸ਼ਨ ਪਲਾਨ। ਹੋ ਸਕਦਾ ਕਿ ਉਹ ਪੈਸੇ ਨਾ ਰੀਫੰਡ ਕਰਨ, ਇੱਕ ਕ੍ਰੈਡਿਟ ਵਜੋਂ ਦੇ ਦੇਣ, ਕਿਉਂਕਿ ਮੈਂ ਇੱਕ ਵਾਰ ਪਿਛਲੇ ਸਾਲ ਯੂਰਪ ਦਾ ਕਰਾਇਆ ਹੋਇਆ ਸੀ Airbnb, ਤੇ ਉਹਨਾਂ ਨੇ ਮੇਰੇ ਪੈਸੇ ਰੀਫੰਡ ਨਹੀਂ ਕੀਤੇ ਸੀ, ਉਹਨਾਂ ਨੇ ਕ੍ਰੈਡਿਟ ਦਿੱਤਾ ਸੀਗਾ। So different organizations work in a different way to do with it, but I'm sure ਕਿ ਇਹਦਾ ਕੋਈ ਨਾ ਕੋਈ ਰੈਜ਼ੋਲੂਸ਼ਨ ਜ਼ਰੂਰ ਨਿਕਲ ਜਾਏਗਾ। ਠੀਕ ਹੈ ਰਚਨਾ ਜੀ, ਬਹੁਤ ਬਹੁਤ ਸ਼ੁਕਰੀਆ ਜੀ ਨਾਲ ਜੁੜਨ ਲਈ। ਹੁਣ ਅਖੀਰ ਦੇ ਵਿੱਚ ਦੱਸੋ ਵੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ, ਕੀ ਕਹਿਣਾ ਚਾਹੋਗੇ? ਜੀ ਮੈਂ ਇਹ ਕਹੂੰਗੀ ਕਿ ਇਹ ਸਮਰ ਕਾਫੀ ਜ਼ਿਆਦਾ ਔਖੀ ਸਮਰ ਰਹੀ ਹੈ। ਪਿਛਲਾ ਜਿਹੜਾ 1.5 ਸਾਲ ਹੀ ਅਸੀਂ ਦੇਖੀਏ ਤੇ ਸਾਡੇ ਸਾਰਿਆਂ ਲਈ ਕਾਫੀ ਜ਼ਿਆਦਾ ਚਿੰਤਾਜਨਕ ਰਿਹਾ ਹੈਗਾ। ਪਰ ਮੈਂ ਜਿਹੜੇ ਲੋਕਾਂ ਨੇ ਵੈਕਸੀਨ ਲਵਾਇਆ ਹੈ, ਮੈਂ ਉਹਨਾਂ ਨੂੰ ਇਹੀ ਕਹੂੰਗੀ ਕਿ ਤੁਸੀਂ ਜਿਹੜਾ ਵੈਕਸੀਨ ਲਵਾ ਕੇ ਆਪਣੀ ਇੱਕ ਪਰਸਨਲ ਰਿਸਪੌਂਸਿਬਿਲਿਟੀ ਲਈ ਹੈ ਤੇ ਇੱਕ ਜਿਹੜੀ ਕਮਿਊਨਿਟੀ ਲਈ ਰਿਸਪੌਂਸਿਬਿਲਿਟੀ ਲਈ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡੇ ਆਸ-ਪਾਸ ਜਿਹੜੇ ਲੋਕੀ ਹੈਗੇ ਹੈ ਜਿਨ੍ਹਾਂ ਨੇ ਵੈਕਸੀਨ ਨਹੀਂ ਲਵਾਇਆ ਔਰ ਉਹਨਾਂ ਦੀ ਕਪੈਸਿਟੀ ਹੈਗੀ ਹੈ ਵੈਕਸੀਨ ਲਵਾਉਣ ਦੀ, ਉਹ ਲਵਾ ਸਕਦੇ ਹੈਗੇ, ਜ਼ਰੂਰ ਪ੍ਰੇਰੋ ਉਹਨਾਂ ਨੂੰ, ਕਿਉਂਕਿ ਵੈਕਸੀਨਸ ਡੂ ਵਰਕ ਐਜ਼ ਵੀ ਡਿਸਕਸਡ ਬਿਫੋਰ। ਔਰ ਅਸੀਂ ਉਹ ਸਿਚੁਏਸ਼ਨ ਚਾਹੁੰਦੇ ਹਾਂ, ਉਹ ਦਾ ਮਾਹੌਲ ਦੁਬਾਰਾ ਚਾਹੁੰਦੇ ਹਾਂ BC ਦੇ ਵਿੱਚ, ਸਰੀ ਦੇ ਵਿੱਚ, ਜਿੱਥੇ ਅਸੀਂ ਫਿਰ ਇੱਕ ਤਰ੍ਹਾਂ ਨਾਲ ਖੁੱਲ੍ਹੇ ਤਰੀਕੇ ਨਾਲ ਇੱਕ ਦੂਜੇ ਨਾਲ ਮਿਲ ਜੁਲ ਕੇ ਬੈਠ ਸਕੀਏ। ਪਰ ਕੋਵਿਡ ਅਜੇ ਵੀ ਬਹੁਤ ਜ਼ਿਆਦਾ ਉਹਦਾ ਖਤਰਾ ਸਾਡੇ 'ਤੇ ਮੰਡਰਾ ਰਿਹਾ ਹੈਗਾ। ਬੀ ਕੇਅਰਫੁਲ, ਬੀ ਸੇਫ, ਔਰ ਕੋਸ਼ਿਸ਼ ਕਰੋ ਕਿ
ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਜ਼ਰੂਰ ਸੇਫ ਰੱਖੋ, ਪਰ ਜਿਹੜੇ ਆਸ-ਪਾਸ ਹੈ ਉਹਦੀ ਸੇਫਟੀ ਦੀ ਵੀ ਪੂਰੀ ਅਸੀਂ ਪਰਸਨਲ ਰਿਸਪੌਂਸਿਬਿਲਿਟੀ ਲਈਏ। ਤੇ ਹੋਪਫੁਲੀ in the coming months we are able to say that we are COVID is a thing of the past, or now we can look at the future in a much positive way. ਜੀ ਬਿਲਕੁਲ ਰਚਨਾ ਜੀ, ਥੈਂਕ ਯੂ ਸੋ ਮਚ, ਤੁਸੀਂ ਬਹੁਤ ਆਪਣਾ ਸਮਾਂ ਕੱਢਿਆ ਤੇ ਸਵੇਰੇ ਸਾਡੇ ਕੋਲ ਇੰਟਰਵਿਊ ਦੇ ਲਈ ਪਹੁੰਚੇ, ਬਹੁਤ ਬਹੁਤ ਸ਼ੁਕਰੀਆ। Always a pleasure, thank you so much. ਜੀ ਸੋ ਐਮਐਲਏ ਰਚਨਾ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਸੀ। ਸਮੇਂ-ਸਮੇਂ ਤੇ ਰਚਨਾ ਸਿੰਘ ਜੀ ਸਾਡੇ ਨਾਲ ਆਉਂਦੇ ਰਹਿੰਦੇ ਨੇ, ਬਹੁਤ ਸਾਰੀਆਂ ਗੱਲਾਂ ਕਰਦੇ ਨੇ, ਲੋਕਲ ਲੈਵਲ ਦੇ ਉੱਤੇ ਬਹੁਤ ਸਾਰੇ ਇਸ਼ੂਜ਼ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਅਸੀਂ ਡਿਸਕਸ ਕਰਦੇ ਹਾਂ। ਔਰ ਇਸ ਦੇ ਵਿੱਚ ਇੱਕ ਵੱਡੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਇਸ ਪੂਰੀ ਡਿਸਕਸ਼ਨ ਦੇ ਵਿੱਚ ਕਿ ਅਗਲੇ ਹਫਤੇ ਜਿਹੜਾ ਹੈ BC ਗਵਰਨਮੈਂਟ ਜਿਹੜੀ ਹੈ ਉਹ ਕਿਤੇ ਨਾ ਕਿਤੇ ਕੋਈ ਵੱਡਾ ਐਲਾਨ ਕਰਨ ਲੱਗੀ ਹੈ, ਔਰ ਰੇਸਿਜ਼ਮ ਨੂੰ ਲੈ ਕੇ ਇਹ ਵੱਡਾ ਐਲਾਨ ਹੋਣ ਜਾ ਰਿਹਾ ਹੈ। ਇੱਕ ਬਹੁਤ ਹੀ ਭਿਆਨਕ ਅਤੇ ਉਹ ਅਲਾਮਤ ਹੈਗੀ ਹੈ ਜਿਹੜੀ ਸਾਡੇ ਨਾਲ ਜੁੜੀ ਹੋਈ ਹੈ। ਇਸ ਬਿਮਾਰੀ ਦਾ ਇਲਾਜ ਬਹੁਤ ਜ਼ਰੂਰੀ ਹੈ। ਸੋ ਉਮੀਦ ਕਰਦੇ ਹਾਂ ਕਿ BC ਸਰਕਾਰ ਜਿਸ ਦੇ ਉੱਤੇ ਵੱਡੀ ਅਨਾਊਂਸਮੈਂਟ ਕਰਨ ਜਾ ਰਹੀ ਹੈ ਤਾਂ ਉਹ ਸਾਰਿਆਂ ਦੀ ਬੈਟਰਮੈਂਟ ਲਈ ਹੋਏ, ਔਰ ਇੱਦਾਂ ਦੇ ਜਿਹੜੇ ਰੇਸਿਜ਼ਮ ਦੇ ਮੁੱਦੇ ਨੇ ਉਹ ਕਿਤੇ ਨਾ ਕਿਤੇ ਰੁਕ ਸਕਣ। ਫਿਲਹਾਲ ਦੇ ਲਈ ਸਾਰੇ ਜਣੇ ਮੈਨੂੰ ਇਜਾਜ਼ਤ ਦਿਓ ਤੇ ਆਪਣਾ ਸਾਰੇ ਜਣੇ ਖਿਆਲ ਰੱਖਿਓ। ਤੁਹਾਡੇ ਸਾਰਿਆਂ ਦਾ ਦਿਨ ਬਹੁਤ ਵਧੀਆ ਨਿਕਲੇ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।